ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਹਾਜ਼ਰ ਹਾਂ ਜ਼ਿਲ੍ਹਾ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਅਪਡੇਟ ਹੈ ਉਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ। ਇਸ ਵਕਤ ਕਿਹਨਾਂ ਲਈ ਆਉਣਾ ਮੁਸ਼ਕਿਲ ਹੋ ਚੁੱਕਿਆ ਹੈ ਤੇ ਜਿਹੜੇ ਵਿਦਿਆਰਥੀ ਇਸ ਵਕਤ ਵੱਖ-ਵੱਖ ਮੁਲਕਾਂ ਵਿੱਚ ਸਟਕ ਹੋਏ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ ਕੈਨੇਡਾ ਆਉਣਾ ਚਾਹੁੰਦੇ ਨੇ, ਉਹਨਾਂ ਲਈ ਅੱਜ ਕੁਝ ਧਿਆਨ ਦੇਣ ਯੋਗ ਕੁਝ ਜ਼ਰੂਰੀ ਗੱਲਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਨਾਲ ਹੀ ਜਾਣਾਂਗੇ ਕਿ ਕੈਨੇਡਾ ਇਮੀਗ੍ਰੇਸ਼ਨ ਵਿੱਚ ਕੀ ਕੋਈ ਨਵੀਂ ਤਬਦੀਲੀ, ਕੋਈ ਨਵੀਂ ਅਪਡੇਸ਼ਨ ਆਈ ਹੈ। ਇਸ ਸਾਰੇ ਵਿੱਚ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਤੇ ਜਿਵੇਂ ਅਸੀਂ ਦੇਖ ਰਹੇ ਹਾਂ ਹੌਲੀ-ਹੌਲੀ ਪ੍ਰੋਵਿੰਸਸ ਖੁੱਲ ਰਹੀਆਂ ਨੇ, ਕੈਨੇਡਾ ਦਾ ਇਮੀਗ੍ਰੇਸ਼ਨ ਪ੍ਰੋਪਰ ਤੌਰ ਤੇ ਕਦੋਂ ਓਪਨ ਹੋਣ ਦੀ ਆਸ ਹੈਗੀ ਹੈ? ਤਰਨ, ਹੁਣ ਵੀ ਅੱਜ ਹੀ ਜਿਹੜਾ ਮੋਸਟ ਲੇਟੈਸਟ ਹੈਗਾ ਕਿ ਕੈਨੇਡਾ US ਬਾਰਡਰ ਨੂੰ ਹੋਰ 21 ਜੁਲਾਈ ਤੱਕ ਬੰਦ ਕਰ ਦਿੱਤਾ ਗਿਆ ਜੀ। ਹਾਲੇ ਸਿਚੁਏਸ਼ਨ ਨਾਰਮਲ ਤੋਂ ਥੋੜਾ ਜਿਹਾ ਪਰਾਂ ਹੈਗਾ ਤੇ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਨੇ ਉਹਨਾਂ ਨੇ ਵੀ 30 ਜੂਨ ਨੂੰ ਖਤਮ ਹੋਣਾ। ਸੋ ਹੁਣ ਇਹ ਵੀ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਕਿ ਸ਼ਾਇਦ ਟਰੈਵਲ ਰਿਸਟ੍ਰਿਕਸ਼ਨਸ ਨੂੰ ਵੀ ਅੱਗੇ ਵਧਾ ਦਿੱਤਾ ਜਾਵੇ, ਕਿਉਂਕਿ ਪਹਿਲਾਂ ਇਹ ਅੰਦਾਜ਼ਾ ਸੀ ਕਿ ਜੇ ਕੈਨੇਡਾ US ਬਾਰਡਰ ਖੁੱਲਦਾ ਹੈਗਾ 21 ਜੂਨ ਨੂੰ ਤਾਂ ਫਿਰ ਦੂਜੀਆਂ ਟਰੈਵਲ ਰਿਸਟ੍ਰਿਕਸ਼ਨਸ ਨੂੰ ਵੀ ਹਟਾ ਦਿੱਤਾ ਜਾਊਗਾ, ਕਿਉਂਕਿ ਉਹਨਾਂ ਦੀ ਐਕਸਪੀਰੇਸ਼ਨ ਹੈ ਜਿਹੜੀ ਉਹ 30 ਜੂਨ ਤੱਕ ਹੈਗੀ ਹੈ। ਸੋ ਸ਼ਾਇਦ ਉਹਨਾਂ ਨੂੰ ਵੀ ਹੁਣ 30 ਜੂਨ ਤੋਂ ਅੱਗੇ ਜਿਹੜਾ ਵਧਾ ਦਿੱਤਾ ਜਾਊਗਾ। ਉਹ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਨੇ ਉਹਨਾਂ ਦੇ ਉੱਤੇ ਜਿਹੜੇ ਲੋਕ ਆ ਸਕਦੇ ਨੇ ਉਹ ਪੈਰੈਂਟਸ ਨੇ ਜੀ, ਗ੍ਰੈਂਡ ਪੈਰੈਂਟਸ ਨੇ, ਸਪਾਊਸਸ ਨੇ, ਬੱਚੇ ਨੇ ਤੇ ਗਾਰਡੀਅਨਸ ਹੈਗੇ ਨੇ, ਜਾਂ ਉਹ ਪਰਮਾਨੈਂਟ ਰੈਜ਼ੀਡੈਂਟਸ ਜਿਨ੍ਹਾਂ ਨੂੰ 18 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ, ਜਾਂ ਉਹ ਸਟੂਡੈਂਟ ਜਿਨ੍ਹਾਂ ਨੂੰ 18 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ, ਵਰਕਰ ਨੇ, ਉਹ ਅੱਜ ਵੀ ਆ ਸਕਦੇ ਹੈਗੇ ਨੇ। ਸੋ ਇਹ ਟਰੈਵਲ ਰਿਸਟ੍ਰਿਕਸ਼ਨਸ ਜਦੋਂ ਹਟਣਗੀਆਂ ਜੀ, ਉਸ ਤੋਂ ਬਾਅਦ ਇਹ ਸਿਚੁਏਸ਼ਨ ਹੈ ਜਿਹੜੀ ਉਹ ਨਾਰਮਲ ਦੇ ਨੇੜੇ ਤੇੜੇ ਹੋਣੀ ਸ਼ੁਰੂ ਹੋਊਗੀ ਜੀ। ਲੰਬੇ ਸਮੇਂ ਤੋਂ ਇਹਦੇ ਬਾਰੇ ਵੀ ਗੱਲਬਾਤ ਕਰ ਰਹੇ ਸੀ ਅਪੀਲਸ ਦੇ ਵਿੱਚ, ਤੇ ਤੁਸੀਂ ਅੱਜ ਅਪਡੇਸ਼ਨ ਦੇ ਰਹੇ ਸੀ ਇਹਦੇ ਬਾਰੇ ਵੀ ਕਿ ਅਪੀਲਸ ਨੂੰ ਲੈ ਕੇ ਵੀ ਨਵਾਂ ਸਰਕਾਰ ਦਾ ਇੱਕ ਫੈਸਲਾ ਸਾਹਮਣੇ ਆਇਆ ਹੈ। ਜੀ ਤਰਨ, ਜਿਹੜੀਆਂ ਅਪੀਲਸ ਨੇ ਉਹਦੇ ਉੱਤੇ ਹੁਣ ਸ਼ਾਇਦ ਮਿਡ ਜੁਲਾਈ ਤੋਂ ਐਕਸਪੈਕਟ ਕੀਤਾ ਜਾ ਰਿਹਾ ਕਿ ਹੀਅਰਿੰਗਸ ਨੇ ਜਿਹੜੀਆਂ ਦੁਬਾਰੇ ਤੋਂ ਉਹ ਸ਼ੁਰੂ ਹੋ ਜਾਣਗੀਆਂ। ਪਿਛਲੇ ਹਫਤੇ ਦੇ ਦੌਰਾਨ ਬਹੁਤ ਸਾਰੇ ਅਪੈਲੈਂਟ ਨੇ ਜਿਹੜੇ ਜਿਨ੍ਹਾਂ ਦੇ ਮੈਂ ਰੈਪਰੈਜ਼ੈਂਟ ਕਰ ਰਿਹਾ ਕੇਸਿਸ ਦੇ ਵਿੱਚੋਂ, ਉਹਨਾਂ ਦੇ ਉੱਤੇ ਜਿਹੜਾ ਅਪੀਲ ਡਿਵੀਜ਼ਨ ਹੈ ਉਹਨੇ ਕੰਟੈਕਟ ਕਰਨਾ ਸ਼ੁਰੂ ਕਰ ਲਿਆ ਹੈਗਾ ਕਿ ਜਿਹੜਾ ਕੋਈ ਨਵਾਂ ਐਵੀਡੈਂਸ ਹੈ ਉਹ ਪ੍ਰੋਡਿਊਸ ਕਰ ਸਕਦੇ ਆ ਤੇ ਐਂਟੀਸਿਪੇਟਡ ਡੇਟ ਹੈ ਜਿਹੜੀ ਅਪੀਲ ਦੀ ਸੁਣਵਾਈ ਦੀ ਉਹ ਜੁਲਾਈ, ਮਿਡ ਜੁਲਾਈ ਦੇ ਨੇੜੇ ਤੇੜੇ ਸ਼ੁਰੂ ਹੋ ਸਕਦੀ ਹੈਗੀ ਹੈ ਜੀ। ਸੋ ਉਹਦੇ ਉੱਤੇ ਵੀ ਜਿਹੜੇ ਆਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਨੇ ADR ਹੈਗੇ ਨੇ, ਉਹ ਮੈਜੋਰਿਟੀ ਹੁਣ ਸ਼ਾਇਦ ਟੈਲੀਫੋਨ ਤੇ ਹੀ ਕੰਡਕਟ ਕੀਤੇ ਜਾਇਆ ਕਰਨਗੇ ਜੀ। ਸੋ ਜਿਹੜਾ ਇਨ ਪਰਸਨ ਆਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਸੀਗਾ, ਸ਼ਾਇਦ ਹੁਣ ਕਾਫੀ ਲੰਬਾ ਸਮਾਂ ਉਹ ਨਹੀਂ ਹੋਊਗਾ, ਪਰ ਟੈਲੀਫੋਨ ਦੇ ਉੱਤੇ ਜਿਹੜਾ ਆਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਹੈ ਉਹ ਹੋਊਗਾ। ਤੇ ਜਿਹੜੀਆਂ ਇੰਸਟਰਕਸ਼ਨਸ ਵੀ ਆ ਰਹੀਆਂ ਨੇ ਉਹ ਵੀ ਇਹੀ ਆ ਰਹੀਆਂ ਨੇ ਕਿ ਟੈਲੀਫੋਨ ਦੇ ਉੱਤੇ ਹੀ ਜਿਹੜਾ ਸਕੈਜੂਲ ਕੀਤਾ ਜਾਊਗਾ। ਤੇ ਦੂਜੀਆਂ ਜਿਹੜੀਆਂ ਹੀਅਰਿੰਗਸ ਨੇ ਤਰਨ, ਉਹ ਸ਼ਾਇਦ ਹੁਣ ਵੀਡੀਓ ਕਾਨਫਰੰਸ ਦੇ ਉੱਤੇ ਹੀ ਹੋਇਆ ਕਰਨਗੀਆਂ, ਤੇ ਜਿਹੜਾ ਟੈਲੀਫੋਨ ਜਾਂ ਵੀਡੀਓ ਦੇ ਉੱਤੇ, ਕਿਉਂਕਿ ਜਿਹੜਾ ਅਪੈਲੈਂਟ ਹੈਗਾ ਉਹ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗਾ ਤੇ ਇੱਥੇ ਆਪਾਂ ਨੂੰ ਪਤਾ ਕਿ ਇੰਟਰਨੈਟ ਦੀ ਜਿਹੜੀ ਸਮਰੱਥਾ ਹੈਗੀ ਹੈ ਉਹਦੀ ਉਹ ਵਧੀਆ ਹੈਗੀ ਹੈ ਤੇ ਵੀਡੀਓ ਤੇ ਕੰਟੈਕਟ ਕੀਤਾ ਜਾ ਸਕਦਾ। ਪਰ ਕਈ ਮੁਲਕ ਇਹੋ ਜਿਹੇ ਹੈਗੇ ਜਿੱਥੇ ਇੰਟਰਨੈਟ ਦੀ ਸਮਰੱਥਾ ਚੰਗੀ ਨਹੀਂ ਹੈਗੀ ਹੈ, ਉੱਥੇ ਉਹ ਟੈਲੀਫੋਨ ਦੇ ਰਾਹੀਂ ਹੀ ਕੰਟੈਕਟ ਜਿਹੜੀਆਂ ਹੋਇਆ ਕਰਨਗੀਆਂ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਓਨਟਾਰੀਓ ਤੋਂ ਪਹਿਲਾਂ ਓਪਨਿੰਗ ਸਟੇਜ ਦੇ ਵਿੱਚ ਹੈਗਾ। ਸੋ ਜਿਹੜੇ ਵੈਸਟਰਨ ਰੀਜਨ ਦੀਆਂ ਹੀਅਰਿੰਗਸ ਨੇ, ਜਿਹੜੀਆਂ ਵੈਨਕੂਵਰ ਆਫਿਸ ਡੀਲ ਕਰਦਾ ਹੈ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦਾ, ਸੋ ਉਹਨਾਂ ਨੇ ਸ਼ਾਇਦ ਅਰਲੀਅਰ ਖੋਲ੍ਹਣਾ ਸ਼ੁਰੂ ਕਰ ਲੈਣਾ, ਕਿਉਂਕਿ ਉਹਨਾਂ ਵੱਲੋਂ ਵੀ ਇੰਸਟਰਕਸ਼ਨਸ ਆ ਰਹੀਆਂ ਨੇ ਕਿ ਜਿਹੜੀਆਂ ਹੀਅਰਿੰਗਸ ਪੋਸਟਪੋਨ ਹੋਈਆਂ ਨੇ ਮਾਰਚ ਦੇ ਵਿੱਚੋਂ ਤੇ ਹੁਣ ਤੱਕ, ਉਹਨਾਂ ਨੂੰ ਵੀਡੀਓ ਦੇ ਉੱਤੇ ਹੀ ਕੰਟੈਕਟ ਹੈ ਜਿਹੜਾ ਕੀਤਾ ਜਾਊਗਾ। ਪਰ ਜਿਹੜੇ ਇਨ ਪਰਸਨ ਹਾਲੇ ਆਫਿਸਿਸ ਬੰਦ ਹੈਗੇ ਨੇ, ਸੋ ਵੀਡੀਓ ਦੇ ਉੱਤੇ ਜਿਹੜੀਆਂ ਹੀਅਰਿੰਗਸ ਉਹ ਸ਼ੁਰੂ ਹੋ ਜਾਣਗੀਆਂ। ਸੋ ਉਹਨਾਂ ਲੋਕਾਂ ਲਈ ਚੰਗੀ ਖੁਸ਼ਖਬਰੀ ਹੈ ਜੀ, ਜਿਹੜੇ ਲੋਕਾਂ ਦੇ ਕੇਸ ਰਿਫਿਊਜ਼ ਹੋਏ ਤੇ ਉਦੋਂ ਬਾਅਦ ਉਹ ਅਪੀਲ ਦੇ ਵਿੱਚ ਨੇ ਤੇ ਉਹਨਾਂ ਦੀ ਸੁਣਵਾਈ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਸੀ, ਸ਼ਾਇਦ ਉਹਨੂੰ ਹੁਣ ਬੜੀ ਦੇਰੀ ਨਹੀਂ ਉਹਨਾਂ ਨੂੰ ਸਹਿਣੀ ਪੈਣੀ। ਮਿਡ ਜੁਲਾਈ ਦੇ ਵਿੱਚ ਨੇੜੇ ਤੇੜੇ ਉਹ ਹੀਅਰਿੰਗਸ ਦੁਬਾਰੇ ਸ਼ੁਰੂ ਹੋ ਜਾਣਗੀਆਂ, ਪਰ ਉਹ ਹੋਣਗੀਆਂ ਵੀਡੀਓ ਜਾਂ ਟੈਲੀਫੋਨ ਦੇ ਰਾਹੀਂ, ਇਨ ਪਰਸਨ ਨਹੀਂ ਹੋਣਗੀਆਂ। ਮੈਂ ਆਲਵੇਜ਼ ਇਹ ਗੱਲ ਤੋਂ ਡਿਸਕਰੇਜਡ ਫੀਲ ਕਰਦਾ ਰਿਹਾ ਕਿ ਜਿਹੜੀ ਹੀਅਰਿੰਗ ਹੈ
ਉਹ ਵੀਡੀਓ ਦੇ ਉੱਤੇ ਹੋਵੇ, ਕਿਉਂਕਿ ਜਿਹੜਾ ਡਿਸੀਜ਼ਨ ਮੇਕਰ ਹੈਗਾ, ਉਹ ਜਿੰਨਾ ਚਿਰ ਤੁਹਾਨੂੰ ਪਰਸਨਲੀ ਦੇਖ ਨਹੀਂ ਲੈਂਦਾ, ਤੁਹਾਡੇ ਡਿਮੀਨਰ ਨੂੰ ਦੇਖ ਨਹੀਂ ਲੈਂਦਾ, ਉਨਾ ਚਿਰ ਉਹ ਫ਼ੋਨ ਜਾਂ ਵੀਡੀਓ ਦੇ ਉੱਤੇ ਉਹ ਕਈ ਵਾਰੀ ਫੈਸਲੇ ਜਿਹੜੇ ਉਹ ਐਪਰੋਪ੍ਰੀਏਟ ਜਾਂ ਸਹੀ ਨਹੀਂ ਹੁੰਦੇ ਹੈਗੇ ਆ। ਪਰ ਜਦੋਂ ਇਨ ਪਰਸਨ ਹੁੰਦਾ ਹੈ, ਉਹ ਆਲਵੇਜ਼ ਕਈ ਚੀਜ਼ਾਂ ਨੇ ਜਿਹੜੀਆਂ ਇੰਪੈਕਟ ਕਰਦੀਆਂ ਨੇ। ਪਰ ਇਹ ਹੁਣ ਅਨਪ੍ਰੈਸੀਡੈਂਟਡ ਸਿਚੁਏਸ਼ਨ ਹੈਗੀ ਹੈ, ਸੋ ਇਹਦੇ ਵਿੱਚੋਂ ਇਹੀ ਇੱਕ ਆਪਸ਼ਨ ਦਿਸਦਾ ਹੈਗਾ, ਕਿਉਂਕਿ ਜਿੰਨਾ ਜਸਟਿਸ ਮਿਲਣ ਦੇ ਵਿੱਚ ਦੇਰੀ ਹੁੰਦੀ ਜਾਊਗੀ, ਉਨੀ ਉਹ ਜਿਹੜੀ ਬੇਇਨਸਾਫੀ ਹੈ ਉਹ ਵੱਧਦੀ ਜਾਣੀ ਹੈ ਜੀ। ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਸੋ ਜਿੰਨੀ ਛੇਤੀ ਹੋ ਸਕੇ ਉਨੇ ਛੇਤੀ ਫੈਸਲੇ ਹੋਣ। ਜਿਹੜੇ ਪਿੱਛੇ ਵੀ ਸੁਣਵਾਈਆਂ ਹੋਈਆਂ ਸੀਗੀਆਂ ਮਾਰਚ ਤੋਂ ਪਹਿਲਾਂ, ਜਦੋਂ ਤੋਂ ਕੋਰਟ ਬੰਦ ਹੋਈ ਹੈ, ਉਹਨਾਂ ਦੇ ਫੈਸਲੇ ਨੇ ਜਿਹੜੇ ਉਹ ਆ ਰਹੇ ਨੇ ਜੀ, ਕਿਉਂਕਿ ਫੈਸਲਾ ਲਿਖਣ ਲਈ ਤਾਂ ਆਪਾਂ ਨੂੰ ਕਿਸੇ ਦੀ ਜ਼ਰੂਰਤ ਨਹੀਂ, ਤਾਂ ਉਹ ਤਾਂ ਜੱਜ ਨੇ ਬੈਠ ਕੇ ਲਿਖਣਾ ਹੈਗਾ। ਸੋ ਉਹ ਕੰਮ ਤਾਂ ਚੱਲ ਰਿਹਾ ਹੈਗਾ, ਪਰ ਕਿਉਂਕਿ ਉਹ ਰਿਮੋਟਲੀ ਵੀ ਲਿਖ ਸਕਦੇ ਹੈਗੇ, ਉਹਨਾਂ ਨੂੰ ਜਿਹੜਾ ਆਫਿਸ ਜਾਣ ਦੀ ਲੋੜ ਨਹੀਂ ਹੈਗੀ। ਪਰ ਹੀਅਰਿੰਗਸ ਨੇ ਉਹਦੇ ਲਈ ਉਹਨਾਂ ਨੂੰ ਆਫਿਸ ਆਉਣਾ ਪਊਗਾ, ਕੋਰਟ ਆਉਣਾ ਪਊਗਾ, ਕਿਉਂਕਿ ਉੱਥੋਂ ਹੀ ਵੀਡੀਓ ਜਿਹੜਾ ਕੰਡਕਟ ਹੋ ਸਕੂਗਾ ਤਾਂ। ਇਸ ਦੇ ਨਾਲ ਕੁਝ ਕੁ ਐਗਜ਼ੈਂਪਸ਼ਨਸ ਦਿੱਤੀਆਂ ਗਈਆਂ ਨੇ ਕਿ ਕੁਝ ਲੋਕ ਉਸ ਨੂੰ ਕ੍ਰਾਸ ਕਰ ਸਕਦੇ ਨੇ, ਕੁਝ ਨੂੰ ਜਾਣ ਕ੍ਰਾਸ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਖਾਸ ਤੌਰ ਤੇ ਫੈਮਿਲੀ ਰੀਯੂਨੀਅਨ ਦੇ ਲਈ। ਸਰ ਇੱਥੇ ਗੱਲ ਜੀ ਕਰੀਏ ਕਿ ਹੁਣ ਇਸ ਵਕਤ ਜਿਹੜੇ ਵਰਕ ਪਰਮਿਟ ਦੀ ਵੇਟ ਕਰ ਰਹੇ ਸੀ, ਉਹ ਹੁਣ ਬਾਰਡਰ ਤੇ ਜਾ ਕੇ ਅਪਲਾਈ ਕਰ ਸਕਦੇ ਨੇ? ਜਿਵੇਂ ਕੁਝ ਕੇਸਿਸ ਦੇ ਵਿੱਚ ਐਗਜ਼ੈਂਪਸ਼ਨਸ ਦਿੱਤੀਆਂ ਗਈਆਂ ਨੇ, ਕਿ ਉਹਨਾਂ ਨੂੰ ਵੀ ਐਗਜ਼ੈਂਪਸ਼ਨ ਮਿਲ ਸਕਦੀ ਆ ਜਾਂ ਨਹੀਂ, ਉਹਨਾਂ ਨੂੰ ਆਨਲਾਈਨ ਹੀ ਅਪਲਾਈ ਕਰਨਾ ਪਏਗਾ? ਨਹੀਂ ਤਰਨ, ਜਿਹੜੇ ਬਾਰਡਰ ਤੇ ਜਾ ਕੇ ਵਰਕ ਪਰਮਿਟ ਲੈਣ ਵਾਲਾ ਹੂੰ। ਹੈਗਾ ਕੰਮ, ਉਹਨੂੰ ਨਾਨ ਅਸੈਂਸ਼ੀਅਲ ਸਰਵਿਸ ਮੰਨਿਆ ਗਿਆ ਓਕੇ। ਹੈਗਾ। ਕਿਉਂਕਿ ਟੈਕਨੀਕਲੀ ਉਹ ਹੂੰ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਕੰਮ ਨਹੀਂ ਹੈਗਾ। ਹੂੰ। ਉਹ ਜਿਹੜਾ ਕੰਮ ਹੈ ਇਮੀਗ੍ਰੇਸ਼ਨ ਮਹਿਕਮੇ ਦਾ ਜੀ। ਹੈਗਾ, ਪਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕਰਦੀ ਸੀਗੀ, ਹੂੰ। ਪਰ ਉਹਨਾਂ ਨੇ ਇਹਨੂੰ ਫਿਲਹਾਲ ਬੰਦ ਕੀਤਾ। ਰਾਤ ਕਰਕੇ ਜੇ ਕੋਈ ਲੈਂਡਿੰਗ ਲਈ ਵੀ ਆ, ਉਹ ਵੀ ਇੰਟਰਵਿਊਜ਼ ਨਹੀਂ ਹੁੰਦੀਆਂ, ਉਹ ਵੀ ਤੁਹਾਨੂੰ ਹੁਣ ਬਿਨਾਂ ਇੰਟਰਵਿਊ ਦੇ ਹੀ ਲੈਂਡ ਕਰਾ ਦਿੱਤਾ ਜਾਂਦਾ। ਬਿਲਕੁਲ ਜੀ, ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਨਾਲ ਅਸੀਂ ਗੱਲ ਕਰ ਲਈਏ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ ਨਾਇਗਰਾ ਫਾਲ ਤੋਂ ਬੋਲ ਰਹੇ ਹਾਂ। ਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਮੈਂ ਸਰ ਨੂੰ ਇਹ ਪੁੱਛਣਾ ਸੀਗਾ, ਮੈਂ ਨਾ ਪਹਿਲਾਂ ਵਿਜ਼ਟਰ ਤੇ ਆਇਆ ਸੀਗਾ ਇੱਥੇ। ਹੂੰ। ਉਸ ਤੋਂ ਬਾਅਦ ਮੈਂ ਮੈਰਿਜ ਕਰਾ ਲਈ ਸੀ, ਮੇਰਾ ਸਪਾਊਸ ਓਪਨ ਵਰਕ ਪਰਮਿਟ ਲੱਗਾ ਸੀਗਾ। ਜੀ। ਮੇਰਾ ਓਪਨ ਵਰਕ ਪਰਮਿਟ ਮੇਰਾ ਮਿਲਿਆ ਜੀ ਉਹ ਮੰਡੇ ਹੂੰ। 8 ਜੂਨ ਨੂੰ। ਜੀ। ਜੀ ਮੈਂ ਆਨਲਾਈਨ ਅਪਲਾਈ ਕੀਤਾ ਇਸ ਟਾਈਮ, ਕਿਉਂਕਿ ਕੈਨੇਡਾ ਸਰਵਿਸ ਕੈਨੇਡਾ ਬੰਦ ਹੈ ਨਾ। ਆਨਲਾਈਨ ਸੈਨ ਅਪਲਾਈ ਕੀਤਾ ਜੀ। ਤੇ ਮੈਂ ਕੰਮ ਕਰ ਸਕਦਾ ਜਾਂ ਮੈਨੂੰ ਵੇਟ ਕਰਨੀ ਪੈਣੀ ਇੰਸ਼ੋਰੈਂਸ ਨੰਬਰ? ਉਹਨਾਂ ਮੈਂ ਵਿਜ਼ਟਰ ਤੇ ਸੀਗਾ। ਜੀ। ਜੀ। ਖੈਰਾ ਜੀ, ਤੁਹਾਨੂੰ ਸਵਾਲ ਸੁਣ ਗਿਆ, ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਨੂੰ? ਨਹੀਂ ਜੀ, ਤੁਸੀਂ ਟੀਵੀ ਸਕਰੀਨ ਤੇ ਜੀ। ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਜੀ ਸਰ, ਆਪਾਂ ਪਹਿਲਾਂ ਕੁਆਰੀਜ਼ ਲੈ ਲਈਏ ਕੁਝ ਇਕੱਠੀਆਂ, ਫਿਰ ਇਹਨਾਂ ਦੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਜੀ ਹੈਲੋ। ਜੀ। ਹੈਲੋ ਸਤਿ ਮੈਡਮ, ਸ਼੍ਰੀ ਸਤਿ ਅਕਾਲ ਸ਼੍ਰੀ ਜੀ। ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਹਾਂ ਮੈਡਮ, ਪਿਕਰਿੰਗ ਤੋਂ ਬੋਲ ਰਹੇ ਜੀ। ਜੀ ਸਰ, ਦੱਸੋ। ਹਾਂ ਮੈਡਮ, ਸਾਡਾ ਬੇਟਾ ਇੱਥੇ ਹੈਗਾ ਕੈਨੇਡਾ 'ਚ, ਉਹਦੀ ਸਿਟੀਜ਼ਨ ਹੈ ਇੱਥੋਂ ਦਾ। ਹੂੰ। ਸਾਨੂੰ 1 ਸਾਲ ਇੱਥੇ ਆਇਆ ਨੂੰ ਹੋ ਗਿਆ ਜੀ। ਕਿ ਇਸ ਨੋਰਮਲ ਟਾਈਮ 'ਚ ਬੇਟਾ ਸਾਡਾ PR ਵਾਸਤੇ ਅਪਲਾਈ ਕਰ ਸਕਦਾ। ਅਸੀਂ 65 ਪਲੱਸ ਹੈ ਤੇ ਸਾਨੂੰ ਲੁੱਕ ਆਫਟਰ ਕਰਨ ਨੂੰ ਇੰਡੀਆ 'ਚ ਕੋਈ ਨਹੀਂ ਹੈ ਜੀ। ਜੀ। ਇਹਦੇ ਬਾਰੇ ਵਿੱਚ ਖੈਰਾ ਜੀ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਹਾਂਜੀ, ਟੀਵੀ ਸਕਰੀਨ ਤੇ ਤੁਸੀਂ ਆਨਸਰ ਦੇ ਟੀਵੀ ਸਕਦਾ ਸਕਰੀਨ ਤੇ ਹੈ। ਸਰ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਮੋਸਟਲੀ ਐਵੇਂ ਦੇ ਕੁਐਸਚਨਸ ਤੇ ਸਰ ਤੁਸੀਂ ਲਗਭਗ ਹਰ ਐਪੀਸੋਡ ਦੇ ਵਿੱਚ ਜਵਾਬ ਦਿੰਦੇ ਹੋ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਕੈਲਗਰੀ ਤੋਂ ਬੋਲਦੇ ਮੈਮ ਅਸੀਂ। ਜੀ, ਦੱਸੋ ਕੀ ਪੁੱਛਣਾ ਤੁਸੀਂ? ਹਾਂਜੀ, ਸਰ ਨੂੰ ਪੁੱਛਣਾ ਸੀਗਾ ਵੀ ਸਰਵਿਸ ਕੈਨੇਡਾ ਖੁੱਲ੍ਹ ਗਈ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਵਾਸਤੇ? ਸਰਵਿਸ ਕੈਨੇਡਾ ਬਾਇਓਮੈਟ੍ਰਿਕਸ ਲਈ ਤੁਸੀਂ ਪੁੱਛਣਾ ਚਾਹੁੰਦੇ ਹੋ ਖੁੱਲ੍ਹ ਗਏ ਕਿ ਨਹੀਂ? ਓਕੇ ਜੀ, ਪਤਾ ਕਦੋਂ ਤੱਕ ਖੁੱਲ੍ਹਣਾ? ਜੀ ਖੈਰਾ ਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜਾਂ ਫਿਰ ਕੁਝ? ਜੀ ਜੀ। ਜੀ ਥੈਂਕ ਯੂ ਜੀ। ਸੋ ਮਚ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਖਹਿਰਾ ਸਾਹਿਬ, ਸਤਿ ਸ਼੍ਰੀ ਅਕਾਲ। ਖਹਿਰਾ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਕੁਐਸਚਨ ਸੀਗਾ ਜੀ ਇੱਕ। ਹੈਲੋ। ਜੀ ਜੀ ਸਰ, ਕਿੱਥੋਂ ਬੋਲ ਰਹੇ ਹੋ ਤੁਸੀਂ? ਹਾਂਜੀ, ਤੁਹਾਡੇ ਹੋਮ ਜ਼ਿਲ੍ਹੇ ਤੋਂ ਬੋਲਦੇ ਹਾਂ ਜੀ, ਲੁਧਿਆਣੇ ਤੋਂ ਹੀ। ਜੀ, ਦੱਸੋ ਸਰ ਕੀ ਪੁੱਛਣਾ ਚਾਹੁੰਦੇ ਹੋ? ਆਪਣੇ ਬੁਲੇ ਪੁੱਛਣਾ ਚਾਹੁੰਦਾ ਜੀ, ਆਪਣੇ ਬੇਟੀ ਪਿਛਲੇ ਸਾਲ ਗਈ ਸੀ ਜੀ ਮਈ ਦੇ ਵਿੱਚ, ਹੂੰ। ਤੇ ਇੱਕ ਪ੍ਰੋਗਰਾਮ ਤਾਂ ਉਹਨੇ ਪੂਰਾ ਕਰ ਲਿਆ ਸੀਗਾ ਜੀ ਆਪਣੇ ਇੱਥੇ ਕੈਨੇਡਾ 'ਚ ਦਸੰਬਰ ਤੱਕ। ਇੱਕ ਪਿਛਲੇ ਸਮੈਸਟਰ। ਸਾਲ। ਜੀ।
ਹਾਂਜੀ ਤੇ ਦੂਜਾ ਪ੍ਰੋਗਰਾਮ ਉਹਨੇ ਹੁਣ ਮਈ ਦੇ ਵਿੱਚ ਸਟਾਰਟ ਕੀਤਾ ਸੀਗਾ ਤੇ ਉਹ ਦਸੰਬਰ 'ਚ ਪੂਰਾ ਹੋਣਾ ਜੀ ਤੇ ਆਨਲਾਈਨ ਜਿਹੜਾ ਪ੍ਰੋਗਰਾਮ ਚੱਲਦਾ ਜੀ ਜੀ ਸਟੱਡੀ ਦੀ ਗੱਲ ਕਰ ਰਹੇ ਹੋ ਉਹ ਜੀ ਪੁੱਛਣਾ ਸੀਗਾ ਜੀ ਉਹ ਆਪਣੇ ਪੋਸਟ ਵਰਕ ਪਰਮਿਟ ਲਈ ਵੈਲਿਡ ਹੋਊਗਾ ਜੀ ਦਸੰਬਰ 'ਚ ਜੀ। ਪੂਰਾ ਹੋ ਜੂਗਾ ਜੀ ਜੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਸਪਾਊਸ ਵਰਕ ਪਰਮਿਟ ਲਈ ਕੀ ਉਹ ਵੈਲਿਡ ਹੋਏਗਾ ਕਿ ਨਹੀਂ ਸਪਾਊਸ ਲਈ ਨਹੀਂ ਜੀ ਉਹਨਾਂ ਦੇ ਪੋਸਟ ਸਟੱਡੀ ਵਰਕ ਪਰਮਿਟ ਲਈ ਆਪਣੇ ਮਈ ਦੇ ਵਿੱਚ ਦੂਜਾ ਮੈਂ- ਪ੍ਰੋਗਰਾਮ ਉਹਨਾਂ ਨੇ ਲਿਆ ਜੀ ਜੀ ਖੈਰਾ ਜੀ ਤੁਸੀਂ ਮੈਂ ਤੁਸੀਂ ਸਮ- ਸਮਝ ਗਏ ਹੋ ਕੁਐਸਚਨ ਹਾਂਜੀ ਜੀ ਬਿਲकुल ਮੈਂ ਸਰ ਸਮਝ ਤੁਸੀਂ ਗਿਆ ਟੀਵੀ ਸਰ ਸਕਰੀਨ ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਹਾਂਜੀ, ਸਕਦੇ ਹੋ ਤੁਹਾਡਾ ਸਵਾਲ ਹਾਂਜੀ ਪੋਸਟ ਵਰਕ ਪਰਮਿਟ ਲਈ ਬਿਲਕੁਲ ਸਰ ਤੁਸੀਂ ਵੱਡੇ ਟੀਵੀ ਲੋਕ ਸਕਰੀਨ ਜੀ। ਤੇ ਆਨਸਰ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕਾਲ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਰ ਅਸੀਂ ਪਹਿਲਾਂ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰੀਏ ਜਿਨ੍ਹਾਂ ਦੀ ਨੈਕਰਾ ਫਾਲ ਤੋਂ ਕਾਲ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਵੇਟ ਕਰ ਰਹੇ ਜੀ। ਨੇ ਹਜੇ ਉਹ ਸਿਨ ਨੰਬਰ ਨਹੀਂ ਆਇਆ ਕਿ ਉਹ ਕੰਮ ਕਰ ਸਕਦੇ ਨੇ ਤਰਨ ਜਿਹੜਾ ਵਰਕ ਪਰਮਿਟ ਹੈਗਾ ਉਹ ਇਜਾਜ਼ਤ ਦਿੰਦਾ ਹੈਗਾ ਕੰਮ ਕਰਨ ਦੀ ਜੀ ਸੋ ਉਹ ਕੰਮ ਕਰ ਸਕਦੇ ਨੇ ਆਨਸਰ ਹੈਗਾ ਹਾਂਜੀ ਉਹ ਕੰਮ ਕਰ ਸਕਦੇ ਨੇ ਜਿਹੜਾ ਸੋਸ਼ਲ ਇੰਸ਼ੋਰੈਂਸ ਨੰਬਰ ਹੈ ਉਹ EMPLOYER ਨੂੰ ਉਹਨਾਂ ਨੇ ਨੰਬਰ ਦੇਣਾ ਹੈ ਉਸੇ ਨੰਬਰ ਦੇ ਹਿਸਾਬ ਨਾਲ EMPLOYER ਨੇ ਉਹਨਾਂ ਦਾ ਰਿਮੂਮਰੇਸ਼ਨ ਹੈ ਜਿਹੜਾ EI CPP ਟੈਕਸਸ ਉਹ ਕੱਟਣੇ ਆ ਤੇ ਉਹ ਸਰਕਾਰ ਨੂੰ ਦੇਣੇ ਹੈਗੇ ਆ ਸੋ ਜਿਹੜਾ ਕੰਮ ਕਰਨ ਦਾ ਪੱਖ ਹੈਗਾ ਹਾਂਜੀ ਉਹ ਬਿਲਕੁਲ ਕਰ ਸਕਦੇ ਹੈਗੇ ਆ ਤੇ ਦੂਜਾ ਉਹ ਪ੍ਰੋਵੀਜ਼ਨਲੀ EMPLOYER ਨਾਲ ਗੱਲ ਕਰ ਸਕਦੇ ਆ ਕਿ ਉਹਨਾਂ ਨੇ EMPLOY ਕੀਤਾ ਹੋਇਆ ਤੇ ਉਸ ਹਿਸਾਬ ਨਾਲ ਉਹਨਾਂ ਨੂੰ EMPLOYER ਹੈ ਜਿਹੜਾ ਉਹ ਪੇ ਕਰਦਾ ਜਾਊਗਾ ਪਰ ਹਾਂਜੀ ਜੇ ਸਿਰਫ ਇਹ ਸਵਾਲ ਹੈ ਕਿ ਉਹ ਕੰਮ ਕਰ ਸਕਦੇ ਨੇ ਉਹਦਾ ਆਨਸਰ ਹੈਗਾ ਹਾਂਜੀ ਉਹ ਬਿਲਕੁਲ ਕੰਮ ਕਰ ਸਕਦੇ ਨੇ ਕਿਉਂਕਿ ਉਹਨਾਂ ਕੋਲ ਵਰਕ ਪਰਮਿਟ ਹੈਗਾ ਜੀ ਇਸ ਤੋਂ ਬਾਅਦ ਨੈਕਸਟ ਸੀ ਜੀ ਪਿਕਰਿੰਗ ਤੋਂ ਕਾਲ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਬੇਟਾ ਕੈਨੇਡੀਅਨ ਸਿਟੀਜ਼ਨ ਹੈ 1 ਸਾਲ ਹੋ ਗਿਆ ਉਹਨਾਂ ਨੂੰ ਵੀ ਇੱਥੇ ਆਇਆਂ ਨੂੰ ਤੇ ਉਹ ਇਹਨਾਂ ਕੰਡੀਸ਼ਨਸ ਦੇ ਵਿੱਚ ਪੀਆਰ ਲਈ ਅਪਲਾਈ ਕਰ ਸਕਦੇ ਨੇ ਕਿ ਉਹ ਇੱਥੇ ਇਕੱਲੇ ਨੇ ਉਹਨਾਂ ਦਾ ਇੰਡੀਆ ਦੇ ਵਿੱਚ ਕੋਈ ਨਹੀਂ ਹੈਗਾ ਹਾਂਜੀ ਸੋ ਟੈਕਨੀਕਲੀ ਕਰੰਟ ਸਿਚੁਏਸ਼ਨ ਦਾ ਕੋਈ ਮੈਟਰ ਨਹੀਂ ਹੈਗਾ ਕਿਉਂਕਿ ਇਹ ਤਾਂ ਕੋਈ ਅਨਡਿਜ਼ਰਵਡ ਨਹੀਂ ਇਹ ਤਾਂ ਵਰਲਡ ਓਵਰ ਸਿਚੁਏਸ਼ਨ ਹੈਗੀ ਹੈ ਕਿਉਂਕਿ ਜਿਹੜਾ ਸਰਕਮਸਟੈਂਸਸ ਨੇ ਉਹ ਡਿਸਪ੍ਰੋਪੋਰਸ਼ਨੇਟ ਤੇ ਅਨਡਿਜ਼ਰਵਡ ਹੋਣੀਆਂ ਚਾਹੀਦੀਆਂ ਨੇ ਸੋ ਇਹ ਸਭ ਲਈ ਹੈ ਸੋ ਇਹ 'ਚ ਕੋਈ ਡਿਸਪ੍ਰੋਪੋਰਸ਼ਨੇਟ ਤਾਂ ਹੈ ਨਹੀਂ ਕਿ ਕਿਸੇ ਨੂੰ ਵੱਧ ਹੈ ਕਿਸੇ ਨੂੰ ਘੱਟ ਹੈ ਇਹ ਸਿਚੁਏਸ਼ਨ ਤਾਂ ਸਭ ਲਈ ਬਰਾਬਰ ਹੈਗੀ ਹੈ ਜੀ ਹਾਂਜੀ ਪਰ ਜੇ ਉਹ 65 ਤੋਂ ਉੱਤੇ ਹੈਗੇ ਨੇ ਹਾਂਜੀ ਉਹ ਹਿਊਮੈਨਿਟੇਰੀਅਨ ਕੰਪੈਸ਼ਨ ਦੇ ਵਿੱਚੋਂ ਜੇ ਬਾਕੀ ਫੈਕਟਰਸ ਨੂੰ ਉਹ ਪੂਰਾ ਕਰਦੇ ਨੇ ਜਿਹਦੇ 'ਚ ਸਭ ਤੋਂ ਪਹਿਲਾਂ ਉਹਨੂੰ ਦੱਸਿਆ ਕਿ ਉਹਨਾਂ ਦੀ ਔਰ ਉਹ 65 ਤੋਂ ਉੱਤੇ ਹੈਗੇ ਨੇ ਫਿਰ ਐਸਟੈਬਲਿਸ਼ਮੈਂਟ ਇਨ ਕੈਨੇਡਾ ਹੈਗੀ ਹੈ ਕਿੰਨੇ ਵਕਤ ਤੋਂ ਇੱਥੇ ਰਹਿ ਰਹੇ ਨੇ ਜੀ ਕੈਨੇਡਾ ਦੇ ਵਿੱਚੋਂ ਬੈਲੈਂਸ ਆਫ ਫੈਮਿਲੀ ਕੀ ਹੈਗਾ ਕਿੰਨੇ ਉਹਨਾਂ ਦੇ ਪਰਿਵਾਰ ਹੈ ਜਿਹੜਾ ਉਹ ਕੈਨੇਡਾ 'ਚ ਰਹਿੰਦਾ ਕਿੰਨਾ ਬਾਹਰ ਰਹਿੰਦਾ ਹੈਗਾ ਉਹ ਤੋਂ ਬਾਅਦ ਬੈਸਟ ਇੰਟਰਸਟ ਆਫ ਚਿਲਡਰਨ ਹੈਗਾ ਸੋ ਜੇ ਉਹਨਾਂ ਦਾ ਸਨ ਹੈ ਜਿਹੜਾ ਉਹ ਮੈਰਿਡ ਹੈ ਉਹਨਾਂ ਦੇ ਪੋਤੇ ਪੋਤੀਆਂ ਜਾਂ ਦੋਤੇ ਦੋਤੀਆਂ ਹੈਗੀਆਂ ਨੇ ਤਾਂ ਉਹਦੇ 'ਚੋਂ ਉਹ ਉਹਨਾਂ ਦਾ ਕੀ ਬੈਸਟ ਇੰਟਰਸਟ ਹੈ ਸੋ ਜੇ ਇਹ ਫੈਕਟਰਸ ਹੋਣਗੇ ਤਾਂ ਹੀ ਉਹਨਾਂ ਦਾ ਕੇਸ ਹੈ ਜਿਹੜਾ ਉਹ ਕਾਮਯਾਬ ਹੋ ਸਕੂਗਾ ਕੱਲਾ ਹੀ ਨਹੀਂ ਕਿ 65 ਤੋਂ ਉੱਤੇ ਨੇ ਤੇ ਉਹ COVID-19 ਕਰਕੇ ਉਹਨਾਂ ਨੂੰ ਇਮੀਗ੍ਰੇਸ਼ਨ ਮਿਲ ਜੂਗੀ ਇਹ ਤਾਂ ਪੋਸੀਬਲ ਨਹੀਂ ਹੋਊਗਾ ਬਾਕੀ ਜੋ ਸਰਕਮਸਟੈਂਸਸ ਨੇ ਉਹ ਪੂਰੀਆਂ ਕਰਦੇ ਨੇ ਹਾਂਜੀ ਫਿਰ ਉਹ ਪੋਸੀਬਲ ਹੈਗਾ ਉਹਦੇ ਲਈ ਸਕਰੀਨ ਤੇ ਨੰਬਰ ਆ ਰਿਹਾ ਜੀ ਉਹ ਸਾਨੂੰ ਕਾਲ ਕਰ ਸਕਦੇ ਆਫਿਸ ਨੂੰ ਉਹਨਾਂ ਦੀ ਅਸੈਸਮੈਂਟ ਕੀਤੀ ਜਾ ਸਕਦੀ ਜੀ ਹੈ ਬਿਲਕੁਲ ਇਸ ਤੋਂ ਬਾਅਦ ਜੀ ਕਾਲ ਆਈ ਸੀ ਕਿ ਉਹ ਪੁੱਛਣਾ ਚਾਹੁੰਦੇ ਸੀ ਸਰਵਿਸ ਕੈਨੇਡਾ ਕਦੋਂ ਤੱਕ ਓਪਨ ਹੋ ਸਕਦਾ ਬਾਇਓਮੈਟ੍ਰਿਕ ਲਈ ਪੁੱਛਣਾ ਚਾਹੁੰਦੇ ਸਨ ਉਹ ਹਾਂਜੀ ਇਹ ਹਾਲੇ ਫੈਡਰਲ ਗਵਰਨਮੈਂਟ ਨੇ ਕੋਈ ਡਿਸੀਜਨ ਨਹੀਂ ਕੀਤਾ ਕਿ ਉਹ ਸਰਵਿਸ ਕੈਨੇਡਾ ਨੂੰ ਕਦੋਂ ਤੱਕ ਖੋਲੂਗੇ ਪਰ ਜੇ ਬਾਇਓਮੈਟ੍ਰਿਕਸ ਆਏ ਹੋਏ ਨੇ ਉਹਨਾਂ ਨੂੰ ਵਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ ਕਿਉਂਕਿ ਜਦੋਂ ਤੱਕ ਸਰਵਿਸ ਕੈਨੇਡਾ ਨਹੀਂ ਖੁੱਲੂਗਾ ਉਦੋਂ ਤੱਕ ਉਹ ਬਾਇਓਮੈਟ੍ਰਿਕ ਕਰਾਉਣ ਨਾਲ ਉਹਨਾਂ ਦੇ ਕੇਸ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਰਾਦਰ ਕਿ ਵਰਕਰਸ ਦੇ ਉੱਤੇ ਤਰਨ ਜਿਹੜੇ ਐਸੈਂਸ਼ੀਅਲ ਸਰਵਿਸ ਕੰਮ ਕਰਨ ਵਾਲੇ ਨੇ ਉਹਨੂੰ ਸਰਕਾਰ ਨੇ ਐਗਜ਼ੈਂਪਟ ਕਰ ਦਿੱਤਾ ਹੈਗਾ ਕਿ ਉਹਨਾਂ ਨੂੰ ਬਾਇਓਮੈਟ੍ਰਿਕਸ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਬਾਇਓਮੈਟ੍ਰਿਕਸ ਕਰਾਉਣ ਲਈ ਸਰਟਨ ਜਗ੍ਹਾ ਖੁੱਲੀਆਂ ਹੋਣੀਆਂ ਚਾਹੀਦੀਆਂ ਨੇ ਕੁਝ ਜਗ੍ਹਾ ਦੇ ਉੱਤੇ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਨੇ ਉਹ ਵੀ ਹੁਣ ਖੁੱਲਦੇ ਜਾ ਰਹੇ ਨੇ ਪਰ ਇੰਡੀਆ 'ਚੋਂ ਹਾਲੇ ਨਹੀਂ ਖੁੱਲੇ ਹੈਗੇ ਹੋਰ ਕਈ ਥਾਂ ਹੈਗੀਆਂ ਜਿੱਥੇ ਖੁੱਲਦੇ ਜਾ ਰਹੇ ਨੇ ਪਰ ਜੇ ਵਿਦਨ ਕੈਨੇਡਾ ਦੀ ਗੱਲ ਕਰੀਏ ਤਾਂ ਸਰਵਿਸ ਕੈਨੇਡਾ ਦਫ਼ਤਰ ਹਾਲੇ ਖੁੱਲਣ ਦਾ ਕੋਈ ਟਾਈਮਲਾਈਨ ਹੈ ਜਿਹੜਾ ਸਰਕਾਰ ਨੇ ਸੈਟਅਪ ਨਹੀਂ ਕੀਤਾ ਤੁਹਾਨੂੰ ਵਰੀ ਕਰਨ ਦੀ ਕੋਈ ਲੋੜ ਨਹੀਂ ਕਿ ਜੇ ਤੁਸੀਂ ਬਾਇਓਮੈਟ੍ਰਿਕਸ ਨਹੀਂ ਕਰਾ ਸਕੇ ਕਰਾਓਗੇ ਉਹ ਤੋਂ ਬਾਅਦ ਇਹ ਫੈਸਲਾ ਆਉਣਾ ਉਦੋਂ ਤੱਕ ਜੇ ਤੁਸੀਂ ਅਰਜ਼ੀ ਟਾਈਮਲੀ ਮੈਨਰ 'ਚ ਕੀਤੀ ਹੈ ਜੋ ਸਟੇਟਸ ਤੁਹਾਡਾ ਪਹਿਲਾਂ ਸੀ ਉਹੀ ਸਟੇਟਸ ਤੁਹਾਡਾ ਅੱਜ ਵੀ ਬਰਕਰਾਰ ਰਹੂਗਾ ਜੀ ਬਿਲਕੁਲ ਇੱਕ ਕੁਐਸਚਨ ਰਹਿ ਗਿਆ ਜਿਹਨਾਂ ਨੇ ਲੁਧਿਆਣੇ ਤੋਂ ਕਾਲ ਕੀਤੀ ਸੀ ਸਰ ਨੇ ਉਹਨਾਂ ਦਾ ਅਸੀਂ ਡਿਸਕਸ ਕਰਾਂਗੇ ਪਹਿਲਾਂ ਇੱਕ ਦਰਸ਼ਕ ਹੋਰ ਜੁੜ ਗਏ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਮੈਮ ਮੈਂ ਆਟਵਾ ਤੋਂ ਬੋਲ ਰਹੀ ਹਾਂ ਜੀ ਜੀ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਮੇਰਾ ਕੁਐਸਚਨ ਇਹ ਹੈ ਮੈਂ ਇੱਥੇ ਪੀਆਰ ਹੈਗੀ ਮੇਰੇ ਪਾਪਾ ਕੋਲੇ ਸੁਪਰ ਵੀਜ਼ਾ ਹੈਗਾ ਕੀ ਉਹ ਹੁਣ ਇੰਡੀਆ ਤੋਂ ਆ ਸਕਦੇ ਆ ਕੀ ਉਹ ਇੰਡੀਆ ਤੋਂ ਆ ਸਕਦੇ ਇਹਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਮ ਜੀ ਸਰ ਇਸ ਤੋਂ ਪਹਿਲਾਂ ਜਿਨ੍ਹਾਂ ਦੀ ਕਾਲ ਆਈ ਸੀ ਲੁਧਿਆਣਾ ਤੋਂ ਉਹਨਾਂ ਦੀ ਬੇਟੀ ਨੇ ਕਹਿੰਦੇ ਸੀ ਕਿ ਇੱਕ ਸਮੈਸਟਰ ਪੂਰਾ ਕਰ ਲਿਆ ਤੇ ਦੂਸਰਾ ਦਸੰਬਰ 'ਚ ਖਤਮ ਹੋਣ ਵਾਲਾ
ਬਿਲਕੁਲ ਇਹਦੇ ਉੱਤੇ ਆਲਰੇਡੀ ਜਿਹੜੀ ਇਮੀਗ੍ਰੇਸ਼ਨ ਮਹਿਕਮੇ ਨੇ ਅਨਾਉਂਸਮੈਂਟ ਕੀਤੀ ਹੈ ਜੀ। ਹਮ, ਸੋ ਜਿਹੜਾ ਫਾਲ ਦਾ ਸੈਸ਼ਨ ਹੈਗਾ ਫਾਲ 2020 ਜਿਹੜਾ ਕਿ ਸੈਪਟੰਬਰ ਤੋਂ ਲੈ ਕੇ ਦਸੰਬਰ ਤੱਕ ਹੋਣਾ ਹੈਗਾ, ਉਹਦੇ ਵਿੱਚੋਂ ਜੇ ਉਹ ਆਨਲਾਈਨ ਪੜ੍ਹਾਈ ਕਰੂਗੇ ਤੇ 50% ਤੋਂ ਘੱਟ ਉਹਨਾਂ ਦੀ ਪੜ੍ਹਾਈ ਹੈ ਜਿਹੜੀ ਉਹ ਆਨਲਾਈਨ ਹੈਗੀ ਹੈ, ਹਾਂਜੀ ਉਹ ਪੂਰੇ 3 ਸਾਲ ਦੇ ਵਰਕ ਪਰਮਿਟ ਲਈ ਐਲੀਜੀਬਲ ਹੋ ਜਾਣਗੇ। ਜਿਵੇਂ ਇਹਨਾਂ ਨੇ ਪਹਿਲਾਂ ਦੱਸਿਆ ਕਿ 1 ਸਾਲ ਦਾ ਉਹਨਾਂ ਦਾ ਪ੍ਰੋਗਰਾਮ ਸੀਗਾ, ਉਹ ਉਹਨਾਂ ਨੇ ਪੜ੍ਹਾਈ ਪੂਰੀ ਕਰ ਲਈ ਹੈ ਇਨ ਕਲਾਸ, ਤੇ 1 ਸਾਲ ਦਾ ਪ੍ਰੋਗਰਾਮ ਹੈ ਉਹ ਆਨਲਾਈਨ ਕਰੂਗੇ। ਤੇ ਫਾਲ 2020 ਸੈਸ਼ਨ ਤੱਕ ਜੇ ਆਨਲਾਈਨ ਪੜ੍ਹਾਈ ਕਰ ਲੈਂਦੇ ਆ ਤਾਂ ਉਹਨੂੰ ਫੁੱਲ ਲੈਂਥ ਦਾ ਜਿਹੜਾ ਵਰਕ ਪਰਮਿਟ ਮਿਲੂਗਾ। ਸੋ ਉਹਨਾਂ ਨੂੰ ਵਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਹਾਂਜੀ, ਪਰ ਜਦੋਂ ਵਰਕ ਪਰਮਿਟ ਲਈ ਅਪਲਾਈ ਕਰਨ ਉਸ ਵੇਲੇ ਕੀ ਕਰੰਟ ਪ੍ਰੀਵੇਲਿੰਗ ਸਿਚੁਏਸ਼ਨ ਹੋਣਗੀਆਂ, ਜਾਂ ਉਸ ਸਮੇਂ ਕਿਹੜੀ ਹੋਰ ਕਾਨੂੰਨ 'ਚ ਤਬਦੀਲੀ ਆ ਚੁੱਕੀ ਹੋਊਗੀ, ਜਾਂ ਕਿਹੜਾ ਐਵੀਡੈਂਸ ਉਹਨਾਂ ਨੂੰ ਉਸ ਵੇਲੇ ਚਾਹੀਦਾ ਹੋਊਗਾ, ਉਹ ਸਲਾਹ ਕਰਕੇ ਹੀ ਉਸ ਵੇਲੇ ਵਰਕ ਪਰਮਿਟ ਅਪਲਾਈ ਕਰਨ। ਕਿਉਂਕਿ ਤਰਨ ਇਹ ਸਿਚੁਏਸ਼ਨ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗਣੀ ਹੈਗੀ ਹੈ ਕਿ ਜਿੱਥੇ ਜਦੋਂ ਇਹੋ ਜਿਹੀਆਂ ਐਪਲੀਕੇਸ਼ਨ ਜਾਣਗੀਆਂ ਤੇ ਆਫਿਸਰ ਉੱਥੇ ਕਹੇ ਜੇ ਡਿਸੀਜਨ ਕਰਦੇ ਆ। ਪਰ ਜੇ ਤੁਸੀਂ ਉਹਨੂੰ ਕਾਨੂੰਨੀ ਪੱਖ ਨੂੰ ਪਹਿਲਾਂ ਹੀ ਧਿਆਨ 'ਚ ਰੱਖ ਕੇ ਕੀਤਾ ਹੈਗਾ ਤੇ ਫਿਰ ਸ਼ਾਇਦ ਤੁਹਾਨੂੰ ਉਹ 'ਚ ਕੋਈ ਪ੍ਰੋਬਲਮ ਉਸ ਵੇਲੇ ਨਹੀਂ ਆਊਗੀ। ਸੋ ਮੇਰੀ ਸਲਾਹ ਹੈ ਜਦੋਂ ਉਹਨਾਂ ਨੇ ਪੂਰੀ ਪੜ੍ਹਾਈ ਕਰ ਲਈ ਉਸ ਤੋਂ ਬਾਅਦ ਉਹ ਵਰਕ ਪਰਮਿਟ ਅਪਲਾਈ ਕਰਨ, ਉਸ ਤੋਂ ਪਹਿਲਾਂ ਜ਼ਰੂਰ ਸਾਡੇ ਨਾਲ ਸਲਾਹ ਕਰ ਜੀ ਲੈਣ ਬਿਲਕੁਲ। ਜੀ। ਇਸ ਤੋਂ ਬਾਅਦ ਮੈਮ ਦੀ ਕਾਲ ਆਈ ਸੀ, ਉਹਨਾਂ ਦਾ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ, ਮੈਂ ਬ੍ਰੈਂਪਟਨ ਤੋਂ ਕਾਲ ਕਰ ਰਹੀ ਹਾਂ। ਜੀ ਮੈਮ। ਮੇਰਾ ਕੁਐਸਚਨ ਮੇਰੀ ਕਜ਼ਨ ਵਾਸਤੇ ਹੈ ਜਿਹਨੇ ਇੰਡੀਆ ਤੋਂ FSW ਫੈਡਰਲ ਸਕਿੱਲ ਵਰਕਰ ਦੇ ਅੰਦਰ ਫਾਈਲ ਅਪਲਾਈ ਕੀਤੀ ਹੋਈ ਹੈ, ਐਂਡ ਇਟਸ ਬੀਨ 8 ਮੰਥਸ। ਸੋ ਮਾਈ ਕੁਐਸਚਨ ਇਜ਼ ਕਿ ਮਤਲਬ ਕੀ ਉੱਥੇ ਕੋਈ ਡਿਲੇਜ਼ ਚੱਲ ਰਹੇ ਨੇ ਪ੍ਰੋਸੈਸਿੰਗ ਦੀ, ਜਾਂ ਫਿਰ ਨਾਰਮਲ ਟਾਈਮਿੰਗ ਮਤਲਬ ਲੱਗ ਰਹੀ ਹੈ? ਔਰ ਅਗਰ ਇਨ ਕੇਸ ਉਹਦੀ PR ਆ ਜਾਂਦੀ ਹੈ, ਵਿਲ ਹੀ ਬੀ ਅਲਾਉਡ ਟੂ ਟਰੈਵਲ, ਲਾਈਕ ਉਹਨੂੰ ਅਲਾਉ ਕਰਨਗੇ PR ਨਿਊ ਹੋਣ ਦੇ ਨਾਤੇ? ਜੀ ਖੈਰਾ ਜੀ, ਤੁਹਾਨੂੰ ਕੁਐਸਚਨ ਸੁਣ ਗਏ ਜਾਂ ਮੈਂ ਰਿਪੀਟ ਕਰਾਂ? ਜੀ ਬਿਲਕੁਲ, ਆਪਾਂ ਟੀਵੀ ਬਿਲਕੁਲ ਸਕਰੀਨ ਤੇ ਆਨਸਰ ਦਈਏ? ਜੀ ਜੀ ਜ਼ਰੂਰ। ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਮੈਮ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਇਸ ਤੋਂ ਪਹਿਲਾਂ ਆਟਵਾ ਤੋਂ ਮੈਮ ਨੇ ਕਾਲ ਕੀਤੀ ਸੀ, ਜਿਹੜੇ ਪੁੱਛਣਾ ਚਾਹੁੰਦੇ ਸੀ ਕਿ ਉਹਨਾਂ ਦੇ ਫਾਦਰ ਦਾ ਵੀਜ਼ਾ ਲੱਗਿਆ ਹੋਇਆ ਸੁਪਰ ਵੀਜ਼ਾ, ਤੇ ਕੀ ਉਹ ਵਿਜ਼ਿਟ ਕਰ ਸਕਦੇ ਨੇ? ਜੀ ਬਿਲਕੁਲ ਕਰ ਸਕਦੇ ਹੈਗੇ ਆ, ਕਿਉਂਕਿ ਜਿਹੜੀਆਂ 18 ਮਾਰਚ ਵਾਲੀਆਂ ਇੰਸਟਰਕਸ਼ਨਸ ਹੈਗੀਆਂ ਉਹ 'ਚ ਪੈਰੈਂਟਸ ਨੇ, ਗ੍ਰੈਂਡ ਪੈਰੈਂਟਸ, ਬੱਚੇ, ਸਪਾਊਸਸ ਉਹ ਐਗਜ਼ੈਂਪਟ ਹੈਗੇ ਨੇ। ਹਾਂਜੀ, ਪਰ ਉਹਨਾਂ ਨੇ ਜਦੋਂ ਟਰੈਵਲ ਕਰਨਾ ਹੈਗਾ ਤਾਂ ਉਹਨਾਂ ਨੇ ਮੇਕ ਸ਼ੋਰ ਕਰਨਾ ਕਿ ਉਹਨਾਂ ਕੋਲੇ ਕੁਆਰੰਟੀਨ ਪਲਾਨ ਹੈ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਸੋ ਕੁਆਰੰਟੀਨ ਪਲਾਨ ਦਾ ਪਹਿਲਾ ਹਿੱਸਾ ਹੈਗਾ ਕਿ ਉਹਨਾਂ ਨੇ 에ਅਰਪੋਰਟ ਤੋਂ ਲੈ ਕੇ ਜਿੱਥੇ ਉਹਨਾਂ ਦਾ ਪਲੇਸ ਆਫ ਰੈਜ਼ੀਡੈਂਸ ਉੱਥੇ ਕਿਵੇਂ ਪਹੁੰਚਣਾ ਜੀ ਉਹਨਾਂ ਨੇ। ਦੂਜਾ, ਉਹਨਾਂ ਲਈ ਸੈਪਰੇਟ ਲਿਵਿੰਗ ਕੁਆਰਟਰਸ ਹੋਣੀਆਂ ਚਾਹੀਦੀਆਂ ਨੇ। ਤੀਜਾ, ਜੇ ਕੋਈ ਉੱਥੇ 65 ਸਾਲ ਤੋਂ ਵੱਧ ਦਾ ਕੋਈ ਬੰਦਾ ਰਹਿੰਦਾ ਹੈਗਾ ਤਾਂ ਉਹਨਾਂ ਤੋਂ ਉਹਨਾਂ ਨੂੰ ਆਥੋਰਾਈਜ਼ੇਸ਼ਨ ਲੈਣੀ ਹੈ। ਤੇ ਇਹਦੇ ਨਾਲ ਜਿਹੜੇ ਉਹਨਾਂ ਦੀਆਂ ਅਸੈਂਸ਼ੀਅਲ ਨੀਡਸ ਨੇ, ਫੂਡ ਹੈਗਾ, ਮੈਡੀਕਲ ਨੀਡਸ ਨੇ, ਉਹ ਕਿਵੇਂ ਫੁੱਲਫਿਲ ਹੋਣਗੀਆਂ। ਸੋ ਜਦੋਂ ਉਹਨਾਂ ਨੇ ਜਹਾਜ਼ ਬੋਰਡ ਕਰਨਾ ਹੈ ਤਾਂ ਉਹਨਾਂ ਕੋਲ ਇਹ ਕੁਆਰੰਟੀਨ ਪਲਾਨ ਹੋਣਾ ਜ਼ਰੂਰੀ ਹੈ। ਉਹਨਾਂ ਨੂੰ ਤਾਂ ਹੀ ਆਉਣ ਦਿੱਤਾ ਜਾਊਗਾ ਜੇ ਪਲਾਨ ਉਹਨਾਂ ਕੋਲੇ ਹੋਊਗਾ ਜੀ। ਅਦਰਵਾਈਜ਼ ਉਹ ਇਹ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਨੇ ਜਿਹੜੀਆਂ 30 ਜੂਨ ਤੱਕ ਨੇ ਉਹਦੇ ਤੇ ਉਹ ਲਾਗੂ ਨਹੀਂ ਹੁੰਦੀਆਂ, ਕਿਉਂਕਿ ਉਹ ਗ੍ਰੈਂਡ ਪੈਰੈਂਟ ਹੈਗੇ ਨੇ। ਬਿਲਕੁਲ ਜੀ। ਤੇ ਸਰ ਇਸ ਤੋਂ ਬਾਅਦ ਜਿਹੜਾ ਹੁਣੀ ਕੁਐਸਚਨ ਆਇਆ ਸੀ ਮੈਮ ਦਾ ਕਿ ਉਹਨਾਂ ਦੀ ਕਜ਼ਨ ਨੇ ਫੈਡਰਲ ਸਕਿੱਲ ਵਰਕਰ ਦੀ ਲਗਾਈ ਹੋਈ ਹੈ ਫਾਈਲ, 8 ਮਹੀਨੇ ਹੋ ਚੁੱਕੇ ਨੇ, ਤੇ ਕੀ ਡਿਲੇ ਚੱਲ ਰਿਹਾ ਪ੍ਰੋਸੈਸ, ਤੇ ਜੇਕਰ ਉਹਨਾਂ ਦੀ PR ਆ ਜਾਂਦੀ ਹੈ ਤਾਂ ਕੀ ਉਹ ਆ ਸਕਦੇ ਨੇ ਇੱਥੇ? ਸਭ ਤੋਂ ਪਹਿਲਾਂ ਤਾਂ ਜਿਹੜਾ ਡਿਲੇ ਦੇ ਉੱਤੇ ਆਨਸਰ ਹੈਗਾ, ਹਾਂਜੀ ਓਵਰਆਲ ਹੀ ਡਿਲੇ ਹੈਗੀ ਆ ਸਾਰੇ ਪ੍ਰੋਸੈਸ ਦੇ ਵਿੱਚੋਂ, ਕਿਉਂਕਿ ਬਹੁਤ ਸਾਰਾ ਕੰਮ ਹੈ ਜਿਹੜਾ ਉਹ ਰਿਮੋਟਲੀ ਹੋ ਰਿਹਾ ਹੈਗਾ। ਤੇ ਦੂਜਾ, ਪ੍ਰਾਇੋਰਟੀ ਜਿਹੜੀ ਹੈਗੀ ਆ ਉਹ ਸਰਟਨ ਮੈਟਰਸ ਦੇ ਉੱਤੇ ਦਿੱਤੀ ਜਾ ਰਹੀ ਹੈ। ਜਿਵੇਂ ਜਿਹੜੀਆਂ ਅਸੈਂਸ਼ੀਅਲ ਸਰਵਿਸ 'ਚ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਦੇ ਵਰਕ ਪਰਮਿਟਸ ਨੇ, ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ। ਸਟੱਡੀ ਪਰਮਿਟ ਵਾਲੇ ਲੋਕ ਨੇ, ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਜੀ। ਤੇ ਦੂਜੇ ਜਿਹੜਾ 8 ਮਹੀਨੇ ਦਾ ਸਮਾਂ ਹੈਗਾ, ਸੋ ਕਲੈਰੀਫਾਈ ਨਹੀਂ ਕਰ ਸਕੇ ਕਿ ਉਹਨਾਂ ਨੇ ਇਨਵੀਟੇਸ਼ਨ ਆਉਣ ਤੋਂ ਬਾਅਦ 8 ਮਹੀਨੇ ਹੋਏ ਨੇ, ਜਾਂ ਉਹਨਾਂ ਨੇ ਸਿਰਫ ਹਾਲੇ ਐਕਸਪ੍ਰੈਸ ਐਂਟਰੀ 'ਚ ਹੀ ਐਪਲੀਕੇਸ਼ਨ ਕੀਤੀ ਹੈ। ਤੇ ਦੂਜਾ ਪਾਰਟ ਉਹਨਾਂ ਦਾ ਸਵਾਲ ਹੈਗਾ, ਜੇ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਕੀ ਉਹ ਆ ਸਕਣਗੇ? ਨਹੀਂ ਜੀ, ਕਿਉਂ ਨਹੀਂ ਹਲੇ ਆ ਸਕਣਗੇ ਫਿਲਹਾਲ। ਉਹਦਾ ਰੀਜ਼ਨ ਇਹ ਹੈਗਾ ਕਿ ਟਰੈਵਲ ਰਿਸਟ੍ਰਿਕਸ਼ਨਸ ਦੇ ਮੁਤਾਬਕ ਜਿਹੜੇ ਲੋਕਾਂ ਨੂੰ ਵੀਜ਼ਾ 18 ਮਾਰਚ ਤੋਂ ਪਹਿਲਾਂ ਮਿਲਿਆ ਉਹੀ ਆ ਸਕਣਗੇ, ਤੇ ਇਹ ਟਰੈਵਲ ਰਿਸਟ੍ਰਿਕਸ਼ਨਸ ਲਾਗੂ ਰਹਿਣਗੀਆਂ 30 ਜੂਨ ਤੱਕ। ਤੇ 30 ਜੂਨ ਤੋਂ ਜੇ ਅੱਗੇ ਕੰਟੀਨਿਊ ਹੋ ਜਾਂਦੀਆਂ ਨੇ ਤਾਂ ਫਿਰ ਉਦੋਂ ਤੱਕ ਨਹੀਂ ਆ ਸਕਣਗੇ ਜਦੋਂ ਤੱਕ ਟਰੈਵਲ ਰਿਸਟ੍ਰਿਕਸ਼ਨਸ ਖਤਮ ਨਹੀਂ ਹੁੰਦੀਆਂ। ਤੇ ਜੇ 30 ਜੂਨ ਨੂੰ ਖਤਮ ਹੋ ਜਾਂਦੀਆਂ ਨੇ ਤੇ ਉਹ ਤੋਂ ਬਾਅਦ ਵੀਜ਼ਾ ਆਉਂਦਾ ਆ ਸਕਣਗੇ। ਇਹਦੇ ਨਾਲ ਇੱਕ ਹੋਰ ਇਹਦਾ ਸਪਲੀਮੈਂਟਰੀ ਪਾਰਟ ਇਹ ਹੈਗਾ ਕਿ ਜੇ ਉਹਨਾਂ ਦਾ ਵੀਜ਼ਾ ਖਤਮ ਹੋ ਜਾਂਦਾ ਹੈ, ਟਰੈਵਲ ਰਿਸਟ੍ਰਿਕਸ਼ਨ ਉਹਨੂੰ ਮਿਲ ਜਾਂਦਾ ਤੇ ਉਹ ਖਤਮ ਹੋ ਜਾਂਦਾ ਹੈ, ਤੇ ਟਰੈਵਲ ਰਿਸਟ੍ਰਿਕਸ਼ਨ ਹਾਲੇ ਖਤਮ ਨਹੀਂ ਹੋਈਆਂ, ਤਾਂ ਜੇ 90 ਦਿਨ ਹੋ ਜਾਂਦੇ ਨੇ ਤੇ ਫਿਰ ਉਹਦੇ ਵਿੱਚ
ਉਹਨਾਂ ਨੂੰ ਟਰੈਵਲ ਕਰਨ ਦੀ ਇਜਾਜ਼ਤ ਹੋਊਗੀ, ਉਹਨਾਂ ਦਾ ਡਾਕੂਮੈਂਟ ਅਪਡੇਟ ਕਰ ਦਿੱਤਾ ਜਾਊਗਾ, ਉਹਨਾਂ ਨੂੰ ਨਵਾਂ ਕੁਛ ਐਪਲੀਕੇਸ਼ਨ ਨਹੀਂ ਕਰਨਾ ਪੈਣਾ। ਜੀ। ਜੇ ਉਹਦੇ ਤੋਂ ਵੀ 90 ਦਿਨ ਗੁਜ਼ਰ ਜਾਂਦੇ ਆ ਹੂੰ। ਤੇ ਫਿਰ ਉਹਨਾਂ ਨੂੰ ਪੁਲਿਸ ਕਲੀਅਰੈਂਸ ਤੇ ਮੈਡੀਕਲ ਆ ਉਹ ਫਿਰ ਤੋਂ ਕਰਾਉਣਾ ਪੈਣਾ। ਉਸ ਤੋਂ ਬਾਅਦ ਉਹਨਾਂ ਨੂੰ ਨਵਾਂ ਡਾਕੂਮੈਂਟ ਹੈ ਜਿਹੜਾ ਉਹ ਇਸ਼ੂ ਕੀਤਾ ਜਾਊਗਾ। ਜੀ ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਚੁੱਕੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਬਰੈਂਪਟਨ ਤੋਂ ਬੋਲ ਰਹੇ ਹਾਂ। ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਥੈਂਕ ਯੂ। ਜੀ ਅਸੀਂ ਮੈਮ। ਪੁੱਛਣਾ ਸੀਗਾ ਆਇਲਸ ਕਦੋਂ ਤੱਕ ਖੁੱਲ੍ਹਣਗੇ? ਆਇਲਸ ਤੇ ਕਦੋਂ ਤੱਕ ਖੁੱਲਣਗੇ? ਜੀ ਬਿਲਕੁਲ, ਤੁਸੀਂ ਟੀਵੀ ਹਾਂਜੀ। ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਮ। ਓਕੇ ਜੀ, ਜੀ। ਥੈਂਕ ਯੂ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਤਰਨਜੀਤ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਸਤਿ ਸ਼੍ਰੀ ਅਕਾਲ ਖੈਰ ਸਾਹਿਬ, ਮੈਂ ਮੌਂਟਰੀਅਲ ਤੋਂ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਮੈਂ ਪੁੱਛਣਾ ਚਾਹੁੰਦਾ ਕਿ ਮੈਂ ਰਿਫਿਊਜੀ ਕਲੇਮ ਦੇ ਵਿੱਚ ਪੱਕਾ ਹੋਇਆ ਹੂੰ। ਤੇ ਮੇਰਾ ਬੇਟਾ ਤੇ ਮੇਰੇ ਡੈਡੀ ਇੰਡੀਆ ਨੇ ਇਸ ਟਾਈਮ, ਹੂੰ। ਤੇ ਮੇਰੇ ਪੀਆਰ ਦੇ ਹਾਲੇ ਪੇਪਰ ਮਤਲਬ ਕਿ ਮੈਨੂੰ ਆਈ ਨਹੀਂ, ਪੀਆਰ ਕਾਰਡ ਵਗੈਰਾ ਮੈਨੂੰ ਹਾਲੇ ਰਿਸੀਵ ਨਹੀਂ ਹੋਏ, ਤੇ ਮੈਂ ਉਸ ਤੋਂ ਪਹਿਲਾਂ ਆਪਣੇ ਬੇਟੇ ਨੂੰ ਇੱਥੇ ਸੱਦ ਸਕਦਾ ਜਾਂ ਆਪਣੇ ਡੈਡੀ ਨੂੰ ਸੱਦ ਸਕਦਾ? ਜੀ। ਇਹ ਜਿਹੜਾ ਸਵਾਲ ਹੈ ਜੀ ਇਹ ਤੇ ਕਾਫੀ ਇੱਕ ਸਵਾਲ ਹੋਰ ਹੈ ਕੰਪਲਿਕੇਟਡ। ਕਿ ਮੇਰੇ ਬੇਟੇ ਦਾ ਪਾਸਪੋਰਟ ਨੈਕਸਟ ਮੰਥ ਐਕਸਪਾਇਰ ਹੋ ਰਿਹਾ, ਹੂੰ। ਤੇ ਉਹਦੇ ਲਈ ਮੈਨੂੰ ਕੀ ਪ੍ਰੋਸੈਸ ਕਰਨਾ ਪਊਗਾ ਕਿ ਜਿਹੜਾ ਮੈਂ ਉਹਦਾ ਪਾਸਪੋਰਟ ਰਿਨਿਊ ਕਰਵਾ ਸਕਾਂ, ਕਿਉਂਕਿ ਮੈਂ ਉੱਥੇ ਜਾ ਨਹੀਂ ਸਕਦਾ ਤੇ ਉਹਦੇ ਇਲਾਵਾ ਮੈਨੂੰ ਕੋਈ ਆਪਸ਼ਨ ਪਤਾ ਨਹੀਂ ਹੈ ਇਸ ਟਾਈਮ। ਜੀ ਬਿਲਕੁਲ, ਖੈਰਾ ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਇਹਨਾਂ ਨੂੰ ਜਾਂ ਕੁਝ ਪੁੱਛਣਾ ਚਾਹੁੰਦੇ ਹੋ? ਜੀ ਜ਼ਰੂਰ। ਤੁਸੀਂ ਸਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਅਸੀਂ ਬਰੈਂਪਟਨ ਤੋਂ ਬੋਲਦੇ ਹਾਂ। ਜੀ ਮੈਮ, ਦੱਸੋ ਕੀ ਪੁੱਛਣਾ? ਹਾਂਜੀ ਜੀ, ਮੈਂ ਸਰ ਨੂੰ ਪੁੱਛਣਾ ਸੀ ਕਿ ਆਪਣੇ ਲਾਸਟ ਵੀਕ ਅਸੀਂ ਸੁਣਿਆ ਸੀਗਾ ਆਪਣੇ ਹਮਦਰ ਟੀਵੀ ਤੇ ਕਿ ਵੀਜ਼ਾ ਐਮਬੈਸੀਆਂ ਓਪਨ ਹੋ ਚੁੱਕੀਆਂ, ਕਿ ਸੱਚ ਹੈ? ਕਿ ਇੱਕ ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਦਾ ਨਾ ਸਪਾਊਸ ਕੇਸ ਲੱਗਿਆ ਹੋਇਆ, ਸਾਡੇ ਆਲਰੇਡੀ 2 ਸਾਲ ਹੋ ਚੁੱਕੇ ਨੇ ਤੇ ਮੇਰੇ ਛੋਟੇ ਬੱਚੇ ਆ। ਮੈਂ ਆਪਣੇ ਹਸਬੈਂਡ ਨੂੰ ਆਪਣੇ ਕੋਲ ਬਣਾਉਣਾ ਚਾਹੁੰਦੀ ਹਾਂ ਕਿਉਂਕਿ ਮੈਂ ਹੈ ਵੀ ਇਕੱਲੀ ਹਾਂ। ਕੋਈ ਇਹਦੇ ਇਸ ਵਾਸਤੇ ਵੀ ਕੋਈ ਦੱਸ ਸਕਦੇ ਨੇ ਵੀ ਮੈਂ ਕੀ ਕਰ ਸਕਦੀ ਅੱਗੇ? ਉਹਨਾਂ ਦਾ ਸਾਰਾ ਕੁਝ ਕਲੀਅਰ ਹੋਇਆ ਆ, ਮੈਡੀਕਲ ਇਹਨਾਂ ਦਾ ਐਕਸਪਾਇਰ ਹੋ ਚੁੱਕਿਆ ਸੀ, ਉਹਨਾਂ ਨਾਲ ਦੁਬਾਰੇ ਮੈਡੀਕਲ ਹੋ ਚੁੱਕਿਆ ਵਾ, ਤੇ ਉਹਨਾਂ ਲਈ ਪੁੱਛਣਾ ਸੀ ਅੱਗੇ ਮੈਂ ਕੀ ਕਰ ਸਕਦੀ ਹਾਂ, ਉਹਨਾਂ ਨੂੰ ਬੁਲਾਉਣਾ ਚਾਹੁੰਦੀ ਹਾਂ ਆਪਣੇ ਕੋਲ। ਜੀ ਖੈਰਾ ਜੀ, ਆਪਾਂ ਕੁਝ ਪੁੱਛਣਾ ਚਾਹੁੰਦੇ ਹਾਂ? ਟੀਵੀ ਸਕਰੀਨ ਤੇ ਆਨਸਰ ਦਈਏ? ਆਨਸਰ ਦੇ ਸਕਦੇ ਜੀ ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੀ ਸਰ, ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ, ਹੈਲੋ, ਹੈਲੋ ਜੀ, ਸ਼ਾਇਦ ਸਾਡਾ ਉਹਨਾਂ ਨਾਲ ਫੋਨ ਡਿਸਕਨੈਕਟ ਹੋ ਗਿਆ। ਮੈਂ ਆਪਣੇ ਦਰਸ਼ਕ ਨੂੰ ਕਹਾਂਗੀ ਇੱਕ ਵਾਰ ਫਿਰ ਤੋਂ ਤੁਸੀਂ ਸਾਨੂੰ ਦੁਬਾਰਾ ਕਾਲ ਕਰ ਸਕਦੇ ਹੋ। ਸਰ, ਜੇ ਆਪਾਂ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰੀਏ ਤਾਂ ਇਸ ਵਕਤ ਜੋ ਸਭ ਤੋਂ ਪਹਿਲਾਂ ਕਾਲ ਸੀ ਆਇਲਸ ਸੈਂਟਰ ਦੇ ਬਾਰੇ ਉਹ ਜਾਣਨਾ ਚਾਹੁੰਦੇ ਸਨ। ਹਾਂਜੀ, ਉਹ ਸੂਨ ਜਾਣਗੇ। ਆਪਾਂ ਸ਼ੋਅ ਤੋਂ ਪਹਿਲਾਂ ਵੀ ਡਿਸਕਸ਼ਨ ਕਰ ਰਹੇ ਸੀਗੇ। ਛੇਤੀ ਜਾਣਕਾਰੀ ਮਿਲ ਜੂਗੀ, ਉਹ ਖੁੱਲਣੇ ਸ਼ੁਰੂ ਹੋ ਜਾਣੇ ਆ ਜੀ। ਜੀ ਬਿਲਕੁਲ। ਇਸ ਤੋਂ ਬਾਅਦ ਸੀ ਮੌਂਟਰੀਅਲ ਤੋਂ, ਜਿਨ੍ਹਾਂ ਨੇ ਰਿਫਿਊਜੀ ਕਲੇਮ ਕੀਤਾ ਹੋਇਆ ਸੀ, ਆਪਣੇ ਬੇਟੇ ਤੇ ਡੈਡੀ ਨੂੰ ਬੁਲਾਉਣਾ ਚਾਹੁੰਦੇ ਨੇ। ਜੀ, ਸੋ ਇਹ 'ਚ ਕਾਫੀ ਕੰਪਲਿਕੇਸ਼ਨਸ ਹੈਗੀਆਂ ਨੇ, ਜਿਵੇਂ ਮੈਂ ਸਵਾਲ ਦੇ ਦੌਰਾਨ ਵੀ ਕਮੈਂਟ ਕੀਤਾ ਸੀਗਾ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਕਿ ਹਾਲੇ ਉਹ ਪਰਮਨੈਂਟ ਰੈਜ਼ੀਡੈਂਟ ਨਹੀਂ ਹੋਏ ਹੈਗੇ ਆ। ਸੋ ਜੇ ਉਹ ਪਰਮਨੈਂਟ ਰੈਜ਼ੀਡੈਂਟ ਨਹੀਂ ਹੋਏ ਹੈਗੇ, ਟੈਕਨੀਕਲੀ ਉਹ ਸਪਾਂਸਰਸ਼ਿਪ ਐਪਲੀਕੇਸ਼ਨ ਨਹੀਂ ਕਰ ਸਕਦੇ ਜਦੋਂ ਤੱਕ ਉਹ ਪਰਮਨੈਂਟ ਰੈਜ਼ੀਡੈਂਟ ਨਹੀਂ ਹੋ ਜਾਂਦੇ। ਤੇ ਦੂਜਾ, ਉਹਨਾਂ ਨੇ ਆਪਣੇ ਫਾਦਰ ਦੀ ਗੱਲ ਕੀਤੀ ਸੀਗੀ। ਫਾਦਰ ਨੂੰ ਵੀ ਸੁਪਰ ਵੀਜ਼ਾ ਉਦੋਂ ਹੀ ਕਰ ਸਕਦੇ ਆ ਜਦੋਂ ਉਹ ਪਰਮਨੈਂਟ ਰੈਜ਼ੀਡੈਂਟ ਹੋ ਜਾਣਗੇ ਜੀ। ਤੇ ਦੂਜੀ ਜਿਹੜਾ ਕੰਪਲਿਕੇਸ਼ਨ ਇਹ 'ਚ ਹੈਗਾ ਕਿ ਜਿਹੜਾ ਇੱਕ ਨੂੰ ਕੌਨਕਰੰਟ ਪ੍ਰੋਸੈਸਿੰਗ ਕਿਹਾ ਜਾਂਦਾ, ਇੱਕ ਨੂੰ ਆਫਟਰਮੈਥ ਕਿਹਾ ਜਾਂਦਾ ਹੈ। ਜਦੋਂ ਤੁਸੀਂ ਪਰਮਨੈਂਟ ਰੈਜ਼ੀਡੈਂਟ ਹੋ ਗਏ ਉਸ ਤੋਂ ਬਾਅਦ ਤੁਸੀਂ ਕਰ ਸਕਦੇ ਹੈਗੇ ਹੋ। ਸੋ ਜਿਹੜੀ ਕੌਨਕਰੰਟ ਐਪਲੀਕੇਸ਼ਨ ਹੈ, ਜਦੋਂ ਰੈਫਿਊਜੀ ਬੋਰਡ ਹੈ ਜਿਹੜਾ ਤੁਹਾਨੂੰ ਪ੍ਰੋਟੈਕਟਡ ਪਰਸਨ ਦਾ ਸਟੇਟਸ ਦੇ ਦਿੰਦਾ, ਜਿਹਨੂੰ ਆਮ ਤੌਰ ਤੇ ਕਿਹਾ ਜਾਂਦਾ ਕਿ ਰਿਫਿਊਜੀ ਕੇਸ ਆ ਮਨਜ਼ੂਰ ਹੋ ਗਿਆ, ਉਸ ਤੋਂ ਬਾਅਦ ਤੁਸੀਂ ਪਰਮਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਕਰਨੀ ਹੈਗੀ ਆ ਪਰਮਨੈਂਟ ਰੈਜ਼ੀਡੈਂਟ ਬਣਨ ਲਈ। ਉਹ ਵਿਦਨ ਕੈਨੇਡਾ ਐਪਲੀਕੇਸ਼ਨ ਹੁੰਦੀ ਹੈ। ਉਹਦੇ 'ਚ ਜਿਹੜਾ ਕੌਨਕਰੰਟ ਐਪਲੀਕੇਸ਼ਨ ਉਹ ਹੈਗਾ ਕਿ ਜਿਹੜੇ ਤੁਹਾਡੇ ਡਿਪੈਂਡੈਂਟਸ ਨੇ, ਤੁਹਾਡਾ ਸਪਾਊਸ ਹੈ, ਤੁਹਾਡੇ ਬੱਚੇ ਨੇ ਜਿਹੜੇ 22 ਸਾਲ ਤੋਂ ਛੋਟੇ ਨੇ, ਤੁਸੀਂ ਉਹਨਾਂ ਦੀ ਅਰਜ਼ੀ ਨਾਲ ਹੀ ਲਾ ਸਕਦੇ ਆ। ਤੇ ਜਦੋਂ ਤੁਸੀਂ ਪਰਮਨੈਂਟ ਰੈਜ਼ੀਡੈਂਟ ਹੋਣਾ, ਉਸੇ ਵੇਲੇ ਹੀ ਉਹਨਾਂ ਨੇ ਵੀ ਪਰਮਨੈਂਟ ਰੈਜ਼ੀਡੈਂਟ ਹੋ ਜਾਣਾ। ਦੂਜਾ ਜਿਹੜਾ ਤਰੀਕਾ ਹੁੰਦਾ ਉਹ ਹੈਗਾ ਕਿ ਤੁਸੀਂ ਪਹਿਲਾਂ ਆਪ ਪਰਮਨੈਂਟ ਰੈਜ਼ੀਡੈਂਟ ਹੋ, ਉਸ ਤੋਂ ਬਾਅਦ ਉਹਨਾਂ ਦੀ ਸਪਾਂਸਰਸ਼ਿਪ ਦੀ ਐਪਲੀਕੇਸ਼ਨ ਕਰੀ ਜਾਵੇ। ਸੋ ਇਹ ਦੋਵਾਂ 'ਚੋਂ ਇਹਨਾਂ ਨੇ ਕੀ ਕੀਤਾ ਉਹਦੀ ਆਪਾਂ ਨੂੰ ਜਾਣਕਾਰੀ ਨਹੀਂ ਹੈਗੀ ਕਿ ਇਹਨਾਂ ਨੇ ਨਾਲ ਹੀ ਲਾਇਆ ਜਾਂ ਉਹਨਾਂ ਨੇ ਬਾਅਦ 'ਚੋਂ ਲਾਇਆ। ਤੇ ਦੂਜਾ, ਜਿਹੜੀ ਸਪਾਂਸਰਸ਼ਿਪ ਆ ਉਹ ਬਾਅਦ 'ਚ ਹੋ ਸਕਦੀ ਹੈ। ਜੇ ਉਹ ਵਿਜ਼ਿਟ ਲਈ ਆਉਣਾ ਚਾਹੁੰਦੇ ਆ ਜੀ, ਤਾਂ ਫਿਰ ਉਹਨਾਂ ਨੂੰ ਵਿਜ਼ਿਟ ਐਪਲੀਕੇਸ਼ਨ ਹੈ ਜਿਹੜੀ ਉਹ ਅਪਲਾਈ ਕਰਨੀ ਪੈਣੀ ਹੈ। ਉਹ ਇੱਕ ਵੱਖਰਾ ਕ੍ਰਾਈਟੇਰੀਆ। ਤੇ ਨਾਲ ਇਹਨਾਂ ਦਾ ਸਪਲੀਮੈਂਟਰੀ ਕੁਐਸਚਨ ਸੀ ਕਿ ਉਹਨਾਂ ਦਾ ਪਾਸਪੋਰਟ ਹੈ ਜਿਹੜਾ ਐਕਸਪਾਇਰ ਹੋ ਰਿਹਾ ਤੇ ਤਾਂ ਇੱਥੇ ਹੈਗੇ ਨੇ, ਤੇ ਚਾਈਲਡ ਦਾ ਪਾਸਪੋਰਟ ਕਿਵੇਂ ਬਣ ਸਕਦਾ ਹੈਗਾ ਜੀ।
ਉਹਦੇ ਲਈ ਉਹ ਪਾਵਰ ਟਰਨੀ ਹੈ ਜਿਹੜਾ ਕਿਸੇ ਹੋਰ ਨੂੰ ਦੇ ਸਕਦੇ ਨੇ, ਜਾਂ ਜੇ ਇਹਨਾਂ ਨੇ ਪਹਿਲਾਂ ਦੱਸਿਆ ਸੀ ਕਿ ਇਹਨਾਂ ਦੇ ਫਾਦਰ ਜਿਹੜੇ ਉਹ ਇੰਡੀਆ ਦੇ ਵਿੱਚ ਹੈਗੇ ਨੇ, ਉਹ ਚਾਈਲਡ ਉੱਥੇ ਹੈ, ਉਹ ਟੈਕਨੀਕਲੀ ਉਹਦਾ ਗ੍ਰੈਂਡ ਪੈਰੈਂਟ ਹੈਗਾ, ਜਾਂ ਉਹਨੂੰ ਗਾਰਡੀਅਨਸ਼ਿਪ ਹੈ ਜਿਹੜੀ ਉਸ ਬੱਚੇ ਦੀ, ਉਸ ਨੂੰ ਗ੍ਰੈਂਡ ਪੈਰੈਂਟ ਨੂੰ ਦਿੱਤੀ ਜਾ ਸਕਦੀ ਹੈ, ਤੇ ਉਹ ਤੋਂ ਬਾਅਦ ਉਹਦਾ ਅੱਗੇ ਪਾਸਪੋਰਟ ਬਣ ਸਕਦਾ ਹੈਗਾ। ਸੋ ਕਿਉਂਕਿ ਪ੍ਰਾਈਵੇਸੀ ਕੰਸਰਨਸ ਹੁੰਦੀਆਂ ਹੈਗੀਆਂ ਨੇ, ਤਾਂ ਇਸ ਲਈ ਮੈਂ ਬਹੁਤੇ ਜਿਹੜੇ ਸਵਾਲ ਨੇ ਉਹ ਨਹੀਂ ਟੀਵੀ ਤੇ ਕਈ ਵਾਰੀ ਪੁੱਛ ਸਕਦਾ, ਕਿਉਂਕਿ ਉਹਦੇ ਨਾਲ ਕਈ ਵਾਰੀ ਕਲਾਇੰਟ ਦੀ ਜਿਹੜੀ ਆਈਡੈਂਟਿਟੀ ਹੈ ਨਾ, ਉਹ ਡਿਸਕਲੋਜ਼ ਹੋਣ ਦਾ ਡਰ ਹੈ ਜਿਹੜਾ ਉਹ ਰਹਿੰਦਾ ਹੈਗਾ। ਸੋ ਇਸੇ ਕਰਕੇ ਹੀ ਮੇਰੀ ਇੱਛਾ ਹੁੰਦੀ ਹੈ ਕਿ ਮੈਂ ਜੈਨਰਿਕ ਤੌਰ ਤੇ, ਜਨਰਲ ਤੌਰ ਤੇ ਸਵਾਲ ਦਾ ਜਵਾਬ ਦੇਵਾਂ, ਤਾਂ ਕਿ ਉਹ ਡਿਸਕਲੋਜ਼ ਨਾ ਹੋ ਜਾਏ, ਕਿਉਂਕਿ ਜਿਹੜੀ ਕੌਨਫੀਡੈਂਸ਼ੀਅਲਿਟੀ ਹੈ ਤੇ ਪ੍ਰਾਈਵੇਸੀ ਕੰਸਰਨਸ ਨੇ, ਉਹ ਸਾਡੇ ਪ੍ਰੋਫੈਸ਼ਨ ਲਈ ਅਟਮੋਸਟ ਇੰਪੋਰਟੈਂਸ ਰੱਖਦੇ ਆ ਜੀ। ਸੋ ਮੈਂ ਇਹ ਕਾਲਰ ਨੂੰ ਐਡਵਾਈਸ ਕਰੂੰਗਾ ਕਿ ਥੱਲੇ ਸਕਰੀਨ ਤੇ ਨੰਬਰ ਆ ਰਹੇ ਨੇ ਜੀ, ਉਹ ਕਾਲ ਕਰ ਲੈਣ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਜਾਂ ਸਲਾਹ ਉਹਨਾਂ ਨੂੰ ਦਿੱਤੀ ਜਾ ਸਕਦੀ ਜੀ ਹੈ। ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਚੁੱਕੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਪਲੀਜ਼ ਜ਼ਰਾ ਥੋੜਾ ਜਿਹਾ ਲਾਊਡ ਕਰੋਗੇ ਆਪਦੀ ਆਵਾਜ਼? ਹੈਲੋ, ਹਾਂਜੀ ਮੈਮ, ਮੈਂ ਲੁਧਿਆਣੇ ਤੋਂ ਬੋਲ ਰਿਹਾ ਜੀ, ਪੰਜਾਬ ਤੋਂ। ਜੀ ਸਰ। ਹਾਂਜੀ, ਮੈਂ ਪੁੱਛਣਾ ਸੀ ਐਕਚੁਅਲੀ ਮੇਰੀ ਕੀਤੀ ਹੈ ਆਇਲਸ ਜੀ। ਸੌਰੀ, ਆਈਟੀ ਕੀਤੀ ਹੈ ਮਕੈਨੀਕਲ ਡੀਜ਼ਲ। ਯਾਰ ਰਿਗਾਰਡਿੰਗ ਪੁੱਛਣਾ ਚਾਹੁੰਦਾ ਸੀਗਾ ਜੀ। ਕੀ ਪੁੱਛਣਾ ਚਾਹੁੰਦੇ ਹੋ ਸਰ ਕਿ ਕੀ ਸਕੋਪ ਹੈ ਮਕੈਨੀਕਲ ਡੀਜ਼ਲ ਦੀ? ਤੁਸੀਂ ITI ਕੀਤੀ ਹੋਈ ਹੈ ਕਿ ਕੈਨੇਡਾ ਦੇ ਵਿੱਚ ਤੁਹਾਡਾ ਕੀ ਸਕੋਪ ਹੈ PR ਬੇਸ ਤੇ? ਹਾਂਜੀ ਹਾਂਜੀ। ਜੀ ਗੁਰਪ੍ਰੀਤ ਜੀ, ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਨਹੀਂ ਜੀ, ਆਪਾਂ ਸਕਰੀਨ ਜੀ ਤੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬਰੰਪਟਨ ਤੋਂ ਬੋਲ ਰਿਹਾ। ਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਹਾਂ, ਮੇਰੇ ਮਦਰ ਤੇ ਫਾਦਰ ਸੁਪਰ ਵੀਜ਼ੇ ਤੇ ਇੱਥੇ ਬਰੰਪਟਨ ਚ ਆ ਜੀ। ਨੀਅਰ ਅਬਾਊਟ 6 ਮੰਥ ਪਹਿਲਾਂ ਤੋਂ। ਤੇ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ PR ਵਾਸਤੇ ਮੈਰਿਜ ਰਜਿਸਟ੍ਰੇਸ਼ਨ ਦੀ ਤੇ ਪੁਲਿਸ ਕਲੀਅਰੈਂਸ ਦੀ ਲੋੜ ਪਊਗੀ ਜੀ ਐਪਲੀਕੇਸ਼ਨ ਲਾਉਣ ਵਾਸਤੇ? ਜੀ ਖੈਰਾ ਜੀ, ਤੁਸੀਂ ਇਹਨਾਂ ਦੇ ਸਵਾਲ ਦਾ ਜਵਾਬ ਦਿਓਗੇ ਜਾਂ ਕੁਝ ਪੁੱਛਣਾ ਚਾਹੁੰਦੇ ਹੋ? ਹਾਂਜੀ, ਨਹੀਂ ਜੀ, ਬਹੁਤ ਜਨਰਲ ਸਵਾਲ ਜੀ ਹੈ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਆਪਾਂ ਪਹਿਲਾਂ ਉਹਨਾਂ ਦਾ ਸਵਾਲ ਦਾ ਜਵਾਬ ਦੇ ਦਈਏ। ਪਹਿਲਾਂ ਇਕੱਠੀਆਂ ਇਨਕੁਆਇਰੀਜ਼ ਹੀ ਲੈ ਲੈਂਦੇ ਹਾਂ, ਫਿਰ ਸਾਰਿਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹਾਂ। ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਮੌਂਟਰੀਅਲ ਤੋਂ ਬੋਲ ਰਿਹਾ। ਜੀ ਸਰ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਸਾਡੀ ਕੰਪਨੀ ਨੇ ਸਾਨੂੰ 25 ਤਰੀਕ ਨੂੰ ਲੈਟਰ ਦੇ ਦਿੱਤਾ ਸੀਗਾ ਤੇ ਕਿਹਾ ਸੀਗਾ ਕਿ ਹੁਣ ਤੁਹਾਨੂੰ ਜਦੋਂ ਕਾਲ ਆਏਗੀ ਉਦੋਂ ਤੁਸੀਂ ਆਉਣਾ ਜੀ। ਤੇ ਹਾਲੇ ਤੱਕ ਕੰਪਨੀ ਤੋਂ ਕਾਲ ਆਈ ਨਹੀਂ ਹੈਗੀ। ਤੇ ਮੈਂ ਪੁੱਛਣਾ ਚਾਹੁੰਦਾ ਕਿ ਬੈਨੀਫਿਟ ਜਿਹੜੇ EI ਦੇ ਸਾਨੂੰ ਮਿਲ ਰਹੇ ਨੇ ਕਦੋਂ ਤੱਕ ਮਿਲ ਸਕਦੇ ਨੇ? ਸਰ, ਇਹ ਤੁਸੀਂ 6 ਤੋਂ ਲੈ ਕੇ 7 ਵਜੇ ਵਾਲੇ ਲਾਈਵ ਪ੍ਰੋਗਰਾਮ 'ਚ ਕਾਲ ਕਰਿਓ। ਇਸ ਵਕਤ ਅਸੀਂ ਸਿਰਫ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਹੀ ਡਿਸਕਸ ਕਰ ਰਹੇ ਹਾਂ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਥੈਂਕ ਯੂ ਸੋ ਮਚ ਸਰ। ਜੀ ਸਰ, ਅਸੀਂ ਗੱਲ ਕਰ ਰਹੇ ਸੀ ਪਹਿਲਾਂ, ਇਸ ਤੋਂ ਪਹਿਲਾਂ ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਮੈਮ? ਸਾਡੀ ਜੀ, ਹਾਂਜੀ ਬਿੰਨੀ ਢੱਡ ਤੋਂ ਜੀ। ਸਾਡੇ 18 ਮਹੀਨੇ ਪੂਰੇ ਹੋ ਗਏ। ਜੀ ਮੈਮ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? PR ਲਗਾਈ, ਸਾਡੀ PR ਕਦੋਂ ਤੱਕ ਆਏਗੀ? ਪੂਰਾ ਟਾਈਮ ਹੋ ਗਿਆ ਹੈ ਜੀ। PR ਲਗਾਏ ਨੂੰ 18 ਮੰਥ ਤੁਹਾਡੇ ਕੰਪਲੀਟ ਹੋ ਚੁੱਕੇ ਨੇ। ਤੁਸੀਂ ਪੁੱਛ ਰਹੇ ਹੋ ਕਿ ਕਦੋਂ ਤੱਕ ਆ ਸਕਦੀ ਹੈ? ਜੀ ਖੈਰਾ ਜੀ, ਕੁਝ ਪੁੱਛਣਾ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਨਹੀਂ, ਸਕਰੀਨ ਤੇ ਆਨਸਰ ਦੇ ਤੁਸੀਂ ਸਕਦੇ ਟੀਵੀ ਹੋ। ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹੁਣ ਆਪਾਂ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰਦੇ ਹਾਂ। ਜਿਨ੍ਹਾਂ ਦਾ ਪਹਿਲਾਂ ਕਾਲ ਆਈ ਸੀ ਲੁਧਿਆਣਾ ਤੋਂ, ਕਹਿ ਰਹੇ ਨੇ ਕਿ ਉਹਨਾਂ ਨੇ ਮਕੈਨੀਕਲ ਡੀਜ਼ਲ ਦੀ ITI ਕੀਤੀ ਹੋਈ ਹੈ ਤੇ PR ਦੇ ਬਾਰੇ ਵਿੱਚ ਸਕੋਪ ਪੁੱਛਣਾ ਚਾਹੁੰਦੇ ਨੇ ਕੈਨੇਡਾ ਵਿੱਚ। ਹਾਂਜੀ, ਸੋ ਫੈਡਰਲ ਸਕਿੱਲ ਟ੍ਰੇਡ 'ਚ ਅਪਲਾਈ ਕਰ ਸਕਦੇ ਨੇ ਜੀ। ਉਹਦੀਆਂ ਰਿਕੁਆਇਰਮੈਂਟਸ ਸਭ ਤੋਂ ਪਹਿਲੀਆਂ ਹੈਗੀਆਂ ਕਿ ਗ੍ਰੇਡ 12 ਕੀਤਾ ਹੋਣਾ ਚਾਹੀਦਾ ਉਹਨਾਂ ਨੇ। ਇਹਦੇ ਨਾਲ 1 ਸਾਲ ਦਾ ਜਿਹੜਾ ਟ੍ਰੇਡ ਸਰਟੀਫਿਕੇਸ਼ਨ ਹੈ ਉਹ ਕੀਤਾ ਹੋਣਾ ਚਾਹੀਦਾ। ਸੋ ਜੇ ਉਹਨਾਂ ਨੇ ਡੀਜ਼ਲ ਮਕੈਨਿਕ ਦਾ ਜਿਹੜਾ ਪੜ੍ਹਾਈ ਹੈਗੀ ਉਹ 1 ਸਾਲ ਦੀ ਮਿਨੀਮਮ ਕੀਤੀ ਹੈ ਤਾਂ ਉਹ ਪੜ੍ਹਾਈ ਦੇ ਤੌਰ ਤੇ ਐਲੀਜੀਬਲ ਹੈਗੇ ਨੇ। ਇਹਦੇ ਨਾਲ 5 ਪੈਂਟ ਉਹਨਾਂ ਦੇ ਅੰਗਰੇਜ਼ੀ 'ਚ ਹੋਣੇ ਚਾਹੀਦੇ ਨੇ ਤੇ 2 ਸਾਲ ਦਾ ਘੱਟੋ ਘੱਟ ਐਕਸਪੀਰੀਅੰਸ ਹੋਣਾ ਚਾਹੀਦਾ। ਤੇ ਇਹਦੇ ਨਾਲ ਉਹਨਾਂ ਨੂੰ ਕੈਨੇਡਾ ਦੇ ਵਿੱਚੋਂ ਜੌਬ ਆਫਰ ਵੀ ਚਾਹੀਦਾ ਹੈਗਾ, ਜਿਹੜਾ ਇੰਪਲੋਇਰ ਉਹਨਾਂ ਨੂੰ ਅੱਗੇ ਹਾਇਰ ਕਰਨ ਨੂੰ ਤਿਆਰ ਹੋਵੇ। ਤੇ ਜਾਂ ਉਹਨਾਂ ਕੋਲੇ ਜੇ ਜੌਬ ਆਫਰ ਨਹੀਂ ਹੈਗਾ ਤਾਂ ਟ੍ਰੇਡ ਸਰਟੀਫਿਕੇਸ਼ਨ ਕੈਨੇਡਾ ਦਾ ਹੋਣਾ ਚਾਹੀਦਾ। ਸੋ ਜੇ ਇਹ ਚੀਜ਼ਾਂ ਹੈਗੀਆਂ ਨੇ, ਹਾਂਜੀ, ਉਹ ਅਪਲਾਈ ਕਰ ਸਕਦੇ ਹੈਗੇ ਨੇ। ਜੇ ਐਕਸਪੀਰੀਅੰਸ ਨਹੀਂ ਹੈਗਾ ਤਾਂ ਪਹਿਲਾਂ ਐਕਸਪੀਰੀਅੰਸ ਪੂਰਾ ਕਰਨ, ਉਸ ਤੋਂ ਬਾਅਦ ਉਹ ਐਲੀਜੀਬਲ ਹੋ ਸਕਣਗੇ ਜੀ ਬਿਲਕੁਲ। ਇਸ ਤੋਂ ਬਾਅਦ ਬਰੈਂਪਟਨ ਤੋਂ ਕਾਲ ਆਈ ਸੀ, ਜਿਨ੍ਹਾਂ ਨੇ ਸੁਪਰ ਵੀਜ਼ਾ ਤੇ ਇੱਥੇ ਆਏ ਹੋਏ ਨੇ। 6 ਮੰਥ ਹੋ ਚੁੱਕੇ ਨੇ। PR ਵਾਸਤੇ ਪੁੱਛ ਰਹੇ ਸਨ ਕਿ ਜੇ ਅਪਲਾਈ ਕਰਨਾ ਹੋਵੇ ਤਾਂ ਕੀ ਮੈਰਿਜ ਰਜਿਸਟ੍ਰੇਸ਼ਨ ਤੇ PC ਜ਼ਰੂਰੀ ਹੈ? ਜਿਹੜਾ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਹੈਗਾ, ਤਰਨ ਹੁਣ
ਆਬਵੀਅਸ ਪੈਰੈਂਟਸ ਨੇ ਜਿਹੜੇ 올ਡ ਹੋਣਗੇ ਜੀ, ਜੀ ਸ਼ਾਇਦ ਉਸ ਸਮੇਂ ਉਹਨਾਂ ਨੇ ਵਿਆਹ ਨੂੰ ਰਜਿਸਟਰ ਹੈ ਜਿਹੜਾ ਉਹ ਨਹੀਂ ਨਹੀਂ ਕਰਵਾਇਆ। ਕੀਤਾ ਹੋਊਗਾ। ਸੋ ਜੇ ਰਜਿਸਟਰ ਨਹੀਂ ਕੀਤਾ ਤਾਂ ਉਹ ਸੈਕਸ਼ਨ 178 ਦੇ ਵਿੱਚ ਇਨ ਲਿeu ਇੱਕ ਐਫੀਡੇਵਿਟ ਪ੍ਰੋਵਾਈਡ ਕਰ ਸਕਦੇ ਨੇ। ਸੋ ਉਹਨਾਂ ਨੂੰ ਕੋਈ ਦੁਬਾਰੇ ਤੋਂ ਮੈਰਿਜ ਰਜਿਸਟ੍ਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਹੈ। ਨਹੀਂ ਹੋਊਗੀ। ਇਹ ਸਾਰੇ ਹੈਸਲ ਚੋਂ ਲੰਘਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਹੈ। ਤੇ ਜਿਹੜਾ ਪੁਲਿਸ ਕਲੀਅਰੈਂਸ ਉਹਨਾਂ ਦਾ ਸਰਟੀਫਿਕੇਟ ਹਾਂਜੀ, ਸੋ ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੈਗਾ ਉਹਨੂੰ ਇੰਡੀਆ ਤੋਂ, ਜੋ ਕੈਨੇਡਾ 'ਚ ਪ੍ਰੈਜ਼ੈਂਟ ਨੇ, ਇੰਡੀਆ 'ਚੋਂ ਲੈਣ ਦੀ ਜ਼ਰੂਰਤ ਨਹੀਂ ਹੈਗੀ। ਜਿਹੜਾ ਕੈਨੇਡਾ ਇੰਡੀਆ ਦਾ ਹਾਈ ਕਮਿਸ਼ਨ ਹੈਗਾ, ਇੰਡੀਆ ਦੀ ਐਮਬੈਸੀ ਹੈ ਕੈਨੇਡਾ ਦੇ ਵਿੱਚੋਂ, ਉਹਨਾਂ ਨੇ ਉਹਨੂੰ ਸਰਟੀਫਿਕੇਟ ਨੂੰ ਪ੍ਰੋਵਾਈਡ ਕਰਨਾ। ਸੋ ਉਹਨਾਂ ਨੇ ਇੰਡੀਆ ਤੋਂ ਇਸ ਵੇਲੇ ਜੋ ਕੈਨੇਡਾ 'ਚ ਪ੍ਰੈਜ਼ੈਂਟ ਨੇ ਕੋਈ ਕਾਗਜ਼ ਨਹੀਂ ਚਾਹੀਦਾ ਹੋਊਗਾ। ਮੈਂ ਇਹੋ ਜਿਹੀ ਸਿਚੁਏਸ਼ਨਸ ਵੀ ਦੇਖੀਆਂ ਹੈਗੀਆਂ ਨੇ ਜਿੱਥੇ ਕਿ ਇੰਨੇ ਬਜ਼ੁਰਗ ਹੋਣ ਦੇ ਬਾਵਜੂਦ ਉਹਨਾਂ ਨੂੰ ਦੁਬਾਰੇ ਤੋਂ ਮੈਰਿਜ ਰਜਿਸਟਰ ਕਰਾਉਣ ਦੀ ਲੋਕ ਸਲਾਹ ਜਿਹੜੀ ਦੇ ਦਿੰਦੇ ਨੇ। ਕਾਨੂੰਨ ਆਮ ਤੌਰ ਤੇ ਲੋਕਾਂ ਦੇ ਪੱਖ ਦੇ ਵਿੱਚੋਂ ਲਿਖਿਆ ਜਾਂਦਾ ਜੀ, ਤੇ ਲੋਕਾਂ ਨੂੰ ਤੰਗ ਕਰਨ ਲਈ ਕਾਨੂੰਨ ਨਹੀਂ ਲਿਖਿਆ ਜਾਂਦਾ। ਜਦੋਂ ਪਾਰਲੀਮੈਂਟ ਨੇ ਇਹ ਕਾਨੂੰਨ ਬਣਾਇਆ ਹੋਣਾ ਤਾਂ ਉਹਨਾਂ ਦਾ ਇਹ ਵਿਚਾਰ ਹੋਣਾ ਉਹਨਾਂ ਦੇ ਦਿਮਾਗ 'ਚ ਕਿ ਇਹੋ ਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਕੋਲੇ ਇਹ ਸਰਟੀਫਿਕੇਟ ਨਹੀਂ ਹੋਊਗਾ। ਸੋ ਉਹਨਾਂ ਲਈ ਹੀ ਸੈਕਸ਼ਨ 178 ਬਣਿਆ ਹੈ। ਸੋ ਜੇ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈਗਾ ਤਾਂ ਉਹਦੇ ਇਨ ਲਿeu ਤੁਸੀਂ ਐਫੀਡੇਵਿਟ ਪ੍ਰੋਵਾਈਡ ਕਰ ਸਕਦੇ ਹੋ ਅੰਡਰ ਸੈਕਸ਼ਨ 178। ਤੇ ਦੂਜਾ, ਪੁਲਿਸ ਕਲੀਅਰੈਂਸ ਲੈਣ ਲਈ ਉਹਨਾਂ ਨੂੰ ਇੰਡੀਆ ਜਾਣ ਦੀ ਕੋਈ ਜ਼ਰੂਰਤ ਨਹੀਂ ਹੋ। ਜੀ ਬਿਲਕੁਲ। ਇਸ ਤੋਂ ਬਾਅਦ ਵਿਨੀਪੈਗ ਤੋਂ ਕਾਲ ਆਈ ਸੀ, ਉਹਨਾਂ ਦਾ ਕਹਿਣਾ ਸੀ ਕਿ ਪੀਆਰ ਦੀ ਉਹਨਾਂ ਨੇ ਫਾਈਲ ਲਗਾਈ ਹੋਈ ਆ, 18 ਮੰਥਸ ਹੋ ਚੁੱਕੇ ਨੇ, ਤੇ ਕਦੋਂ ਤੱਕ ਉਹਨਾਂ ਦੇ ਚਾਂਸਸ ਹੈਗੇ ਆਉਣ ਦੇ? ਤਰਨ, ਇਹ ਜਿਹੜਾ ਹੈਗਾ ਬਹੁਤ ਵੱਡਾ ਮਿਸਕਨਸੈਪਸ਼ਨ ਹੈ ਕਿ ਇੰਨਾ ਟਾਈਮ ਹੋ ਗਿਆ ਤੇ ਮੇਰਾ ਕੇਸ ਹੈ ਜਿਹੜਾ ਉਹ ਜਾਣਾ ਹੈਗਾ। ਸੋ ਇਹ ਇਮੀਗ੍ਰੇਸ਼ਨ ਕੋਈ ਸਰਵਿਸ ਨਹੀਂ ਹੈਗਾ ਜੀ, ਇਮੀਗ੍ਰੇਸ਼ਨ ਲਾਅ ਹੈਗਾ। ਇਹਦੇ 'ਚ ਦੋ ਧਿਰਾਂ ਨੇ, ਇੱਕ ਧਿਰ ਹੈਗੀ ਆ ਐਪਲੀਕੈਂਟ, ਦੂਜਾ ਧਿਰ ਹੈਗੀ ਆ ਇਮੀਗ੍ਰੇਸ਼ਨ ਮਹਿਕਮਾ। ਐਪਲੀਕੈਂਟ ਦਾ ਓਨਸ ਹੈ ਜਿਹੜਾ, ਉਹ ਜ਼ਿੰਮੇਵਾਰੀ ਹੈਗੀ ਆ, ਉਹ ਜ਼ਿੰਮੇਵਾਰੀ ਹੈਗੀ ਆ ਕਿ ਉਹਨਾਂ ਨੇ ਇਹ ਪ੍ਰੂਵ ਕਰਨਾ ਹੈ ਕਿ ਜੋ ਕਾਨੂੰਨ ਦੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਦੇ ਆ। ਤੇ ਇਮੀਗ੍ਰੇਸ਼ਨ ਮਹਿਕਮੇ ਦਾ ਇਹ ਮੈਂਡੇਟ ਹੈ ਕਿ ਉਹ ਵੀਜ਼ਾ ਤਾਂ ਦੇਣ ਜੇ ਉਹ ਬੰਦਾ ਪੂਰਾ ਕਰਦਾ ਹੈਗਾ। ਸੋ ਇਹ 'ਚ ਦੋ ਧਿਰਾਂ ਨੇ, ਇਹ ਤਾਂ ਹੈ ਨਹੀਂ ਕਿ ਇੰਨਾ ਵਕਤ ਹੋ ਗਿਆ ਤੇ ਹੁਣ ਉਹਨਾਂ ਲਈ ਫੈਸਲਾ ਕਰਨਾ ਜ਼ਰੂਰੀ ਹੋ ਜਾਊਗਾ। ਸੋ ਇਹੋ ਜਿਹਾ ਕੋਈ ਕ੍ਰਾਈਟੀਰੀਆ ਨਹੀਂ ਹੈਗਾ ਕਿ 18 ਮਹੀਨੇ ਹੋ ਗਏ ਤੇ ਹੁਣ ਉਹਨਾਂ ਨੂੰ ਵੀਜ਼ਾ ਮਿਲ ਜਾਣਾ ਚਾਹੀਦਾ। ਪੈਰੈਂਟਸ ਦੇ ਕੇਸਿਸ ਨੂੰ ਇਸ ਵੇਲੇ ਕਰੀਬਨ 3 ਤੋਂ 4 ਸਾਲ ਦਾ ਸਮਾਂ ਲੱਗ ਰਿਹਾ ਜੀ। ਸੋ 18 ਮਹੀਨੇ ਤਾਂ ਹਾਲੇ ਉਹ ਕਾਫੀ ਦੂਰ ਹੈਗੇ ਨੇ। ਤੇ ਦੂਜਾ, ਆਪਾਂ ਇੱਕ ਪਹਿਲਾਂ ਵੀ ਕਾਲਰ ਦਾ ਸਵਾਲ ਆਇਆ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ 2 ਸਾਲ ਹੋ ਗਏ ਮੇਰੇ ਵਿਆਹ ਦਾ ਕੇਸ ਲੱਗੇ ਨੂੰ, ਮੇਰੇ ਛੋਟੇ ਬੱਚੇ ਹੈਗੇ ਆ ਜੀ, ਤੇ ਮੈਡੀਕਲ ਹੋ ਗਿਆ ਤੇ ਹੁਣ ਦੁਬਾਰੇ ਵੀ ਕਰਾ ਲਿਆ, ਤੇ ਉਹ ਕਿਵੇਂ ਕਰ ਸਕਦੇ ਆ ਜੀ। ਸੋ ਜਿਹੜੇ ਵਿਆਹ ਦੇ ਕੇਸ ਹੈਗੇ ਆ ਤਰਨ, ਉਹਦੇ ਵਿੱਚੋਂ ਇਹ ਜ਼ਰੂਰੀ ਨਹੀਂ ਕਿ ਉਹ 1 ਸਾਲ ਜਾਂ 2 ਸਾਲ 'ਚ ਹੋਣ। ਉਹ ਜਿਵੇਂ ਹੁਣ ਆਪਾਂ ਮੈਂਡੇਟ ਦੀ ਗੱਲ ਕਰ ਰਹੇ ਸੀਗੇ ਕਿ ਜੇ ਉਹ ਇੰਨਾ ਵਕਤ ਹੋ ਗਿਆ ਤਾਂ ਕਿਤੇ ਨਾ ਕਿਤੇ ਉਹ ਕੇਸ ਦੇ ਵਿੱਚੋਂ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈਗੀ ਹੈ। ਮੋਰ ਦੈਨ ਲਾਈਕਲੀ ਹੈ ਕਿ ਉਹ 'ਚ ਕੋਈ ਨਾ ਕੋਈ ਇਨਵੈਸਟੀਗੇਸ਼ਨ ਹੈ ਜਿਹੜਾ ਉਹ ਚੱਲ ਰਿਹਾ ਹੈਗਾ। ਸ਼ਾਇਦ ਉਹਨਾਂ ਦੇ ਪਿਛਲੇ ਵਿਆਹ ਨੂੰ ਲੈ ਕੇ, ਉਹਨਾਂ ਦੇ ਕੈਨੇਡਾ ਦੇ ਆਉਣ ਨੂੰ ਲੈ ਕੇ, ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ ਕੋਈ ਨਾ ਕੋਈ ਇਨਵੈਸਟੀਗੇਸ਼ਨ ਚੱਲ ਰਿਹਾ ਜਿਹਦੇ ਕਰਕੇ ਇਹ ਕੇਸ ਇੰਨਾ ਡਿਲੇ ਹੋ ਰਿਹਾ ਹੈਗਾ। ਤੇ ਦੂਜਾ, ਜਿਹੜਾ ਸੈਕਸ਼ਨ 22 ਹੈਗਾ, ਉਹ ਕਹਿੰਦਾ ਹੈਗਾ ਡਿਊਲ ਇੰਟੈਂਟ। ਸੋ ਡਿਊਲ ਇੰਟੈਂਟ ਦਾ ਮਤਲਬ ਹੈ ਕਿ ਇੱਕ ਇੰਡੀਵਿਜੂਅਲ ਦੇ 2 ਮਕਸਦ ਜਾਂ ਮਨਸੂਬੇ ਹੋਣ। ਹੁਣ ਜੇ ਉਹ ਉਹਨੂੰ ਵਿਜ਼ਿਟਰ ਵੀਜ਼ਾ ਦੇ ਤੌਰ ਤੇ ਬੁਲਾਉਣਗੇ ਤੇ ਵਿਜ਼ਿਟਰ ਵੀਜ਼ਾ ਦੀ ਸੈਕਸ਼ਨ 179 ਦੇ ਵਿੱਚ ਰਿਕੁਆਇਰਮੈਂਟ ਹੈ ਕਿ ਵਿਜ਼ਿਟਰ ਵੀਜ਼ਾ ਤਾਂ ਦਿੱਤਾ ਜਾਵੇ ਜੇ ਬੰਦਾ ਵਾਪਸ ਜਾਊਗਾ। ਤੇ ਦੂਜੇ ਪਾਸੇ ਉਹ ਪਰਮਨੈਂਟ ਰੈਜ਼ੀਡੈਂਸ ਦੀ ਐਪਲੀਕੇਸ਼ਨ ਲਾ ਕੇ ਬੈਠੇ ਆ ਜਿੱਥੇ ਉਹਨਾਂ ਦਾ ਇਹ ਪੱਕਾ ਇਰਾਦਾ ਹੈ ਕਿ ਉਹਨਾਂ ਨੇ ਆ ਕੇ ਆਪਣੀ ਵਾਈਫ ਤੇ ਬੱਚਿਆਂ ਨਾਲ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਰਹਿਣਾ। ਹੁਣ ਜੋ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਲਾਉਣਗੇ ਤਾਂ ਉੱਥੇ ਇਰਾਦਾ ਇਹ ਦਿਖਾ ਰਹੇ ਨੇ ਕਿ ਮੈਂ ਆ ਕੇ ਵਾਪਸ ਚਲੇ ਜਾਊਂਗਾ। ਸੋ ਦੋਵਾਂ ਚੋਂ ਕਿਹੜਾ ਇਰਾਦਾ ਸਹੀ ਹੈਗਾ ਜਾਂ ਸੱਚਾ ਹੈਗਾ, ਇਹਦਾ ਫੈਸਲਾ ਕਰਨਾ ਬਹੁਤ ਮੁਸ਼ਕਲ ਹੈ। ਸੋ ਉਹ ਡਿਊਲ ਇੰਟੈਂਟ ਥੱਲੇ ਜਿਹੜੀ ਸੈਕਸ਼ਨ 22 ਹੈ ਉਹਦੇ 'ਚ ਉਹ ਘਿਰ ਜਾਂਦੇ ਨੇ। ਪਰ ਜੇ ਇੰਨਾ ਦੇਰੀ ਹੋ ਰਹੀ ਹੈ, ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਇੰਨੀ ਦੇਰੀ ਕਿਉਂ ਹੋ ਰਹੀ ਹੈਗੀ ਹੈ। ਉਹ ਦੇਰੀ ਜਾਣਨ ਨੂੰ ਆਪਣੇ ਕੋਲ ਕਾਨੂੰਨੀ ਹੱਕ ਹੈ ਜਿਹਨੂੰ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਕਿਹਾ ਜਾਂਦਾ ਹੈ। ਉਹਦੇ ਥੱਲੇ ਪਟੀਸ਼ਨ ਕੀਤੀ ਜਾ ਸਕਦੀ ਹੈ। ਉਹ ਤੋਂ ਬਾਅਦ ਪੂਰੀ ਫਾਈਲ ਦੀ ਕਾਪੀ ਮਿਲ ਜੂਗੀ ਜੀ। ਫਿਰ ਪਤਾ ਚੱਲਣਾ ਹੈਗਾ ਕਿ ਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹਦੇ 'ਚ ਕਿਵੇਂ ਪਾਰਟਿਸਿਪੇਟ ਕੀਤਾ ਜਾ ਸਕਦਾ ਹੈ ਤੇ ਕਿਵੇਂ ਉਹਨੂੰ ਹੱਲ ਵੱਲ ਨੂੰ ਮੋੜਿਆ ਜਾਵੇ। ਕਿਉਂਕਿ ਮੈਂ ਕਈ ਕੇਸਿਸ ਦੇ ਵਿੱਚ ਦੇਖਿਆ 4 ਸਾਲ 5 ਸਾਲ ਵੀ ਕਈ ਵਾਰੀ ਲੱਗ ਜਾਂਦੇ ਆ ਜਿੱਥੇ ਉਹਨਾਂ ਨੂੰ ਸਹੀ ਸਲਾਹ ਨਹੀਂ ਮਿਲਦੀ। ਅਕਸਰ ਲੋਕ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਆਪਦੇ MP ਤੋਂ ਜਾ ਕੇ ਤੁਸੀਂ ਲੈਟਰ ਲਗਵਾ ਲਓ। ਬਿਲਕੁਲ ਬਿਲਕੁਲ। ਹਾਂਜੀ, ਉਹਦਾ ਕੋਈ ਵੀ ਮਕਸਦ ਨਹੀਂ ਹੈਗਾ ਉਹ ਲੈਟਰ ਦਾ, ਕਿਉਂਕਿ MP ਕਦੇ ਵੀ ਕਾਨੂੰਨ ਦੇ ਮਾਮਲੇ ਨੂੰ ਇਨਫਲੂਐਂਸ ਨਹੀਂ ਕਰ ਸਕਦਾ ਹੈਗਾ। MP ਇਹ ਤਾਂ ਨਹੀਂ ਕਹਿ ਸਕਦਾ ਨਾ ਕਿ ਇਹਨੂੰ ਵੀਜ਼ਾ ਦੇ ਦਿਓ। MP ਤਾਂ ਇਹ ਕਹਿ ਸਕਦਾ ਹੈਗਾ
ਤੇ ਉਹ ਦੱਸ ਦੇਣਗੇ ਜੀ ਕੇਸ ਇਨ ਪ੍ਰੋਸੈਸ ਹੈਗਾ। ਸੋ ਕੇਸ ਇਨ ਪ੍ਰੋਸੈਸ ਦਾ ਤਾਂ ਐਪਲੀਕੈਂਟ ਨੂੰ ਵੀ ਖੁਦ ਪਤਾ ਕਿ ਕੇਸ ਇਨ ਪ੍ਰੋਸੈਸ ਹੈ ਨਾ, ਉਹਦਾ ਕੇਸ ਚੱਲ ਰਿਹਾ ਤਾਂ ਉਹਨੂੰ ਵੀ ਪਤਾ। ਜੀ ਸੋ MP ਦਾ ਕੋਈ ਵੀ ਰੋਲ ਨਹੀਂ ਹੁੰਦਾ। ਆਪਾਂ ਨੂੰ ਆਪਣੇ ਕਾਨੂੰਨੀ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਹੀ ਇਹ ਮਾਮਲੇ ਦਾ ਹੱਲ ਹੈ। ਬਿਲਕੁਲ ਜੀ। ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਚੁੱਕੇ ਨੇ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਹੈਲੋ। ਮੁਆਫੀ ਚਾਹਾਂਗੇ ਜੀ ਤੁਹਾਨੂੰ ਜ਼ਿਆਦਾ ਸਮੇਂ ਤੱਕ ਸਤਿ ਸ਼੍ਰੀ ਵੇਟ ਅਕਾਲ। ਕਰਵਾਈ। ਸਤਿ ਹਾਂ, ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ, ਮੈਂ ਬੋਲਦੀ ਹਾਂ ਸਪੋਰਟ ਤੋਂ ਬੋਲਦੀ ਹਾਂ। ਹਾਂਜੀ, ਦੱਸੋ ਕੀ ਪੁੱਛਣਾ ਤੁਸੀਂ? ਹਾਂ, ਮਨਜੀਤ ਦੁੱਲਾ। ਜੀ। ਮੈਂ ਨਾ, ਮੇਰਾ ਪੋਤੇ ਦਾ ਸਾਰਾ ਕੁਝ ਹੋਇਆ, ਡਾਕੂਮੈਂਟ ਲੱਗੇ ਹੋਏ ਸੀ ਤੇ 19 ਅਪ੍ਰੈਲ ਨੂੰ ਆਉਣਾ ਸੀ ਉਹਨਾਂ ਨੇ। ਹਾਂਜੀ, 19 ਅਪ੍ਰੈਲ ਨੂੰ ਸਾਰਾ ਟੈਕਟ ਹੀ ਲੈਣੀ ਸੀ। ਮੁੜ ਕੇ ਲਾਕਡਾਊਨ ਹੋ ਗਿਆ। ਮੈਨੂੰ ਸਾਰੀ ਮੈਂ ਟੀਵੀ ਕੋਲ ਬੈਠੀ, ਮੈਂ ਗੱਲਬਾਤ ਵੀ ਸੁਣਾ ਜੀ ਤੇ ਉਹ ਮੈਨੂੰ ਚਿੰਤਾ ਹੋਈ ਪਈ ਵੀ ਕਦੋਂ ਆਉਣਗੇ। ਜੀ ਬਿਲਕੁਲ। ਤੁਸੀਂ ਉਹਨਾਂ ਨੇ ਕਿਸ ਬੇਸ ਤੇ ਆਉਣਾ ਮੈਮ? ਸਟੂਡੈਂਟ ਵੀਜ਼ਾ ਤੇ ਆਉਣਾ, ਕਿਸ ਚੀਜ਼ ਤੇ ਆਉਣਾ ਹੈ ਉਹਨਾਂ ਨੇ? ਨਹੀਂ, ਉਹਨੇ ਕੀਤੀ ਵੀ ਹਾਈਲਾਈਟ ਕੀਤੀ ਸੀ ਪੁੱਤ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਸਟੂਡੈਂਟਸ ਕਿਵੇਂ ਆ ਸਕਦੇ ਨੇ? ਥੈਂਕ ਯੂ ਸੋ ਮਚ ਮੈਮ ਕਾਲ ਕਰਨ ਲਈ। ਹੈਲੋ ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਸਰ? ਹਾਂਜੀ, ਮੈਂ ਕਵਲਟਰੀ ਤੋਂ ਬੋਲ ਰਹੀ ਹਾਂ। ਜੀ। ਐਕਚੁਅਲੀ ਮੈਂ ਮੈਰਿਜ ਕੇਸ ਅਪਲਾਈ ਕੀਤਾ ਸੀਗਾ ਹਸਬੈਂਡ ਦਾ 1 ਮਈ ਨੂੰ, ਤੇ ਬਾਈ ਸਾਹਿਬ ਆਪ ਹੀ ਭੇਜੇ ਸੀ ਪੇਪਰ ਕੈਨੇਡਾ ਪੋਸਟ ਥਰੂ। ਦੈਨ ਮੈਨੂੰ ਕੋਈ ਉਹਨਾਂ ਦਾ ਕੋਈ ਰਾਈਟ ਨਾਓ ਕਨਫਰਮੇਸ਼ਨ ਨੰਬਰ ਨਹੀਂ ਆਇਆ ਹੈਗਾ ਜੀ। ਖੈਰਾ ਜੀ, ਤੁਸੀਂ ਇਹਨਾਂ ਦਾ ਜਵਾਬ ਦੋਗੇ ਜਾਂ ਕੁਝ ਪੁੱਛਣਾ ਚਾਹੁੰਦੇ ਹੋ? ਹਾਂਜੀ, ਕਾਹਦਾ ਕੇਸ ਕੀਤਾ ਸੀ ਸਰ ਜੀ? ਇਹਨਾਂ ਨੇ ਮੈਰਿਜ ਕੇਸ ਲਗਵਾਇਆ ਸੀ ਤੇ 1 ਮਈ ਨੂੰ ਫਾਈਲ ਕੀਤਾ ਸੀ। ਉਹਨਾਂ ਨੇ ਕੈਨੇਡਾ ਪੋਸਟ ਦੇ ਥਰੂ ਜਿਹੜਾ ਭੇਜਿਆ ਸੀ ਤੇ ਹਜੇ ਤੱਕ ਕੋਈ ਕਨਫਰਮੇਸ਼ਨ ਨਹੀਂ ਆਈ ਉਹਨਾਂ ਦੀ। ਇਹ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨੇ ਜੀ? ਮੈਮ ਤੁਸੀਂ PR ਜਾਂ ਫਿਰ ਸਿਟੀਜ਼ਨ ਹੋ? PR ਨੇ ਜੀ। ਹਾਂਜੀ ਜੀ ਤੁਸੀਂ ਟੀਵੀ ਸਕਰੀਨ ਸੋ ਤੇ ਸਭ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਸੋ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਚੈੱਕ ਕਰਨਾ ਚਾਹੀਦਾ ਜੀ, ਜਿਹੜੀ ਇਹਨਾਂ ਨੇ ਮੇਲ ਡਿਲੀਵਰੀ ਸਰਵਿਸ ਨੂੰ ਯੂਜ਼ ਕੀਤਾ ਕਿ ਉਹ ਮੇਲ ਡਿਲੀਵਰੀ ਉੱਥੇ ਹੋ ਚੁੱਕੀ ਹੈ ਜਾਂ ਉੱਥੇ ਨਹੀਂ ਹੋਈ ਜੀ ਹੈਗੀ ਹੈ। ਸੋ ਜੇ ਉਹ ਮੇਲ ਡਿਲੀਵਰੀ ਉੱਥੇ ਹੋ ਚੁੱਕੀ ਹੈਗੀ ਹੈ ਤਾਂ ਇਸ ਵੇਲੇ ਜਿਹੜਾ ਟਾਈਮ ਲੱਗ ਰਿਹਾ ਹੈਗਾ ਮਿਸਿਸਾਗਾ ਨੂੰ ਪ੍ਰੋਸੈਸ ਕਰਨ ਨੂੰ, ਉਹ ਕਰੀਬਨ 45 ਡੇਜ਼ ਲੱਗ ਰਿਹਾ ਹੈਗਾ। ਤੇ ਦੂਜਾ ਚੈੱਕ ਕਰ ਲੈਣ ਕਿ ਇਹਨਾਂ ਨੂੰ 45 ਡੇਜ਼ ਹੋ ਗਏ ਆ ਜਾਂ ਨਹੀਂ ਹੋ ਗਏ ਤੇ ਕਿਸ ਦਿਨ ਉਹਨੂੰ ਡਿਲੀਵਰ ਉੱਥੇ ਹੋਇਆ ਸੀਗਾ। ਸੋ ਜੇ ਉਹ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈਗਾ ਤੇ ਉਹ ਡਿਲੀਵਰ ਵੀ ਹੋ ਚੁੱਕਿਆ ਹੈਗਾ, ਤਾਂ ਫਿਰ ਅੱਗੇ ਪਰਸੂ ਕਰ ਸਕਦੇ ਆ ਜੀ ਉਹ ਮੈਟਰ ਨੂੰ। ਪਰ ਜੋ ਵਿਦਨ ਰੀਜ਼ਨੇਬਲ ਪ੍ਰੋਸੈਸਿੰਗ ਟਾਈਮ ਹੈ ਤਾਂ ਫਿਰ ਉਹਨਾਂ ਨੂੰ ਇੰਤਜ਼ਾਰ ਹੈ ਜਿਹੜਾ ਉਹ ਕਰਨਾ ਚਾਹੀਦਾ ਹੈਗਾ। ਤੇ ਦੂਜਾ ਇੱਕ ਹੋਰ ਇਹਦੇ ਨਾਲ ਮੈਂ ਐਡ ਕਰਦਾ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜੇ ਅਰਜ਼ੀ ਤੁਹਾਡੀ ਰੈਗੂਲੇਸ਼ਨ 10 ਨੂੰ ਫੁਲਫਿਲ ਨਹੀਂ ਕਰਦੀ ਸੀ। ਰੈਗੂਲੇਸ਼ਨ 10 ਦਾ ਮਤਲਬ ਹੈਗਾ ਕਿ ਜਿਹੜੀ ਅਰਜ਼ੀ ਉਹ ਫਾਰਮ ਤੇ ਕੰਟੈਂਟ ਦੇ ਵਿੱਚ ਪੂਰੀ ਹੋਣੀ ਚਾਹੀਦੀ ਹੈ। ਸੋ ਜਿੱਥੇ ਸਾਈਨ ਹੋਣੇ ਹੈ, ਜੋ ਫੀਸ ਹੈਗੀ ਆ, ਜੋ ਐਵੀਡੈਂਸ ਹੈ, ਉਹ ਸਾਰਾ ਕੁਝ ਪੂਰਾ ਹੋਊਗਾ ਤਾਂ ਹੀ ਉਹਨੂੰ ਦਾਖਲ ਹੈ ਜਿਹੜਾ ਮੰਨਿਆ ਜਾਊਗਾ। ਪਰ ਹੁਣ ਕਰੰਟ ਸਿਚੁਏਸ਼ਨ ਦੇ ਵਿੱਚੋਂ ਕਈ ਲੋਕਾਂ ਕੋਲੇ ਕਾਗਜ਼ ਨਹੀਂ ਹੁੰਦੇ ਹੈਗੇ, ਕਈ ਦਫ਼ਤਰ ਬੰਦ ਹੈਗੇ ਆ। ਸੋ ਇਹ ਛੋਟ ਦਿੱਤੀ ਗਈ ਹੈ ਕਿ ਜੇ ਅਰਜ਼ੀ ਫਾਰਮ ਤੇ ਕੰਟੈਂਟ ਦੇ ਵਿੱਚ ਪੂਰੀ ਨਹੀਂ ਹੈਗੀ ਹੈ, ਰੈਗੂਲੇਸ਼ਨ 10 ਨੂੰ ਫੁਲਫਿਲ ਨਹੀਂ ਕਰਦੀ, ਤਾਂ ਵੀ ਉਹ ਅਰਜ਼ੀ ਨੂੰ ਵਾਪਸ ਨਾ ਮੋੜਿਆ ਜਾਵੇ ਤੇ ਉਹਨੂੰ ਦਾਖਲ ਮੰਨ ਲਿਆ ਜਾਵੇ ਤੇ ਜਿਹੜਾ ਐਪਲੀਕੈਂਟ ਹੈ ਉਹਨੂੰ ਇਹ ਇਨਫੋਰਮੇਸ਼ਨ ਪਹੁੰਚਾ ਦਿੱਤੀ ਜਾਵੇ ਕਿ ਆ ਫਲਾਣੀਆਂ ਚੀਜ਼ਾਂ ਘੱਟ ਹੈਗੀਆਂ ਨੇ ਤੇ ਉਹ ਪੂਰੀਆਂ ਕਰ ਦਿੱਤੀਆਂ ਜਾਣ। ਤੇ ਇਹਦੀ ਅਰਜ਼ੀ ਨੂੰ ਇਸ ਕਰਕੇ ਰਿਫਿਊਜ਼ ਨਾ ਕੀਤਾ ਜਾਵੇ ਕਿ ਉਹਦੇ 'ਚ ਕੋਈ ਲੈਕ ਆਫ ਡਾਕੂਮੈਂਟੇਸ਼ਨ ਹੈਗਾ। ਸੋ ਇਹ ਕਾਰਨਾਂ ਕਰਕੇ ਵੀ ਕਈ ਵਾਰੀ ਡਿਲੇ ਆ ਜਾਂਦੀ ਹੈ। ਜਿੱਥੇ ਜੋ ਫਾਰਮ ਤੇ ਕੰਟੈਂਟ ਦੇ ਵਿੱਚ ਪੂਰੀ ਨਹੀਂ ਹੈਗੀ, ਫਿਰ ਉਹਨੂੰ ਸੈਕੰਡਰੀ ਰਿਵਿਊ ਲਈ ਭੇਜ ਦਿੱਤਾ ਜਾਂਦਾ। ਇੱਕ ਤਾਂ ਆਫਿਸਰ ਨੇ ਐਪਲੀਕੇਸ਼ਨ ਲਈ, ਉਹਨੇ ਸਾਰਾ ਕੁਝ ਦੇਖਿਆ, ਉਹਨੂੰ ਦਾਖਲ ਮੰਨ ਲਿਆ, ਦਾਖਲ ਮੰਨ ਕੇ ਤੇ ਐਕਨੋਲਜਮੈਂਟ ਦੀ ਚਿੱਠੀ ਭੇਜਤੀ। ਹੁਣ ਦੂਜੀ ਸਿਚੁਏਸ਼ਨ ਆ ਜਾਂਦੀ ਹੈ ਕਿ ਉਹ ਫਾਰਮ ਤੇ ਕੰਟੈਂਟ ਦੇ ਵਿੱਚ ਉਹ ਰੈਗੂਲੇਸ਼ਨ 10 ਦੇ ਵਿੱਚ ਪੂਰੀ ਨਹੀਂ, ਤਾਂ ਫਿਰ ਉਹ ਇੱਕ ਸੀਨੀਅਰ ਆਫਿਸਰ ਕੋਲੇ ਜਾਊਗੀ। ਉਹ ਸੀਨੀਅਰ ਆਫਿਸਰ ਹੈ ਜਿਹੜਾ ਉਹਦੇ 'ਚ ਉਹਨੂੰ ਰਿਵਿਊ ਕਰੂਗਾ। ਉਹ ਰਿਵਿਊ ਕਰਕੇ ਦੇਖੂਗਾ ਕਿ ਇਹ ਦਾਖਲ ਮੰਨੀ ਜਾਵੇ ਤੇ ਕਿਹੜੀਆਂ ਕਮੀਆਂ ਨੇ ਉਹ ਪੂਰੀਆਂ ਕਰ ਦਿੱਤੀਆਂ ਜਾਣ। ਤੇ ਇੱਕ ਤੀਜੀ ਸਿਚੁਏਸ਼ਨ ਹੋਰ ਵੀ ਹੋ ਸਕਦੀ ਹੈ ਤਰਨ ਇਹਦੇ ਤੇ। ਉਹਨੂੰ ਆਖਿਆ ਜਾਂਦਾ ਸੋਸ਼ਲ ਸਿਕਿਉਰਿਟੀ ਚੈੱਕ। ਸੋਸ਼ਲ ਸਿਕਿਉਰਿਟੀ ਚੈੱਕ ਹੈਗਾ ਉਹ ਖਾਸ ਕਰਕੇ ਕਈ ਵਾਰੀ ਲੋ ਇਨਕਮ ਜਿਹੜੇ ਇੰਡੀਵਿਜੂਅਲ ਹੈਗੇ ਨੇ ਉਹਨਾਂ ਦੇ ਉੱਤੇ ਲਾਗੂ ਹੁੰਦਾ। ਸੋ ਜਿਹੜੀ ਹੁਣ ਜੇ ਆਪਾਂ 2020 ਚ ਅਰਜ਼ੀ ਕਰਨੀ ਹੈ ਤਾਂ ਆਪਾਂ 2019 ਦਾ ਨੋਟਿਸ ਆਫ ਅਸੈਸਮੈਂਟ ਹੈ ਜਿਹੜਾ ਉਹ ਭੇਜਣਾ। ਜੇ ਆਪਣੀ ਇਨਕਮ ਘੱਟ ਸੀਗੀ ਤਾਂ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਨੇ ਕਿ ਆਪਾਂ ਵੈਲਫੇਅਰ ਤੇ ਤਾਂ ਨਹੀਂ ਸੀਗੇ, ਤਾਂ ਜਿਹੜਾ ਲੋਕਲ ਤੁਹਾਡਾ ਆਫਿਸ ਹੈਗਾ ਵੈਲਫੇਅਰ ਵਾਲਾ
ਉਹਨੂੰ ਚਿੱਠੀ ਲਿਖ ਦਿੰਦੇ ਨੇ ਤੇ ਅੱਜ ਕੱਲ੍ਹ ਦਫ਼ਤਰ ਕਈ ਵਾਰੀ ਬੰਦ ਹੈ, ਜੀ ਸੋ ਜਦ ਤੱਕ ਉਹਨਾਂ ਦਾ ਜਵਾਬ ਨਹੀਂ ਆਉਂਦਾ ਉਦੋਂ ਤੱਕ ਆਪਾਂ ਨੂੰ ਅਕਨੋਲਜਮੈਂਟ ਨਹੀਂ ਆਉਂਦੀ। ਜੀ ਸੋ ਕਾਫੀ ਸਾਰੇ ਸਿਨੈਰੀਓ ਨੇ ਜਿਹੜੇ ਹੋ ਸਕਦੇ ਨੇ, ਹੂੰ ਪਰ ਉਹਨਾਂ ਦੀ ਐਪਲੀਕੇਸ਼ਨ ਨੂੰ ਰਿਵਿਊ ਕਰੇ ਤੋਂ ਬਾਅਦ ਇਹ ਗੱਲ ਨੂੰ ਕਨਫਰਮ ਕੀਤਾ ਜਾ ਸਕਦਾ ਹੈ ਕਿ ਉਹਦੇ ਚ ਕੀ ਦੇਰੀ ਦੇ ਕੀ ਕਾਰਨ ਰਹੇ ਬਿਲਕੁਲ ਨੇ। ਸੋ ਜੀ ਮਨੋਹਰ ਨੂੰ ਬਿਲਕੁਲ ਜੀ ਉਹ ਕਾਲ ਕਰ ਲੈਣ ਜੀ ਸਾਡੇ ਆਫਿਸ, ਜੀ ਬਾਅਦ ਵਿਚਾਰ ਕੀਤਾ ਜਾ ਬਿਲਕੁਲ ਜੀ। ਦਰਸ਼ਕ ਇੱਕ ਹੋਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ, ਲਾਸ ਐਂਜਲਸ ਵਾਲੇ ਤੋਂ। ਜੀ ਸਰ, ਦੱਸੋ ਕੀ ਪੁੱਛਣਾ ਤੁਸੀਂ? ਮੈਡਮ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਤੇ ਜਸਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਸਰ ਅੱਜ ਤੇ ਜਿਹੜੀ ਅਸੀਂ ਇੰਨੀ ਵਧੀਆ ਕੈਨੇਡੀਅਨ information ਇਮੀਗ੍ਰੇਸ਼ਨ ਦਿੰਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ। ਜੇ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਕੁਝ ਪੁੱਛਣਾ ਤਾਂ ਅੱਜ ਪੁੱਛ ਲਵੋ। ਯੂਐਸ ਇਮੀਗ੍ਰੇਸ਼ਨ ਬਾਰੇ ਅਸੀਂ ਮੰਡੇ ਸਿਰਫ ਗੱਲ ਕਰਦੇ ਹਾਂ। ਠੀਕ ਆ ਜੀ, ਜੀ। ਮੈਂ ਬਿਲਕੁਲ। ਯੂਐਸਏ ਦੇ ਬਾਰੇ, ਇਮੀਗ੍ਰੇਸ਼ਨ ਬਾਰੇ ਗੱਲਬਾਤ ਕਰਨੀ ਸਰ ਉਹ ਸੀ। ਆਪਾਂ ਮੰਡੇ ਦਾ ਹੁੰਦਾ ਪ੍ਰੋਗਰਾਮ, ਆਪਾਂ ਮੰਡੇ ਨੂੰ ਕਾਲ ਕਰ ਸਕਦੇ ਹਾਂ। ਨੈਕਸਟ ਮੰਡੇ ਤੁਸੀਂ ਕਾਲ ਕਰ ਲਿਓ। ਥੈਂਕ ਯੂ ਸੋ ਮਚ ਹੁਣ ਕਾਲ ਕਰਨ ਲਈ। ਜੀ ਸਰ, ਮੈਂ ਇਹ ਵੀ ਜ਼ਰੂਰ ਪੁੱਛਣਾ ਚਾਹੂੰਗੀ ਜਿਹੜੇ ਸਟੂਡੈਂਟਸ ਦੇ ਬਾਰੇ ਵਿੱਚ ਵੀ ਅਸੀਂ ਗੱਲਬਾਤ ਕਰਨੀ ਹੈ। ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਸ ਵਕਤ ਕੈਨੇਡਾ ਆਉਣਾ ਚਾਹੁੰਦੇ ਨੇ, ਉਹਨਾਂ ਬਾਰੇ ਗੱਲ ਕਰਾਂਗੇ ਕਿ ਉਹਨਾਂ ਨੂੰ 에ਅਰਪੋਰਟਸ ਤੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਹਿਲਾਂ ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਸਵਾਲ ਦਾ ਜਵਾਬ ਲੈ ਲਈਏ। ਹੈਲੋ 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 ਜੀ, ਸ਼ਾਇਦ ਉਹਨਾਂ ਦਾ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚ ਨਹੀਂ ਪਾ ਰਹੀ ਹੈਗੀ। ਜੀ ਸਰ, ਅਸੀਂ ਗੱਲ ਕਰ ਰਹੇ ਸੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ। ਦਰਸ਼ਕ ਇੱਕ ਹੋਰ ਜੁੜ ਚੁੱਕੇ ਨੇ। ਹੈਲੋ ਹੈਲੋ, ਹਾਂਜੀ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਹਰਪ੍ਰੀਤ ਸਿੰਘ ਬੋਲ ਰਿਹਾ, ਰਾਏਕੋਟ ਪੰਜਾਬ ਤੋਂ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਰਪ੍ਰੀਤ ਜੀ, ਦੱਸੋ ਕੀ ਪੁੱਛਣਾ? ਜੀ ਮੈਮ, ਮੇਰਾ ਕੇਸ ਲੱਗਿਆ ਹੋਇਆ ਜੁਲਾਈ 2018 ਦਾ। ਮੇਰੀ ਵਾਈਫ ਪੀਆਰ ਕੈਨੇਡਾ ਚ, ਤੇ ਆਲਮੋਸਟ ਫਰਵਰੀ ਵਿੱਚ ਮੇਰਾ ਮੈਡੀਕਲ ਹੋ ਚੁੱਕਾ ਸੀ, ਡਨ ਹੋ ਚੁੱਕਾ ਸੀ। ਹੁਣ ਕੋਈ ਸੋਲੂਸ਼ਨ ਹੈ ਵੀ ਕਦੋਂ ਤੱਕ ਮੰਗ ਸਕਦੇ ਹਾਂ ਕੁਛ ਏਦਾਂ ਦੀ ਵੀਜ਼ਾ? ਤੁਸੀਂ ਪੀਆਰ ਦੀ ਫਾਈਲ ਲਗਾਈ ਹੈ ਜੀ? ਜੀ ਸਪਾਊਸ ਕੀ ਹੈ ਜੀ ਮੇਰਾ। ਜੀ ਮੈਡੀਕਲ ਹੋਣ ਨਾਲ ਕੋਈ ਸੰਬੰਧ ਨਹੀਂ ਸਰ, ਹੈਗਾ ਆਪਾਂ ਵੀਜ਼ਾ ਟੀਵੀ ਮਿਲਣ। ਸਕਰੀਨ ਤੇ ਆਨਸਰ ਦਈਏ ਇਹਨਾਂ ਨੂੰ? ਜੀ ਹਾਂਜੀ, ਤੁਸੀਂ ਸੋ ਟੀਵੀ ਸਕਰੀਨ ਤੇ 2012 ਆਨਸਰ ਚ ਸੁਣ ਕੇਸ ਲਓ ਜੀ। ਹੈਲੋ ਹੈਲੋ ਹਾਂਜੀ, ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਗੱਲ ਕਰੋ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹੈਲੋ, ਹਾਂਜੀ ਮੈਂ ਸਰੀ ਤੋਂ ਬੋਲ ਰਹੀ ਹਾਂ। ਜੀ ਮੈਮ, ਦੱਸੋ ਕੀ ਪੁੱਛਣਾ? ਹਾਂਜੀ, ਮੈਂ ਨਾ ਇਹ ਪੁੱਛਣਾ ਸੀ, ਮੈਂ ਵਿਜ਼ਟਰ ਆਈ ਸੀਗੀ ਪਿਛਲੇ ਸਾਲ 2019 ਦੇ ਵਿੱਚ ਜੀ। ਤੇ ਮੈਂ ਆਪਣੇ ਜਿੱਦਾਂ ਕਿ ਫਿਰ ਉਹਦੇ ਬਾਅਦ ਮੈਂ ਆ ਕੇ ਵਰਕ ਪਰਮਿਟ, ਨੈਨੀ ਦਾ ਵਰਕ ਪਰਮਿਟ ਲਾ ਲਿਆ ਸੀਗਾ। ਹੁਣ ਮੈਂ 1 ਸਾਲ ਬਾਅਦ ਆਪਣੇ ਬੱਚਿਆਂ ਦੀ, ਜਿੱਦਾਂ ਕਿ ਆਪਣੇ ਹਸਬੈਂਡ ਦੀ ਫਾਈਲ ਲਾਈ ਹੈਗੀ ਵਿਜ਼ਟਰ ਦੀ, ਉਹਨਾਂ ਦਾ ਰਿਜੈਕਟ ਹੋ ਗਿਆ ਜੀ। ਉਹਨਾਂ ਦਾ ਰਿਜੈਕਟ ਹੋ ਗਿਆ ਤੇ ਮੈਂ ਪੁੱਛਣਾ ਸੀਗਾ ਕਿ ਮੈਂ ਕਿਹੜੇ ਬੇਸ ਤੇ ਉਹਨਾਂ ਨੂੰ ਬੁਲਾ ਸਕਦੀ ਹਾਂ, ਆਪਣੇ ਹਸਬੈਂਡ ਤੇ ਆਪਣੇ ਬੱਚਿਆਂ ਨੂੰ? ਜੀ ਖੈਰਾ ਜੀ, ਕੁਝ ਪੁੱਛਣਾ ਚਾਹੁੰਦੇ ਹੋ ਜਾਂ ਟੀਵੀ ਸਕਰੀਨ ਤੇ ਆਨਸਰ ਦਈਏ? ਹਾਂਜੀ, ਟੀਵੀ ਤੁਸੀਂ ਸਕਰੀਨ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ ਜੀ, ਮੈਂ ਪੁੱਛਣਾ ਚਾਹੁੰਦੀ ਸੀਗੀ ਜੀ, ਮੇਰੀ ਨੀਸ ਇੰਡੀਆ ਤੋਂ ਉਹਨਾਂ ਨੂੰ ਸਟੂਡੈਂਟ ਵੀਜ਼ਾ ਮਿਲਿਆ ਹੋਇਆ ਜੀ। ਤੇ ਮੈਂ ਪੁੱਛਣਾ ਕਿ ਹੁਣ ਜਿਹੜੀਆਂ ਫਲਾਈਟਾਂ ਆ ਰਹੀਆਂ ਨੇ ਉਹਨਾਂ ਦੇ ਵਿੱਚੋਂ ਆ ਸਕਦੀਆਂ ਕਿ ਨਹੀਂ ਆ ਸਕਦੀਆਂ? ਜੀ ਬਿਲਕੁਲ, ਅਸੀਂ ਇਹਦੇ ਬਾਰੇ ਡਿਸਕਸ ਕਰਾਂਗੇ। ਜਿਵੇਂ ਕਾਲਸ ਖਤਮ ਹੁੰਦੀਆਂ ਨੇ ਅਸੀਂ ਇਸ ਦੇ ਬਾਰੇ ਵਿੱਚ ਡਿਸਕਸ ਕਰਾਂਗੇ। ਪ੍ਰੋਗਰਾਮ ਨਾਲ ਜੁੜੇ ਰਹੋ। ਇਹਦੇ ਵਿੱਚ ਅਖੀਰ ਵਿੱਚ ਅਸੀਂ ਜਾਣਕਾਰੀ ਦੇਵਾਂਗੇ। ਥੈਂਕ ਯੂ ਸੋ ਮਚ ਮੈਮ ਕਾਲ ਕਰਨ ਲਈ। ਓਕੇ ਜੀ। ਜੀ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਾਲ ਕਰ ਐਕਚੁਅਲੀ ਮੈਂ ਪੁੱਛਣਾ ਕਿ ਮੇਰੇ ਪੇਰੈਂਟਸ ਐਜ਼ ਅ ਵਿਜ਼ਟਰ ਆਏ ਹੋਏ ਆ ਜੀ। ਅਸੀਂ ਵੀਜ਼ਾ ਪਹਿਲਾਂ ਇੱਕ ਵਾਰ ਐਕਸਟੈਂਡ ਕਰਵਾਇਆ, 6 ਮੰਥ ਦਾ ਮਿਲਿਆ ਆ, ਔਰ ਮੈਂ ਪੁੱਛਣਾ ਚਾਹੁੰਦੀ ਕਿ ਅਸੀਂ ਜ਼ਿਆਦਾ ਟਾਈਮ ਲਈ ਐਕਸਟੈਂਡ ਕਰਾ ਸਕਦੇ ਹਾਂ? ਜੀ ਖੈਰਾ ਜੀ, ਤੁਸੀਂ ਪੁੱਛਣਾ ਚਾਹੁੰਦੇ ਹੋ ਜਾਂ ਟੀਵੀ ਸਕਰੀਨ ਤੇ ਆਨਸਰ ਦਈਏ? ਬਿਲਕੁਲ ਆਨਸਰ ਦੇ ਤੁਸੀਂ ਟੀਵੀ ਸਕਦੇ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਆਪਣੇ ਸਰਵਰ ਟੀਮ ਨੂੰ ਕਹਾਂਗੀ ਕਿ ਕੁਝ ਸਮੇਂ ਲਈ ਕਾਲਸ ਜਿਹੜੀਆਂ ਨੇ ਹੋਲਡ ਕੀਤੀਆਂ ਜਾਣ ਤਾਂ ਕਿ ਅਸੀਂ ਕੁਝ ਇੰਪੋਰਟੈਂਟ ਡਿਸਕਸ਼ਨ ਕਰਨੀ ਆ ਉਹ ਕਰ ਸਕੀਏ। ਜਿਸ ਤਰ੍ਹਾਂ ਇਸ ਤੋਂ ਪਹਿਲਾਂ ਸਰੀ ਤੋਂ ਕਾਲ ਆਈ ਸੀ, ਜਿਨ੍ਹਾਂ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਹਰਪ੍ਰੀਤ ਜੀ ਦੀ ਰਾਏਕੋਟ ਤੋਂ ਕਾਲ ਆਈ ਸੀ, ਜਿਹੜੇ ਪੁੱਛ ਰਹੇ ਸਨ ਕਿ ਪੀਆਰ ਦੀ ਫਾਈਲ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਸੀ ਕਿ ਮੈਡੀਕਲ ਫੈਬ ਵਿੱਚ ਉਹਨਾਂ ਦਾ ਹੋ ਚੁੱਕਿਆ। ਹਾਂਜੀ ਤਰਨ, ਸੋ ਮੈਡੀਕਲ ਹੋਣ ਦਾ ਮਤਲਬ ਵੀਜ਼ਾ ਮਿਲਣਾ ਨਹੀਂ ਹੈਗਾ। ਇਹ ਬਹੁਤ ਵੱਡੀ ਮਿਸਕਨਸੈਪਸ਼ਨ ਹੈਗੀ ਹੈ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚੋਂ ਮੈਡੀਕਲ ਉਦੋਂ ਹੀ ਇਸ਼ੂ ਕੀਤਾ ਜਾਂਦਾ ਸੀਗਾ ਜੇ ਬੰਦੇ ਨੂੰ ਵੀਜ਼ਾ ਦੇਣਾ ਹੁੰਦਾ ਸੀਗਾ। ਉਹ ਤੋਂ ਪਹਿਲਾਂ ਮੈਡੀਕਲ ਨਹੀਂ ਇਸ਼ੂ ਕੀਤਾ ਜਾਂਦਾ ਸੀ। ਪਰ ਜਦੋਂ ਤੋਂ GCMS ਗਲੋਬਲ ਕੇਸ ਮੈਨੇਜਮੈਂਟ ਸਿਸਟਮ ਡਾਟਾਬੇਸ ਸ਼ੁਰੂ ਹੋਇਆ ਤਾਂ ਮੈਜੋਰਿਟੀ ਕੰਮ ਹੈ ਜਿਹੜਾ ਉਹ ਕੰਪਿਊਟਰ ਹੀ ਕਰਦਾ ਹੈਗਾ। ਸੋ ਕੰਪਿਊਟਰ ਨੇ ਦੇਖਣਾ ਕਿ ਜਿਹੜਾ ਜੇ ਪੁਲਿਸ ਕਲੀਅਰੈਂਸ ਮਿਸਿੰਗ ਹੈ ਤਾਂ ਉਹਦੀ ਚਿੱਠੀ ਭੇਜ ਦੇਣੀ ਹੈ, ਜੇ ਮੈਡੀਕਲ ਐਕਸਪਾਇਰ ਹੋ ਗਿਆ ਤਾਂ ਉਹਦੀ ਚਿੱਠੀ ਭੇਜ ਦੇਣੀ ਹੈਗੀ ਹੈ। ਸੋ ਜਿਹੜੀ ਇੰਨੀ ਲੰਬੀ ਦੇਰੀ ਹੋ ਰਹੀ ਹੈ, ਸਭ ਤੋਂ ਪਹਿਲਾਂ ਉਹਦਾ ਕਾਰਨ ਜਾਣਨਾ ਜ਼ਰੂਰੀ ਹੈ। ਸੋ ਵੀਜ਼ੇ ਨੂੰ ਮੈਡੀਕਲ ਨਾਲ ਬਿਲਕੁਲ ਲਿੰਕ ਹੈ ਜਿਹੜਾ ਉਹ ਨਹੀਂ ਕਰਕੇ
ਦੇਖਣਾ ਚਾਹੀਦਾ। ਸੋ ਮੈਂ ਇਹਨਾਂ ਨੂੰ ਰਿਕੁਐਸਟ ਕਰੂੰਗਾ ਆਫਿਸ ਕਾਲ ਕਰ ਲੈਣੀ ਚਾਹੀਦੀ ਤੇ ਉਹਨਾਂ ਤੇ ਵਿਚਾਰ ਕੀਤੀ ਜਾ ਸਕਦੀ ਜੀ ਹੈ। ਬਿਲਕੁਲ, ਇਸ ਤੋਂ ਬਾਅਦ ਸਰੀ ਤੋਂ ਕਾਲ ਸੀ ਜਿਹੜੇ ਕਹਿ ਰਹੇ ਸੀ ਕਿ ਵਿਜ਼ਟਰ ਵੀਜ਼ਾ ਤੇ ਆਏ ਨੇ, ਵਰਕ ਪਰਮਿਟ ਲਈ ਉਹਨਾਂ ਨੇ ਅਪਲਾਈ ਕੀਤਾ ਸੀ, ਨੈਨੀ ਬੇਸ ਤੇ ਉਹਨਾਂ ਨੇ ਵਰਕ ਪਰਮਿਟ ਲਿਆ, ਆਪਣੇ ਹਸਬੈਂਡ ਤੇ ਬੱਚਿਆਂ ਲਈ ਅਪਲਾਈ ਕੀਤਾ ਸੀ ਬਟ ਉਹਨਾਂ ਦਾ ਰਿਜੈਕਟ ਹੋ ਗਿਆ, ਕਿਵੇਂ ਬੁਲਾ ਸਕਦੇ ਨੇ? ਹਾਂਜੀ ਤਰਨ, ਸੋ ਇਹ ਮੋਰ ਦੈਨ ਲਾਈਕਲੀ ਹੈ ਕਿ ਇਹ ਕਲਾਇੰਟ ਨੂੰ ਜਿਹੜਾ ਪਰਮਿਟ ਮਿਲਿਆ ਉਹ LMIA ਬੇਸਡ ਹੈਗਾ ਤੇ ਉਹ ਪਿਛਲੇ ਸਾਲ 18 ਜੂਨ ਤੋਂ ਪਹਿਲਾਂ ਦਾ ਮਿਲਿਆ ਹੈਗਾ। ਸੋ ਉਦੋਂ ਇਹਨੂੰ ਲੋ ਸਕਿੱਲ ਜੌਬ ਦੇ ਵਿੱਚੋਂ ਮੰਨਿਆ ਜਾਂਦਾ ਸੀਗਾ। ਜਿਹੜੇ 18 ਜੂਨ ਤੋਂ ਬਾਅਦ ਵਾਲੇ ਕੇਸ ਨੇ ਉਹਨਾਂ ਦੇ ਵਿੱਚੋਂ ਜਿਹੜੇ ਸਪਾਊਸ ਨੇ ਤੇ ਬੱਚੇ ਨੇ ਉਹਨਾਂ ਨੂੰ ਨਾਲ ਹੀ ਵਰਕ ਪਰਮਿਟ ਤੇ ਸਟੱਡੀ ਪਰਮਿਟ ਮਿਲ ਜਾਂਦਾ ਹੈ। ਪਰ ਕਿਉਂਕਿ ਇਹ ਕੇਸ ਪਹਿਲਾਂ ਦਾ ਹੈਗਾ, ਉਹ ਐਲੀਜੀਬਲ ਨਹੀਂ ਹੈਗੇ ਵਰਕ ਪਰਮਿਟ ਤੇ ਸਟੱਡੀ ਪਰਮਿਟ ਲਈ। ਤੇ ਨਾਲ ਦੀ ਨਾਲ ਮੈਂ ਇਹ ਵੀ ਦਰਸ਼ਕ ਲਈ ਬੇਅਰਰ ਆਫ ਦਾ ਬੈਡ ਨਿਊਜ਼ ਹੋਣਾ ਚਾਹੁੰਦਾ ਹੈ, ਕਿਉਂਕਿ ਉਹ ਵਿਜ਼ਿਟਰ ਦੇ ਤੌਰ ਤੇ ਆਏ ਨੇ, ਇਸ ਲਈ ਉਹ ਪਰਮਾਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਨਹੀਂ ਕਰ ਸਕਣਗੇ ਜੀ, ਕਿਉਂਕਿ ਨੈਨੀ ਲਈ ਇਹ ਰਿਕੁਆਇਰਮੈਂਟ ਸੀਗੀ ਪੁਰਾਣੇ ਕੇਸ ਦੇ ਵਿੱਚੋਂ ਕਿ ਉਹ ਨੈਨੀ ਦੇ ਤੌਰ ਤੇ ਹੀ ਆਉਣ ਤਾਂ ਹੀ ਉਹ ਪਰਮਾਨੈਂਟ ਰੈਜ਼ੀਡੈਂਸ ਲਈ ਐਪਲੀਕੇਸ਼ਨ ਹੈ ਜਿਹੜੀ ਉਹ ਕਰ ਸਕਦੇ ਨੇ। ਜੇ ਉਹ ਕਿਸੇ ਹੋਰ ਤਰੀਕੇ ਨਾਲ ਕੇ ਲੈਂਦੇ ਨੇ ਤਾਂ ਉਹ PR ਲਈ ਐਲੀਜੀਬਲ ਨਹੀਂ ਹੁੰਦੇ ਹੈਗੇ। ਤੇ ਦੂਜਾ ਉਹਨਾਂ ਦਾ ਵਿਜ਼ਿਟਰ ਵੀਜ਼ਾ ਜਿਹੜਾ ਰਿਫਿਊਜ਼ ਹੋਇਆ ਤਾਂ ਉਹਦੇ ਚੋਂ ਉਹਨਾਂ ਦੀਆਂ ਆਪਣੀਆਂ ਸਰਕਮਸਟੈਂਸਿਸ ਹੋਣਗੀਆਂ। ਸੋ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਉਹਨਾਂ ਦਾ ਕਿਉਂ ਰਿਫਿਊਜ਼ ਹੋਇਆ, ਉਸ ਤੋਂ ਬਾਅਦ ਉਹਦਾ ਹੱਲ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ। ਸੋ ਕਾਫੀ ਡਿਟੇਲ ਡਿਸਕਸ਼ਨ ਦੀ ਲੋੜ ਹੈ ਇਹਨਾਂ ਨੂੰ, ਤਾਂ ਮੈਂ ਰਿਕੁਐਸਟ ਕਰੂੰਗਾ ਇਹਨਾਂ ਨੂੰ, ਨੰਬਰ ਸਕਰੀਨ ਤੇ ਆ ਰਿਹਾ ਜੀ, ਉਹਦੇ ਤੇ ਕਾਲ ਕਰ ਲੈਣ ਤੇ ਉਹਦੇ ਤੇ ਫਿਰ ਵਿਚਾਰ ਕੀਤੀ ਜਾ ਸਕਦੀ ਹੈ। ਜੀ ਵੀ ਇਸ ਤੋਂ ਬਾਅਦ ਮੈਮ ਦੀ ਕਾਲ ਆਈ ਸੀ, ਉਹਨਾਂ ਨੇ ਪੁੱਛਿਆ ਸੀ ਕਿ ਉਹਨਾਂ ਨੇ ਆਲਰੇਡੀ ਆਪਣੇ ਪੇਰੈਂਟਸ ਨੇ ਇੱਕ ਵਾਰ ਵਿਜ਼ਟਰ ਵੀਜ਼ਾ ਐਕਸਟੈਂਡ ਕਰ ਦਿੱਤਾ ਹੈ, 6 ਮਹੀਨੇ ਦਾ ਉਹਨਾਂ ਨੂੰ ਟਾਈਮ ਹੋਰ ਮਿਲ ਗਿਆ ਆ, ਤੇ ਕੀ ਇਸ ਨੂੰ ਦੁਬਾਰਾ ਅੱਗੇ ਹੋਰ ਐਕਸਟੈਂਡ ਕੀਤਾ ਜਾ ਸਕਦਾ ਆ? ਹਾਂਜੀ, ਜੇ ਉਹ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੈਗੇ ਨੇ ਜਿਹੜੇ ਕਾਲਰ ਨੇ ਤੇ ਉਹਨਾਂ ਦੇ ਪੇਰੈਂਟਸ ਨੇ ਜੀ, ਉਹਨਾਂ ਨੂੰ 2 ਸਾਲ ਤੱਕ ਦੀ ਸਟੇ ਹੈ ਜਿਹੜੀ ਉਹ ਮਿਲ ਸਕਦੀ ਹੈ, ਪ੍ਰੋਵਾਈਡਡ ਉਹ ਇਨਕਮ ਪੂਰੀ ਕਰਦੇ ਆ ਤੇ ਉਹਨਾਂ ਕੋਲੇ ਮੈਡੀਕਲ ਇੰਸ਼ੋਰੈਂਸ ਹੈਗੀ ਹੈ ਤੇ ਉਹਨਾਂ ਨੂੰ 2 ਸਾਲ ਤੱਕ ਦੀ ਸਟੇ ਹੈ ਜਿਹੜੀ ਉਹ ਮਿਲ ਸਕੂਗੀ। ਪਰ ਜੇ ਉਹ ਸਟੂਡੈਂਟ ਜਾਂ ਵਰਕਰ ਨੇ ਤੇ ਉਹਨਾਂ ਦੇ ਪੇਰੈਂਟ ਆਏ ਨੇ ਜੀ, ਤੇ ਫਿਰ ਉਹਨਾਂ ਨੂੰ 6-6 ਮਹੀਨੇ ਦੀ ਹੀ ਐਕਸਟੈਂਸ਼ਨ ਹੈ ਜਿਹੜੀ ਉਹ ਮਿਲਣੀ ਹੈ। ਜੀ ਬਿਲਕੁਲ, ਤੇ ਸਰ ਇਸ ਤੋਂ ਬਾਅਦ ਇੱਕ ਮੈਮ ਨੇ ਕਾਲ ਕੀਤੀ ਸੀ ਜਿਹੜੇ ਸਟੂਡੈਂਟ ਦੇ ਬਾਰੇ ਪੁੱਛਣਾ ਚਾਹੁੰਦੇ ਸੀ, ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਕਿ ਕੀ ਉਹ ਆ ਸਕਦੇ ਨੇ। ਆਪਾਂ ਇਹਦੇ ਬਾਰੇ ਡਿਟੇਲ ਦੇ ਵਿੱਚ ਹੀ ਡਿਸਕਸ ਕਰ ਲਈਏ, ਕਿਉਂਕਿ ਆਪਾਂ ਨੂੰ ਅੱਗੇ ਵੀ ਤੁਸੀਂ ਵੀ ਗੱਲ ਕਰ ਰਹੇ ਸੀਗੇ ਕਿ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਫੇਸ ਕਰ ਰਹੇ ਨੇ, ਉਹਨਾਂ ਨੂੰ ਟਿਕਟਸ ਤਾਂ ਮਿਲਦੀਆਂ ਨੇ ਪਰ 에ਅਰਪੋਰਟ ਤੋਂ ਉਹਨਾਂ ਨੂੰ ਵਾਪਸ ਮੋੜਿਆ ਜਾ ਰਿਹਾ ਇਸ ਵਕਤ। ਜੀ ਤਰਨ, ਸੋ ਇਹਦੇ 'ਚ ਇਹ ਕਾਫੀ ਵੱਡੀ ਮੁਸ਼ਕਿਲ ਹੈ ਜਿਹੜੀ ਪਿਛਲੇ ਹਫ਼ਤੇ ਤੋਂ ਆਉਣੀ ਸ਼ੁਰੂ ਹੋਈ ਹੈ, ਜਦੋਂ ਤੋਂ ਕੁਝ ਫਲਾਈਟਸ ਚੱਲਣੀਆਂ ਸ਼ੁਰੂ ਹੋਈਆਂ ਨੇ। ਸੋ ਇਹ 'ਚ 3 ਪੱਖ ਨੇ ਜਿਹੜੇ ਆਪਾਂ ਨੂੰ ਵਿਚਾਰ ਕਰਨੇ ਪੈਣਗੇ। ਸਭ ਤੋਂ ਪਹਿਲਾ ਪੱਖ ਹੈਗਾ ਆਰਡਰ ਇਨ ਕਾਉਂਸਲ, ਜਿਹੜਾ 18 ਮਾਰਚ ਨੂੰ ਜਾਰੀ ਹੋਇਆ ਸੀ, ਜਿਹੜਾ 30 ਤਰੀਕ ਤੱਕ ਹੈਗਾ, ਜਿੱਥੇ ਟਰੈਵਲ ਰਿਸਟ੍ਰਿਕਸ਼ਨਸ ਹੈਗੀਆਂ ਨੇ। ਸੋ ਆਰਡਰ ਇਨ ਕਾਉਂਸਲ ਦੇ ਵਿੱਚ ਕਲੀਅਰ ਹੈ ਕਿ ਜਿਹੜੇ ਸਟੂਡੈਂਟਸ ਨੂੰ 18 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਹੈਗਾ, ਸਟੱਡੀ ਵੀਜ਼ਾ, ਉਹ ਆ ਸਕਦੇ ਨੇ। ਸੋ ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਤੇ ਇਹਦੇ 'ਚ ਦੂਜਾ ਜਿਹੜਾ ਪੱਖ ਹੈਗਾ ਉਹ ਹੈਗੀ 에ਅਰਲਾਈਨ ਕੰਪਨੀ। ਸੋ 에ਅਰਲਾਈਨ ਕੰਪਨੀ ਦੇ ਉੱਤੇ ਇਹ ਜ਼ਿੰਮੇਵਾਰੀ ਹੈ ਕਿ ਉਹ ਸਿਰਫ ਉਹਨਾਂ ਇੰਡੀਵਿਜੂਅਲਸ ਨੂੰ ਹੀ ਲੈ ਕੇ ਆਵੇ ਜਿਹੜੇ ਇੰਡੀਵਿਜੂਅਲਸ ਆਥੋਰਾਈਜ਼ਡ ਨੇ। ਜੇ ਉਹ ਕਿਸੇ ਅਨਆਥੋਰਾਈਜ਼ਡ ਇੰਡੀਵਿਜੂਅਲ ਨੂੰ ਲੈ ਕੇ ਆ ਜਾਂਦੇ ਨੇ ਤਾਂ ਇਹ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਪਰ ਪੈਸੇਂਜਰ $25,000 ਤੱਕ ਦਾ ਜੁਰਮਾਨਾ ਹੋ ਸਕਦਾ ਹੈਗਾ। ਸੋ 에ਅਰਲਾਈਨਸ ਨੇ ਜਿਹੜੀਆਂ ਉਹ ਬਹੁਤ ਕੰਸਰਨਡ ਨੇ ਕਿ ਉਹ ਇਹੋ ਜਿਹੇ ਇੰਡੀਵਿਜੂਅਲ ਨੂੰ ਨਾ ਲੈ ਕੇ ਆ ਜਾਣ ਜਿਹਨੂੰ ਉਹਨਾਂ ਨੂੰ ਵਾਪਸ ਲੈ ਜਾਣਾ ਪਵੇ ਤੇ $25,000 ਵੀ ਉਹਨਾਂ ਨੂੰ ਜੁਰਮਾਨਾ ਜਿਹੜਾ ਦੇਣਾ ਪਵੇ। ਤੇ ਤੀਜਾ ਜਿਹੜਾ ਪੱਖ ਹੈਗਾ ਉਹ ਹੈਗਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ। ਜਿਹੜਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਹੈ, CBSA, ਉਹ ਕੈਨੇਡਾ ਦੀ ਪਹਿਰੇਦਾਰ ਹੈਗੀ ਹੈ, ਉਹ ਕੈਨੇਡਾ ਦੇ ਚੌਕੀਦਾਰ ਹੈਗੀ ਹੈ। ਸੋ ਜਿਹੜਾ ਵੀਜ਼ਾ ਹੈ ਉਹਦੀ ਡੈਫੀਨੇਸ਼ਨ ਹੈਗੀ ਹੈ, ਇਟਸ ਐਨ ਇਨਵੀਟੇਸ਼ਨ ਟੂ ਦ ਪੋਰਟ ਆਫ ਐਂਟਰੀ। ਕਹਿਣ ਦਾ ਮਤਲਬ ਹੈ ਕਿ ਉਹ ਦਿੱਲੀੋਂ ਜਹਾਜ਼ ਚੜ੍ਹ ਕੇ ਤੇ ਕੈਨੇਡਾ ਦੇ ਕਿਸੇ ਵੀ ਹਵਾਈ ਅੱਡੇ ਤੇ ਆਉਣ ਦੀ ਇਜਾਜ਼ਤ ਹੈਗੀ ਹੈ। ਪਰ ਉਹ ਤੋਂ ਬਾਅਦ 'ਚ ਜਿਹਨਾਂ ਨੂੰ ਸਟੱਡੀ ਪਰਮਿਟ ਮਿਲਣਾ ਹੈ ਜਾਂ ਤੇ ਰਹਿਣ ਦੀ ਇਜਾਜ਼ਤ ਮਿਲਣੀ ਹੈ, ਉਹ ਇੱਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਆਫਿਸਰ ਨੇ ਦੇਖਣੀ। ਤੇ ਹਰੇਕ ਵੀਜ਼ਾ ਪੋਸਟ ਦੇ ਉੱਤੇ, ਜਿਵੇਂ ਆਪਾਂ ਇੰਡੀਆ 'ਚੋਂ ਐਗਜ਼ਾਮਪਲ ਲਈਏ ਤਾਂ ਨਵੀਂ ਦਿੱਲੀ ਹੈਗਾ, ਨਵੀਂ ਦਿੱਲੀ ਦੇ ਵਿੱਚੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਇੱਕ ਲੀਅਜ਼ਨ ਆਫਿਸਰ ਹੈ ਜਿਹੜਾ ਹੋਊਗਾ। ਉਹ ਲੀਅਜ਼ਨ ਆਫਿਸਰ ਨੂੰ ਹੀ 에ਅਰਲਾਈਨਸ ਕੰਟੈਕਟ ਕਰਨਗੀਆਂ ਵੈਨ ਇਨ ਡਾਊਟ, ਜਦੋਂ ਉਹਨਾਂ ਨੂੰ ਦੁਚਿੱਤੀ ਹੈਗੀ ਹੈ ਜਾਂ ਕੰਸਰਨ ਹੈ ਕਿ ਇਸ ਇੰਡੀਵਿਜੂਅਲ ਨੂੰ ਲੈ ਕੇ ਜਾਣਾ ਹੈ ਜਾਂ ਨਹੀਂ ਲੈ ਕੇ ਜਾਣਾ। ਸੋ ਇਹ ਕੇਸਿਸ ਦੇ ਵਿੱਚੋਂ ਉਹ ਅਕਸਰ ਜਿਹੜੀ ਕਾਲ ਹੈ ਉਹ ਲੀਅਜ਼ਨ ਆਫਿਸਰ ਨੂੰ ਕਰਦੇ ਨੇ। ਤੇ ਲੀਅਜ਼ਨ ਆਫਿਸਰ ਦਾ ਇੱਕ ਕੰਸਰਨ ਹੁੰਦਾ ਹੈ ਕਿ ਜੇ ਸਰਕਾਰ ਨੇ ਆਲਰੇਡੀ ਕਲਾਸਿਸ ਆਨਲਾਈਨ ਇਜਾਜ਼ਤ ਦੇ ਦਿੱਤੀ ਹੈ ਫਾਲ 2020 ਦੇ ਵਿੱਚੋਂ, ਤਾਂ ਫਿਰ ਇਸ ਇੰਡੀਵਿਜੂਅਲ ਨੇ ਕਿਉਂ ਜਾਣਾ ਜੀ ਉੱਥੇ? ਤੇ ਉਹ ਕਹਿੰਦੇ ਆ ਕਿ ਆਪਣੇ ਕਾਲਜ ਤੋਂ ਚਿੱਠੀ ਲਿਖਾਓ ਕਿ ਤੁਹਾਡੀਆਂ ਜਿਹੜੀਆਂ ਕਲਾਸਾਂ ਨੇ ਉਹ ਸੈਪਟੈਂਬਰ ਸੈਸ਼ਨ ਦੇ ਵਿੱਚੋਂ
ਇਨ ਪਰਸਨ ਇਨ ਕਲਾਸ ਹੋਣਗੀਆਂ। ਉਹਨਾਂ ਨੂੰ ਤਾਂ ਹੀ ਆਉਣ ਦੀ ਇਜਾਜ਼ਤ ਹੈ ਨਾ ਜੇ ਇਨ ਪਰਸਨ ਜਾਂ ਇਨ ਕਲਾਸ ਉਹਨਾਂ ਦੀਆਂ ਕਲਾਸਿਸ ਨੇ, ਤਾਂ ਹੀ ਇੰਡੀਵਿਜੂਅਲ ਜਿਹੜਾ ਸਟੱਡੀ ਪਰਮਿਟ ਵਾਲਾ ਉਹ ਰਿਕੁਆਇਰਡ ਹੈ ਕੈਨੇਡਾ ਦੇ ਵਿੱਚ। ਤੇ ਬਹੁਤ ਸਾਰੇ ਸਕੂਲਸ ਨੇ ਆਪਣੀ ਕਾਲਜਸ ਯੂਨੀਵਰਸਿਟੀ ਨੇ ਵੈਬਸਾਈਟ ਦੇ ਉੱਤੇ ਲਿਖਿਆ ਕਿ ਉਹ ਲੇਟ ਜੁਲਾਈ ਦੇ ਵਿੱਚ ਇਹ ਫੈਸਲਾ ਕਰਨਗੇ ਕਿ ਕਲਾਸਿਸ ਜਿਹੜੀਆਂ ਉਹ ਇਨ ਪਰਸਨ ਹੋਣੀਆਂ ਨੇ ਜਾਂ ਆਨਲਾਈਨ ਹੋਣੀਆਂ ਨੇ। ਸੋ ਉੱਥੋਂ ਇਹ ਡਾਊਟ ਪੈਦਾ ਹੋ ਜਾਂਦਾ ਹੈ ਕਿ ਜੇ ਇੰਡੀਵਿਜੂਅਲ ਦੀ ਕਲਾਸ ਹੀ ਨਹੀਂ ਲੱਗਣੀ ਤਾਂ ਫਿਰ ਉਹਨੂੰ ਉੱਥੇ ਜਾਣ ਦੀ ਜ਼ਰੂਰਤ ਕੀ ਹੈ, ਤੇ ਉਹ ਅਕਸਰ ਉਹਨੂੰ ਮਨਾ ਕਰ ਦਿੰਦੇ ਆ ਕਿ ਤੈਨੂੰ ਨਹੀਂ ਆਉਣ ਦਿੱਤਾ ਜਾਊਗਾ। ਤੇ ਦੂਜੀ ਜਿਹੜੀ ਬਿਗੇਸਟ ਕੰਸਰਨ ਹੈ ਉਹ ਹੈਗੀ ਹੈ ਜੇ ਕਲਾਸਿਸ ਸੈਪਟੈਂਬਰ ਦੇ ਵਿੱਚ ਸ਼ੁਰੂ ਹੋ ਰਹੀਆਂ ਨੇ ਤਾਂ ਇੰਡੀਵਿਜੂਅਲ ਫਿਰ ਜੂਨ 'ਚ 3 ਮਹੀਨੇ ਪਹਿਲਾਂ ਕਿਉਂ ਆ ਰਿਹਾ ਹੈਗਾ ਜੀ। ਸੋ ਨਾ ਉਹਨੂੰ ਕੰਮ ਕਰਨ ਦੀ ਇਜਾਜ਼ਤ ਹੈ ਤੇ ਨਾ ਉਹਦਾ ਸਕੂਲ ਲੱਗ ਰਿਹਾ ਹੈ, ਸੋ 3 ਮਹੀਨੇ ਪਹਿਲਾਂ ਉੱਥੇ ਕੀ ਕਰਨ ਨੂੰ ਆ ਰਿਹਾ ਹੈਗਾ। ਸੋ ਜਦੋਂ ਵੀ ਤੁਸੀਂ 에ਅਰਲਾਈਨ ਦੀ ਟਿਕਟ ਬੁੱਕ ਕਰਾਉਣੀ ਹੈ, ਖਾਸ ਕਰਕੇ ਸਟੂਡੈਂਟ ਹੋ ਜਿਨ੍ਹਾਂ ਨੂੰ 18 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਹੈਗਾ, ਤਾਂ ਮੇਕ ਸ਼ੋਰ ਕਰੋ ਕਿ ਆਪਣੇ ਸਕੂਲ ਕਾਲਜ ਤੋਂ ਚਿੱਠੀ ਲਓ ਕਿ ਸੈਪਟੈਂਬਰ ਦੇ ਵਿੱਚ ਕਲਾਸਿਸ ਨੇ ਜਿਹੜੀਆਂ ਉਹ ਆਨਲਾਈਨ ਨਹੀਂ ਹੋ ਕੇ ਇਨ ਪਰਸਨ ਹੋਣਗੀਆਂ। ਉਹ ਤਾਂ ਹੀ ਇਹ ਟਿਕਟ ਬੁੱਕ ਕਰਾਓ। ਅਦਰਵਾਈਜ਼ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿਛਲੇ ਹਫ਼ਤੇ ਦੇ ਦੌਰਾਨ, ਜਿੱਥੇ ਕਿ ਉਹਨੂੰ 에ਅਰਲਾਈਨ ਨੇ ਪਹਿਲਾਂ ਟਿਕਟ ਬੁੱਕ ਕਰਤੀ, ਉਹ ਨਾਨ ਰਿਫੰਡੇਬਲ ਹੈ, ਉਹ ਤੋਂ ਬਾਅਦ ਉਹਨੂੰ ਜਹਾਜ਼ 'ਚ ਬੈਠਣ ਨਹੀਂ ਦਿੱਤਾ, ਉਹਦਾ ਪੈਸੇ ਦਾ ਨੁਕਸਾਨ ਹੈ ਜਿਹੜਾ ਉਹ ਹੋ ਗਿਆ। ਤੇ ਜੇ ਕਾਲਜ ਇਸ ਗੱਲ ਨੂੰ ਮਨਾ ਕਰਦਾ ਹੈਗਾ ਕਿ ਉਹ ਤੁਹਾਨੂੰ ਆਨਲਾਈਨ ਕਲਾਸਿਸ ਹੀ ਦੇਊਗੇ ਤੇ ਦੂਜਾ ਇਨ ਪਰਸਨ ਨਹੀਂ ਹੋਣਗੀਆਂ, ਤਾਂ ਫਿਰ ਤੁਸੀਂ ਇਹ ਫੈਸਲਾ ਖੁਦ ਕਰਨਾ ਹੈਗਾ ਕਿ ਤੁਸੀਂ ਆਨਲਾਈਨ ਪੜ੍ਹਾਈ ਕਰਨੀ ਹੈ ਜਾਂ ਇਨ ਪਰਸਨ ਕਰਨੀ ਹੈ। ਉਹਦੇ 'ਚ ਤੁਸੀਂ ਉਹ ਤੋਂ ਡੈਫਰ ਵੀ ਕਰ ਸਕਦੇ ਹੋ, ਉਹਨੂੰ ਤੁਸੀਂ ਜਨਵਰੀ ਸੈਸ਼ਨ ਦੇ ਵਿੱਚ ਕਰ ਸਕਦੇ ਹੋ ਜੇ ਤੁਸੀਂ ਇਨ ਪਰਸਨ ਹੀ ਕਰਨਾ ਹੈਗਾ। ਕਿਉਂਕਿ ਜਿਹੜਾ ਸਕੂਲ ਕਾਲਜਸ ਯੂਨੀਵਰਸਿਟੀਜ਼ ਦਾ ਲੌਬੀ ਗਰੁੱਪ ਹੈਗਾ, ਇਹ ਬਹੁਤ ਵੱਡਾ ਇੱਕ ਲੌਬੀ ਗਰੁੱਪ ਹੈ ਜੀ, ਕਿਉਂਕਿ ਐਡੇ ਵੱਡੇ ਅਮਾਊਂਟ ਜਿਹੜਾ ਹੈਗਾ ਰੈਵਨਿਊ ਦਾ ਉਹ ਇੰਟਰਨੈਸ਼ਨਲ ਸਟੂਡੈਂਟਸ ਤੋਂ ਮਿਲਦਾ ਹੈਗਾ। ਇਸੇ ਕਰਕੇ ਹੀ ਉਹਨਾਂ ਨੇ ਇਹ ਕਲਾਸਿਸ ਆਨਲਾਈਨ ਕਰਕੇ ਵਰਕ ਪਰਮਿਟ ਲੈਣ ਦੀ ਜਿਹੜੀ ਇਜਾਜ਼ਤ ਹੈ ਸਰਕਾਰ ਤੋਂ ਲੈ ਲਈ ਹੈ, ਤਾਂ ਕਿ ਜਿਹੜੇ ਸਟੂਡੈਂਟਸ ਨੇ ਉਹ ਡਿਸਕਰੇਜ ਨਾ ਫੀਲ ਕਰਨ ਕਿ ਜੇ ਆਨਲਾਈਨ ਪੜ੍ਹਨਗੇ ਤਾਂ ਉਹਨਾਂ ਨੂੰ ਵਰਕ ਪਰਮਿਟ ਹੈ ਜਿਹੜਾ ਉਹ ਨਹੀਂ ਮਿਲੂਗਾ। ਪਰ ਇਹਦੇ ਨਾਲ ਇੱਕ ਜਿਹੜਾ ਅਨਇੰਟੈਂਡਡ ਕਨਸੀਕੁਐਂਸ ਹੈਗਾ ਉਹ ਇਹ ਵੀ ਆ ਗਿਆ ਕਿ ਫਿਰ ਚਾਹੇ ਉਹਨਾਂ ਕੋਲ ਵੀਜ਼ਾ ਵੀ ਹੈਗਾ ਤੇ ਫਿਰ ਉਹਨਾਂ ਨੇ ਕੈਨੇਡਾ 'ਚ ਕੀ ਕਰਨਾ, ਉਹਨਾਂ ਆਨਲਾਈਨ ਪੜ੍ਹਾਈ ਕਰ ਲੈਣੀ ਸੀ ਆਪਣੀ। ਸੋ ਇਹ ਮੇਕ ਸ਼ੋਰ ਕਰਨ ਆਪਣੀ ਫਲਾਈਟ ਬੁੱਕ ਕਰਾਉਣ ਤੋਂ ਪਹਿਲਾਂ ਕਿ ਕਾਲਜ ਤੋਂ ਚਿੱਠੀ ਲੈਣ ਜਿੱਥੇ ਉਹ 'ਚ ਲਿਖਿਆ ਹੋਵੇ ਕਿ ਉਹਨਾਂ ਦੀ ਜਿਹੜੀਆਂ ਇਨ ਪਰਸਨ ਹੋਣਗੀਆਂ। ਸੇਮ ਵਰਕ ਪਰਮਿਟ ਵਾਲੇ ਲੋਕਾਂ ਦੇ ਉੱਤੇ ਵੀ ਇਹ ਗੱਲ ਹੈਗੀ ਹੈ ਤਰਨ, ਚਾਹੇ ਉਹਨੂੰ ਵਰਕ ਪਰਮਿਟ ਮਿਲਿਆ ਪਰ ਜੇ ਉਹਨਾਂ ਕੋਲ ਇੱਥੇ ਕਨਫਰਮਡ ਜੌਬ ਆਫਰ ਨਹੀਂ ਹੈਗੀ ਜਿਹੜੀ ਇਹ ਦੱਸਦੀ ਹੈ ਕਿ ਜਦੋਂ ਇੱਥੇ ਪਹੁੰਚ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਕੰਮ ਤੇ ਰੱਖਿਆ ਜਾਊਗਾ ਤੇ ਕੰਮ ਉਹਨਾਂ ਲਈ ਅਵੇਲੇਬਲ ਹੈ, ਤਾਂ ਫਿਰ ਜੇ ਕੰਮ ਅਵੇਲੇਬਲ ਨਹੀਂ ਹੈਗਾ ਤੇ ਜਾਂ ਉਹਨਾਂ ਨੂੰ ਰੱਖਿਆ ਨਹੀਂ ਜਾਊਗਾ ਕੰਮ ਤੇ, ਫਿਰ ਉਹਨਾਂ ਦੀ ਇੱਥੇ ਆਉਣ ਦੀ ਕੀ ਜ਼ਰੂਰਤ ਹੈਗੀ ਹੈ ਜੀ। ਸਿਮਿਲਰਲੀ ਜਿਹੜੇ ਸਟੂਡੈਂਟਸ ਜਾਂ ਵਰਕਰਸ ਦੇ ਸਪਾਊਸਸ ਹੈਗੇ ਨੇ, ਉਹਨਾਂ ਨੂੰ ਵੀ ਜੇ ਵੀਜ਼ਾ ਮਿਲ ਚੁੱਕਿਆ ਤਾਂ ਆਰਡਰ ਇਨ ਕਾਉਂਸਲ ਦੇ ਮੁਤਾਬਕ ਤਾਂ ਉਹ ਆ ਸਕਦੇ ਨੇ, ਟਰੈਵਲ ਰਿਸਟ੍ਰਿਕਸ਼ਨ ਨਹੀਂ ਹੈਗੀ ਹੈ, ਪਰ ਨਾਲ ਦੀ ਨਾਲ ਉਹਨਾਂ ਕੋਲ ਇੱਕ ਕਨਫਰਮੇਸ਼ਨ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਇੱਥੇ ਆ ਕੇ ਜਿਹੜਾ ਕੰਮ ਮਿਲਣਾ ਹੈਗਾ, ਇੰਨੀ ਤਰੀਕ ਨੂੰ ਕੰਮ ਸ਼ੁਰੂ ਹੋਣਾ ਹੈ ਤੇ ਆਹ ਕੁਆਰੰਟਾਈਨ ਪੀਰੀਅਡ ਹੈ, ਉਹ ਕੁਆਰੰਟਾਈਨ ਪੀਰੀਅਡ ਨੂੰ ਕਿਵੇਂ ਪੂਰਾ ਕਰਨਗੇ, ਉਸ ਤੋਂ ਬਾਅਦ ਹੀ ਉਹਨਾਂ ਨੂੰ ਆਉਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਊਗੀ। ਇਹ 30 ਤਰੀਕ ਤੱਕ ਰਿਸਟ੍ਰਿਕਸ਼ਨਸ ਖਤਮ ਹੋ ਜਾਂਦੀਆਂ ਫਿਰ ਤਾਂ ਇਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਪਰ ਜੇ 30 ਤਰੀਕ ਤੋਂ ਵੀ ਅੱਗੇ ਚਲਿਆ ਜਾਊਗਾ ਤੇ ਫਿਰ ਉਸ ਤੋਂ ਬਾਅਦ ਇਹ ਸਾਵਧਾਨੀਆਂ ਹੋਰ ਵੀ ਜ਼ਿਆਦਾ ਲੈਣੀਆਂ ਪੈਣਗੀਆਂ। ਸਰ, ਜਿਵੇਂ ਤੁਸੀਂ ਦੱਸਿਆ ਕਿ ਅੱਗੇ ਜੈਨ ਇਨਟੇਕ ਲਈ ਤੁਸੀਂ ਡੈਫਰ ਕਰ ਸਕਦੇ ਹੋ ਆਪਣਾ ਸਟੱਡੀ ਨੂੰ, ਅੱਗੇ ਤੁਸੀਂ ਮਤਲਬ ਜੈਨ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ, ਹੁਣ ਦੀ ਐਡਮਿਸ਼ਨ ਨੂੰ ਤੁਸੀਂ ਕੈਂਸਲ ਕਰਵਾ ਸਕਦੇ ਹੋ, ਪਰ ਜਿਹੜਾ ਸਟੱਡੀ ਵੀਜ਼ਾ ਹੈ ਉਹਨਾਂ ਦਾ ਹੁਣ ਉਸ ਟਾਈਮ ਪੀਰੀਅਡ ਲਈ, ਲਿਮਿਟਡ ਟਾਈਮ ਪੀਰੀਅਡ ਲਈ ਜਾਰੀ ਹੋਇਆ, ਸਾਲ ਜਾਂ 2 ਸਾਲ ਦਾ ਜਿੰਨੀ ਉਹਨਾਂ ਦੀ ਸਟੱਡੀ ਹੈ। ਜੇਕਰ ਉਹ ਅੱਗੇ ਜੈਨ ਦੇ ਵਿੱਚ ਆਪਣਾ ਡੈਫਰ ਕਰਵਾਉਂਦੇ ਨੇ ਕੋਰਸ, ਤਾਂ ਕੀ ਉਹਨਾਂ ਦਾ ਸਟੱਡੀ ਪਰਮਿਟ ਉਸ ਅਕੋਰਡਿੰਗ ਐਕਸਟੈਂਡ ਕੀਤਾ ਜਾਏਗਾ? ਨਹੀਂ ਤਰਨ, ਉਹ ਦੁਬਾਰੇ ਤੋਂ ਅਪਲਾਈ ਕਰਨਾ ਪਊਗਾ ਜੀ ਜੇ ਉਹ ਐਕਸਪਾਇਰ ਹੋ ਜਾਂਦਾ ਜੀ। ਜੇ ਉਹਦੀ ਐਕਸਪੀਰੇਸ਼ਨ ਲੰਬੀ ਹੈਗੀ ਹੈ ਤੇ ਫਿਰ ਉਹਨਾਂ ਨੂੰ ਦੁਬਾਰੇ ਨਹੀਂ ਅਪਲਾਈ ਕਰਨਾ ਪਊਗਾ, ਉਸੇ ਵੀਜ਼ੇ ਤੇ ਵਾਪਸ ਆ ਸਕਦੇ ਆ। ਉਹਨਾਂ ਕੋਲੇ ਨਵਾਂ ਕਨਫਰਮੇਸ਼ਨ ਲੈਟਰ ਆਫ ਐਕਸੈਪਟੈਂਸ, ਫੀ ਡਿਪੋਜ਼ਿਟ ਤੇ ਬਾਕੀ ਉਹਨਾਂ ਦਾ ਮੇਨਟੇਨੈਂਸ ਦੇ ਪੈਸੇ ਹੋਣੇ ਚਾਹੀਦੇ ਨੇ। ਤੇ ਜੇ ਉਹ ਅੱਗੇ ਡੈਫਰ ਹੁੰਦਾ ਤੇ ਉਹ ਤੋਂ ਬਾਅਦ ਉਹਨਾਂ ਦਾ ਐਕਸਪਾਇਰ ਹੋ ਜਾਂਦਾ ਤੇ ਫਿਰ ਉਹਨੂੰ ਨਵਾਂ ਅਪਲਾਈ ਕਰਨਾ ਪੈਣਾ। ਇਹਦੇ ਨਾਲ ਤਾਂ ਇੱਕ ਹੋਰ ਸਿਚੁਏਸ਼ਨ ਵੀ ਡਿਵੈਲਪ ਹੋ ਸਕਦੀ ਆ। ਆਮ ਗਲੈਡ ਤੁਸੀਂ ਇਹ ਇੰਟਰਸਟਿੰਗ ਗੱਲ ਸਾਹਮਣੇ ਲਿਆਂਦੀ ਹੈ। ਤੁਸੀਂ ਆਨਲਾਈਨ ਪੜ੍ਹ ਰਹੇ ਹੈਗੇ, ਆਨਲਾਈਨ ਪੜ੍ਹਦੇ ਵੀ ਤੁਹਾਡਾ ਵੀਜ਼ਾ ਖਤਮ ਹੋ ਸਕਦਾ ਤੇ ਫਿਰ ਜਦੋਂ ਤੁਸੀਂ ਦੁਬਾਰੇ ਅਪਲਾਈ ਕਰਨਾ ਫਿਰ ਹੋਰ ਕੰਡੀਸ਼ਨਸ ਉਹਦੇ ਨਾਲ ਜੁੜ ਜਾਣਗੀਆਂ। ਉਹ ਹੈਗੀ ਸੈਕਸ਼ਨ 220 ਦੀਆਂ। ਸੈਕਸ਼ਨ 220 ਕਹਿੰਦਾ ਕਿ ਤੁਸੀਂ ਇਨਰੋਲਡ ਹੋਣੇ ਚਾਹੀਦੇ ਹੋ ਫੁੱਲ ਟਾਈਮ, ਜਿਹੜਾ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਹੈ। ਦੂਜਾ ਹਿੱਸਾ ਹੈਗਾ ਕਿ ਤੁਸੀਂ ਐਕਟਿਵਲੀ ਪਰਸੂ ਵੀ ਕਰਦੇ ਹੋਣੇ ਚਾਹੀਦੇ ਹੋ ਫੁੱਲ ਟਾਈਮ ਐਜੂਕੇਸ਼ਨ ਨੂੰ। ਹੁਣ ਮੰਨ ਲਓ ਤੁਸੀਂ ਆਨਲਾਈਨ ਪੜ੍ਹਾਈ ਕਰ ਰਹੇ ਸੀ ਪਰ ਤੁਸੀਂ ਉਹ 'ਚੋਂ ਫੇਲ ਹੋ ਗਏ,
ਫਿਰ ਤੁਹਾਨੂੰ ਦੁਬਾਰੇ ਵੀਜ਼ਾ ਨਹੀਂ ਮਿਲੂਗਾ, ਕਿਉਂਕਿ ਤੁਸੀਂ ਸੈਕਸ਼ਨ 220 ਦੀ ਰਿਕੁਆਇਰਮੈਂਟ ਨੂੰ ਬ੍ਰੀਚ ਕਰਤਾ। ਸੋ ਆਨਲਾਈਨ ਪੜ੍ਹਾਈ ਲੈਣ ਵੇਲੇ ਇਹ ਵੀ ਖਿਆਲ ਰੱਖਣ ਕਿ ਜੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਣਾ, ਉਹਨਾਂ ਦਾ ਪਾਸ ਹੋਣਾ ਵੀ ਜ਼ਰੂਰੀ ਹੈ। ਜੇ ਆਨਲਾਈਨ ਪੜ੍ਹਾਈ ਕਰਕੇ ਉਹ ਫੇਲ ਹੋ ਗਏ ਤਾਂ ਉਹਨਾਂ ਨੂੰ ਵੀਜ਼ਾ ਨਹੀਂ ਮਿਲੂਗਾ ਜੀ ਦੁਬਾਰਾ। ਜੀ ਬਿਲਕੁਲ, ਤੇ ਸਰ ਅੱਜ ਕਾਫੀ ਇੰਪੋਰਟੈਂਟ ਜਿਹੜੀ ਹੈ ਜਾਣਕਾਰੀ ਦਿੱਤੀ ਗਈ ਹੈ ਤੇ ਕਾਫੀ ਸਵਾਲਾਂ ਦੇ ਜਵਾਬ ਵੀ ਅੱਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਬਹੁਤ ਸਾਰੇ ਦਰਸ਼ਕ ਸਨ ਜਿਹੜੇ ਸਾਨੂੰ ਹੁਣ ਵੀ ਲਗਾਤਾਰ ਕਾਲ ਕਰ ਰਹੇ ਨੇ। ਅਸੀਂ ਮੁਆਫੀ ਚਾਹਾਂਗੇ ਕਿ ਅੱਜ ਬਹੁਤਿਆਂ ਦੀਆਂ ਜ਼ਿਆਦਾ ਕਾਲਸ ਅਸੀਂ ਅਟੈਂਡ ਨਹੀਂ ਕਰ ਪਾਏ ਹੈਗੇ। ਸਰ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਜਾਣ ਤੋਂ ਪਹਿਲਾਂ ਇਹ ਜ਼ਰੂਰ ਦੱਸ ਦਿਓ ਦਰਸ਼ਕ ਜੇਕਰ ਤੁਹਾਡੇ ਨਾਲ ਸੰਪਰਕ ਸਾਧਨਾ ਚਾਹੁੰਦੇ ਨੇ, ਕਿਸ ਟਾਈਮ ਸੰਪਰਕ ਸਾਧ ਸਕਦੇ ਨੇ, ਕਿੱਥੇ ਆਫਿਸਿਸ ਨੇ? ਜੀ ਆਫਿਸਿਸ ਦੇ ਨੰਬਰ ਤੁਹਾਨੂੰ ਸਕਰੀਨ ਤੇ ਆ ਰਹੇ ਨੇ। ਟੋਰਾਂਟੋ ਦੇ ਵਿੱਚ ਸਰੀ ਤੇ ਹਾਂਜੀ ਐਬਸਫੋਰਡ ਦੇ ਵੀ। ਇਹ ਤਿੰਨੇ ਆਫਿਸ ਇਸ ਵੇਲੇ ਜਿਹੜੇ ਵਰਕਿੰਗ ਦੇ ਵਿੱਚ ਹੈਗੇ ਨੇ ਜੀ। ਤਿੰਨਾਂ ਦੀਆਂ ਟਾਈਮਿੰਗਸ ਨੇ ਜਿਹੜੀਆਂ ਉਹ 11 ਤੋਂ ਲੈ ਕੇ 5 ਵਜੇ ਤੱਕ ਨੇ, ਕਿਉਂਕਿ ਅਸੀਂ ਮਿਨੀਮਲ ਸਟਾਫ ਦੇ ਨਾਲ ਕੋਵਿਡ ਸਿਚੁਏਸ਼ਨ 'ਚ ਕੰਮ ਕਰ ਰਹੇ ਹਾਂ ਜੀ। ਤੇ 11 ਤੋਂ ਲੈ ਕੇ 5 ਵਜੇ ਤੱਕ ਮੰਡੇ ਟੂ ਫਰਾਈਡੇ ਇਹਨਾਂ ਤਿੰਨਾਂ ਨੰਬਰਾਂ ਤੇ ਕਾਲ ਕੀਤੀ ਜਾ ਸਕਦੀ ਹੈ। ਜੀ ਬਿਲਕੁਲ ਸਰ, ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ 'ਚ ਬਣਨ ਲਈ ਤੇ ਸਾਡੇ ਦਰਸ਼ਕਾਂ ਨੂੰ ਕੀਮਤੀ ਜਾਣਕਾਰੀ ਦੇਣ ਲਈ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਥੈਂਕ ਯੂ। ਧੰਨਵਾਦ ਜੀ। ਸੋ ਦੋਸਤੋ, ਇਹ ਸਨ ਜੀ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਤੁਸੀਂ ਇਹਨਾਂ ਤੋਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਇਹਨਾਂ ਦੇ ਨੰਬਰਸ ਉੱਤੇ ਕੰਟੈਕਟ ਕਰ ਸਕਦੇ ਹੋ, ਕਿਉਂਕਿ ਬਹੁਤੀ ਵਾਰੀ ਇੱਦਾਂ ਹੁੰਦਾ ਹੈ ਕਿ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਦਰਸ਼ਕ ਸਾਨੂੰ ਸਟੂਡੀਓ ਵਿੱਚ ਕਾਲ ਕਰਦੇ ਨੇ। ਸੋ ਇਹ ਪ੍ਰੋਗਰਾਮ ਜਿਸ ਟਾਈਮ ਲਾਈਵ ਚੱਲਦਾ ਹੁੰਦਾ ਉਸ ਟਾਈਮ ਤੁਸੀਂ ਲਾਈਵ ਸਟੂਡੀਓ ਵਿੱਚ ਕਾਲ ਕਰ ਸਕਦੇ ਹੋ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਉਹਨਾਂ ਦੇ ਪਰਸਨਲ ਨੰਬਰਸ ਤੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਧੰਨਵਾਦ। 6 ਤੋਂ ਲੈ ਕੇ 7 ਵਜੇ ਤੱਕ ਫਿਰ ਹਾਜ਼ਰ ਹੋਵਾਂਗੇ ਜੀ ਨਿਊਜ਼ ਐਂਡ ਵਿਊਜ਼ ਲੈ ਕੇ। ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।